शेयर मार्केट ਦੇ ਵਿੱਚ ਕਾਫੀ ਗਿਰਾਵਟ ਆਈ। ਅਡਾਨੀ ਸੁਰਖੀਆਂ ਦੇ ਵਿੱਚ ਆ ਗਿਆ। ਇਸ ਤੋਂ ਇਲਾਵਾ ਅਡਾਨੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਲੋਨ ਦੇ ਮਾਮਲੇ ਸਭ ਉਜਾਗਰ ਹੋਣੇ ਸ਼ੁਰੂ ਹੋ ਗਏ। ਅਡਾਨੀ ਦੀਆਂ 3 ਕੰਪਨੀਆਂ ਨੇ ਜਿਨ੍ਹਾਂ ਬਾਰੇ ਜ਼ਿਆਦਾ ਅਡਾਨੀ ਇਕੱਲਾ ਹੈ, ਉਹਦੀਆਂ ਅੱਗੇ ਕੰਪਨੀਆਂ ਨੇ ਜਿਨ੍ਹਾਂ ਬਾਰੇ ਆ ਕਿ ਉਹ ਬਹੁਤ ਸਾਰੇ ਸ਼ੇਅਰ ਚੜ੍ਹੇ ਫਿਰ ਇੱਕਦਮ ਡਿੱਗੇ ਕਿਉਂਕਿ ਹਿੰਡਨਬਰਗ ਦੀ ਰਿਪੋਰਟ ਦੇ ਨਾਲ ਝਟਕਾ ਕਾਫੀ ਸ਼ੇਅਰ ਬਾਜ਼ਾਰ ਨੂੰ ਜਿਹੜਾ ਉਹ ਇੰਡੀਆ ਦੇ ਵਿੱਚ ਲੱਗਾ। ਅਡਾਨੀ ਅੰਬਾਨੀ ਇਹ ਗਰੁੱਪ ਨੇ ਜਿਹੜੇ ਇਹ ਸਾਰੇ ਗਰੁੱਪ ਸਰਕਾਰ ਦੀ ਮਦਦ ਕਰਦੇ ਆ ਚੋਣਾਂ ਦੇ ਵਿੱਚ। ਸੰਜੀਵ ਭੱਟ ਇੱਕ IPS ਆਫੀਸਰ ਨੇ ਗੁਜਰਾਤ ਦੇ ਜੋ ਗੋਧਰਾ ਕਾਂਡ ਦੇ ਵਿੱਚ ਫਸੇ ਹੋਏ ਆ, ਉਹਨਾਂ ਨੇ 2018 ਦੇ ਵਿੱਚ ਇੱਕ ਟਵੀਟ ਕੀਤਾ। ਉਹ ਟਵੀਟ ਜਿਹੜਾ ਘੁੰਮਦਾ ਪਿਆ, ਉਹਨਾਂ ਕਿਹਾ ਕਿ ਜਿਹੜਾ ਅਡਾਨੀ ਗਰੁੱਪ ਦਾ ਬੰਬ ਹੈ ਨਾ, ਇਹ ਬਸ ਤਿਆਰੀ ਕਰ ਰਿਹਾ ਫਟਣ ਨੂੰ, ਔਰ ਜਿੱਦਣ ਫਟੇਗਾ ਫਿਰ ਉਹ ਸਭ ਕੁਝ ਤਹਿਸ-ਨਹਿਸ ਕਰ ਦੇ। ਮੋਦੀ ਜੀ ਹੁਣ ਤੱਕ ਕਿਉਂ ਨਹੀਂ ਬੋਲੇ? ਜਦੋਂ ਕਿ ਮੋਦੀ ਜੀ ਉਹਨਾਂ ਦੇ ਜਹਾਜ਼ਾਂ ਦੇ ਵਿੱਚ ਘੁੰਮਦੇ ਸੀ ਗੁਜਰਾਤ ਦੀਆਂ ਚੋਣਾਂ 2014 ਦੀਆਂ ਚੋਣਾਂ 19 ਦੀਆਂ ਚੋਣਾਂ ਦੇ ਵਿੱਚ, ਉਹ ਕਿਉਂ ਨਹੀਂ ਘੁੰਮਦੇ? ਸੋ ਇਹ ਗੱਲ ਨਹੀਂ ਕਿਸੇ ਦੇ ਹਲਕ ਤੋਂ ਥੱਲੇ ਲੰਘਦੀ ਕਿ ਇਹ ਸਿਰਫ ਇੱਕ ਕੰਪਨੀ ਦਾ ਮਸਲਾ ਹੈ। ਇਹ ਕੰਪਨੀ ਦਾ ਮਸਲਾ ਨਹੀਂ, ਇਹਦੇ ਨਾਲ ਲੱਖਾਂ ਇਨਵੈਸਟਰ ਜਿਹੜੇ ਆ ਉਹ ਛੋਟੇ ਵੱਡੇ ਜੁੜੇ ਹੋਏ ਆ ਜਿਨ੍ਹਾਂ ਦਾ ਪੈਸਾ ਖਤਰੇ ਦੇ ਵਿੱਚ ਹੈ। ਮੈਂ ਸਮਝਦਾ ਕਿ ਇਹ ਪਿਛਲੇ ਦਿਨਾਂ ਦੇ ਵਿੱਚ ਭਗਵੰਤ ਸਰਕਾਰ ਜਿਹੜੀ ਹੈ ਮਾਨ ਸਾਹਿਬ ਦੀ ਸਰਕਾਰ ਹੈ, ਕਈ ਮਸਲਿਆਂ 'ਚ ਘਿਰੀ ਹੋਈ ਸੀ ਤੇ ਉਹਦੇ ਉੱਤੇ ਧਰਮਿੰਦਰ ਜੀ ਇਸ ਖਬਰ ਨੇ ਆ ਕੇ ਸਮਝ ਲਓ ਕਿ ਸਾਰਾ ਕੁਝ ਦੱਬ ਲਿਆ, ਭਾਵੇਂ ਕਿ ਹਲੇ ਉਹ ਖਬਰਾਂ ਦੱਬੀਆਂ ਨਹੀਂ ਜਾਣੀਆਂ। ਇਸ ਸਮੇਂ ਦੇ ਦੌਰਾਨ ਬੜੀਆਂ ਮਸ਼ੀਨਾਂ ਆ ਗਈਆਂ ਨੇ, ਵੇਖੋ ਟਿੱਪਰ ਆ ਗਏ ਨੇ, JCB ਮਸ਼ੀਨਾਂ ਆ ਗਈਆਂ ਨੇ, ਉਹ ਫਟਾਫਟ ਕੰਮ ਕਰਦੀਆਂ ਨੇ ਤੇ ਮਜ਼ਦੂਰ ਕਰ ਦਿੱਤੇ ਵਿਹਲੇ। ਸੋ ਇਹਨਾਂ ਨੇ ਇਹ ਵੀ ਫੈਸਲਾ ਕਰ ਲਿਆ ਕਿ ਉੱਥੇ ਜਿਹੜੀਆਂ JCB ਮਸ਼ੀਨਾਂ ਨਹੀਂ ਚੱਲਣਗੀਆਂ, ਉੱਥੇ ਮਜ਼ਦੂਰ ਜਾਣਗੇ। ਮਜ਼ਦੂਰ ਉੱਥੇ ਖੁਸ਼ ਹੈ ਕਿਉਂਕਿ ਆਲੇ ਦੁਆਲੇ ਦੇ ਜਿਹੜੇ ਪਿੰਡ ਹੋਣਗੇ ਉੱਥੇ ਜਿੱਥੇ ਵੀ, ਉਹਨਾਂ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਹ ਖੱਡਾਂ 50 ਤੱਕ ਹੋ ਜਾਣਗੀਆਂ। ਜਿਹੜਾ ਉੱਥੋਂ ਰੇਤਾ ਕੱਢ ਕੇ ਵੇਚਦਾ ਸੀ ਜਾਂ ਜਿਹੜੇ ਲੋਕ ਉੱਥੋਂ ਰੇਤਾ ਕੱਢਦੇ ਸੀ ਉਹਨਾਂ ਤੇ ਟੈਕਸ ਲੱਗਦੇ ਸੀਗੇ, ਗੁੰਡਾ ਟੈਕਸ ਕਹਿੰਦੇ ਸੀ ਉਹਨੂੰ, ਉਹ ਖਤਮ ਹੋ ਜਾਏਗਾ ਹੁਣ। ਰਾਜ ਹੋਣੀ ਇਸ ਬੇਅਦਬੀ ਇਨਸਾਫ ਮੋਰਚੇ ਨੂੰ ਚਲਾ ਰਹੇ ਨੇ ਤਾਂ ਉਹਨਾਂ ਨੇ ਵੀ ਕੱਲ ਕਹਿ ਦਿੱਤਾ ਹੈ ਕਿ ਜਿਹੜੀ ਪੁਲਿਸ ਨੇ ਜਾਂਚ ਕੀਤੀ ਆ ਉਹ ਜਨਤਕ ਕੀਤੀ ਜਾਵੇ ਤੇ ਕਿਸੇ ਵੀ ਹੁਣ ਸਾਨੂੰ ਸਰਕਾਰ ਦੇ ਉੱਤੇ ਕਿਸੇ ਵੀ ਮੰਤਰੀ ਦੇ ਉੱਤੇ ਭਰੋਸਾ ਨਹੀਂ ਰਿਹਾ। ਜਦੋਂ ਤੱਕ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਇਸੇ ਤਰ੍ਹਾਂ ਹਾਈਵੇ ਜਾਮ ਰੱਖਾਂਗੇ। ਕਿ ਜਿਹੜੇ MLAs ਨੇ ਜਾਂ ਉਹਨਾਂ ਦੇ ਬਾਕੀ ਲੀਡਰ ਸਾਹਿਬਾਨ ਨੇ ਜਿਹੜੇ ਆਪਣੇ ਹਲਕਿਆਂ ਦੇ ਵਿੱਚ ਫਿਰਦੇ ਆ, ਬੂਥ ਲੈਵਲ ਤੇ ਜਿਹੜੇ ਕੰਮ ਕਰਦੇ ਆ, ਉਹਨਾਂ ਨੂੰ ਲੋਕਾਂ ਦੀ ਸੁਣਨੀ ਪੈ ਰਹੀ ਹੈ ਕਿਉਂਕਿ ਮੁੱਦਾ ਬਹੁਤ ਵੱਡਾ ਹੈ। ਹੁਣ ਤੱਕ ਸਰਕਾਰਾਂ ਨੇ ਦੇਰੀ ਹੀ ਕੀਤੀ ਹੈ। ਸਪਸ਼ਟ ਹੈ ਕਿ ਹੁਣ ਤੱਕ ਬੇਅਦਬੀ ਦੇ ਮੁੱਦੇ ਦੇ ਉੱਤੇ ਕਿਸੇ ਗੱਲ ਤਣ ਪੱਤਣ ਲੱਗਣ ਦੇ ਨੇੜੇ ਵੀ ਨਹੀਂ ਪਹੁੰਚੀ ਹੈਗੀ ਕਿਉਂਕਿ ਇਸ ਤਰ੍ਹਾਂ ਦੇ ਪਹਿਲਾਂ ਵੀ ਕਈ ਜਿਹੜੇ ਆ ਉਹ ਤਜਰਬੇ ਹੋ ਚੁੱਕੇ ਹੋਏ ਆ। 1986 ਦੇ ਵਿੱਚ ਲਿੱਤਰਾਂ ਦੇ ਵਿੱਚ ਨਕੋਦਰ ਦੇ ਵਿੱਚ ਹੋਇਆ ਸੀ ਇਹ ਘਟਨਾਕ੍ਰਮ, ਉੱਥੇ 4 ਨੌਜਵਾਨ ਮਾਰੇ ਗਏ ਸੀ, ਉੱਥੇ ਵੀ ਬੇਅਦਬੀ ਹੋਈ ਸੀ। ਉਹਦੇ ਉੱਤੇ ਹਾਲੇ ਤੱਕ ਜਿਹੜਾ ਉਸ ਸਿਰੇ ਗੱਲ ਨਹੀਂ ਲੱਗੀ ਹੈਗੀ। ਅੱਛਾ, ਕੱਲ ਉਹਨਾਂ ਨੇ ਯਾਦ ਵੀ ਕੀਤਾ ਇਸ ਕਾਂਡ ਨੂੰ ਕਿਉਂਕਿ ਉਹ 4 ਫਰਵਰੀ 1986 ਦੀ ਗੱਲ ਸੀਗੀ ਕਿ ਪੁਲਿਸ ਜਿਹੜੀ ਹੈ ਉਹ ਇਸ ਮਾਮਲੇ ਦੇ ਵਿੱਚ ਕਹਿ ਸਕਦੇ ਆ ਇਨਸਫੀਸ਼ੀਐਂਟ, ਔਰ ਜਿਹੜੇ ਲੋਕ ਨਸ਼ਿਆਂ ਦੇ ਵਿੱਚ ਫੜੇ ਜਾ ਰਹੇ ਨੇ ਉਹਨਾਂ ਨੂੰ ਬੇਲ ਦਿਵਾਉਣ ਦੇ ਵਿੱਚ ਜਿਹੜੇ ਸਾਡੇ ਲੋਕਲ ਅਧਿਕਾਰੀ ਨੇ ਪੁਲਿਸ ਦੇ, ਉਹ ਅਦਾਲਤਾਂ 'ਚ ਪੇਸ਼ ਨਹੀਂ ਹੁੰਦੇ। ਇਸ ਕਰਕੇ ਜਿਹੜਾ ਮਾਫੀਆ ਦੇ ਗਰੁੱਪ ਵਾਲੇ ਲੋਕ ਨੇ ਜਾਂ ਸਮਗਲਿੰਗ ਵਾਲੇ ਲੋਕ ਨੇ ਜਾਂ ਨਸ਼ਾ ਵੇਚਣ ਵਾਲੇ, ਉਹ ਬੇਲ ਲੈ ਕੇ ਚਲੇ ਜਾਂਦੇ ਆ। ਔਰ ਬੇਅਦਬੀ ਦੀਆਂ ਘਟਨਾਵਾਂ ਪਾਕਿਸਤਾਨ 'ਚ ਹੋ ਰਹੀਆਂ ਨੇ, ਮੰਦਰਾਂ ਦੇ ਉੱਤੇ ਹਮਲੇ ਹੋਏ ਆ। ਬੰਗਲਾਦੇਸ਼ ਦੇ ਵਿੱਚ 14 ਮੰਦਰਾਂ ਦੇ ਵਿੱਚ ਪਰਸੋਂ ਮੂਰਤੀਆਂ ਤੋੜ ਦਿੱਤੀਆਂ ਗਈਆਂ ਨੇ। ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਕਿ ਉਹ ਆਪਣੇ ਖਰਚੇ ਤੇ ਰੇਤਾ ਖੱਡਾਂ 'ਚੋਂ ਕਢਾ ਕੇ ਉਹਨਾਂ ਥਾਵਾਂ ਤੇ ਪਹੁੰਚਾਵੇ ਜਿੱਥੇ ਲੋਕਾਂ ਨੂੰ ਰੇਤਾ ਚਾਹੀਦਾ ਪਰ ਉੱਥੋਂ ਉਹ ਆ ਨਹੀਂ ਸਕਦੇ। ਕਰਨਾਲ ਤੋਂ ਵੀ ਇੱਕ ਬਹੁਤ ਵੱਡਾ ਜਿਹੜਾ ਮਾਰਚ ਸ਼ੁਰੂ ਹੋਇਆ, ਉੱਥੇ ਲੋਕਾਂ ਨੇ ਪ੍ਰਦਰਸ਼ਨ ਆਪਣੇ ਨਵੇਕਲੇ ਢੰਗ ਨਾਲ ਕੀਤਾ। ਉੱਥੇ ਜਿਹੜੇ ਕੌਮੀ ਇਨਸਾਫ ਮੋਰਚੇ ਦੇ ਸਮਰਥਕ ਨੇ, ਉੱਥੋਂ ਦੇ ਲੋਕ ਜਿਹੜੀ ਮੰਗ ਕਰ ਰਹੇ ਨੇ ਹਰਿਆਣੇ ਵਾਲੇ, ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਚੇਨਾਂ ਪਾ ਕੇ, ਪੈਰਾਂ ਦੇ ਵਿੱਚ ਬੇੜੀਆਂ ਪਾ ਕੇ, ਗਲਾਂ ਦੇ ਵਿੱਚ ਚੇਨਾਂ ਲਟਕਾ ਕੇ ਇਹ ਮੰਗ ਕੀਤੀ ਆ। ਇੰਨੀਆਂ ਯੂਨੀਅਨਸ ਹੋ ਗਈਆਂ ਨੇ, ਲਿਸਟ ਬਣਾਉਣੀ ਪੈਂਦੀ ਆ। ਕੋਈ ਦੁਆਬੇ 'ਚ ਬਣੀ ਹੋਈ ਆ, ਕੋਈ ਅੰਮ੍ਰਿਤਸਰ 'ਚ ਬਣੀ ਹੋਈ ਆ, ਕੋਈ ਬਠਿੰਡੇ 'ਚ ਬਣੀ ਹੋਈ ਆ, ਕੋਈ ਪਟਿਆਲੇ 'ਚ ਬਣੀ ਹੋਈ ਆ। ਅਸੀਂ ਕਿਉਂ ਨਹੀਂ ਇਕੱਠੇ ਹੋ ਸਕਦੇ? ਇਹੀ ਸਾਡੀ ਸਭ ਤੋਂ ਵੱਡੀ ਕਿਸਾਨਾਂ ਦੀ ਕਮਜ਼ੋਰੀ ਦਾ ਫਾਇਦਾ ਸਰਕਾਰਾਂ ਉਠਾਉਂਦੀਆਂ ਨੇ। 3 ਖੇਤੀ ਕਾਨੂੰਨਾਂ ਦੇ ਮੁੱਦੇ ਦੇ ਉੱਤੇ ਇਕੱਠੇ ਹੋਏ ਸੀ ਤਾਂ ਉਹ ਜਿੱਤ ਗਏ ਸੀ, ਤੇ ਜਦੋਂ ਇਹ ਵਾਪਸ ਆ ਗਏ ਤਾਂ ਇਹ ਵੱਖ-ਵੱਖ ਯੂਨੀਅਨਸ ਬਣ ਗਏ
ਤੇ ਫਿਰ ਹੁਣ ਇਹਨਾਂ ਦੇ ਵਿੱਚ ਦਰਾੜਾਂ ਪੈਣੀਆਂ ਸ਼ੁਰੂ ਹੋ ਗਈਆਂ। ਇਸ ਵਾਰ ਬਿਜਲੀ ਦੀ ਮੰਗ ਦੇ ਵਿੱਚ ਕਾਫੀ ਵਾਧਾ ਹੋਇਆ। ਸਰਦੀਆਂ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਬਿਜਲੀ ਨੂੰ ਲੋਕ ਉਡੀਕਦੇ ਰਹੇ। PSPCL ਹੈ ਕਾਰਪੋਰੇਸ਼ਨ ਹੈਗੀ ਆ, ਉਹ ਘਾਟੇ 'ਚ ਜਾ ਰਹੀ ਆ, ਉਹਦੀ ਬੁਰੀ ਹਾਲਤ ਹੋ ਗਈ, ਉਹਨੂੰ ਤਨਖਾਹਾਂ ਦੇਣੀਆਂ ਵੀ ਔਖੀਆਂ ਹੋ ਰਹੀਆਂ ਨੇ, ਉਹਨਾਂ ਨੂੰ ਕਰੋੜਾਂ ਦਾ ਕਰਜ਼ਾ ਚੁੱਕਣਾ ਪੈ ਰਿਹਾ। ਮੰਗ ਤੇ ਵਧਣੀ ਹੈ ਕਿਉਂਕਿ ਤੁਸੀਂ ਕਈ ਲੋਕ ਤਾਂ 600 ਯੂਨਿਟ ਪੂਰੇ ਕਰਨ ਵਾਸਤੇ ਜਿਹੜੀ ਆ ਉਹ ਬਿਜਲੀ ਵਧਾਉਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ। ਸਤਿ ਸ਼੍ਰੀ ਅਕਾਲ। ਖਬਰਾਂ ਦਾ ਸਿਰਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਖਬਰਾਂ ਦਾ ਸਿਰਾ ਪ੍ਰੋਗਰਾਮ ਸਾਡਾ ਲਾਈਵ ਪ੍ਰੋਗਰਾਮ ਹੈ। ਇਹਦਾ ਹਿੱਸਾ ਤੁਸੀਂ ਵੀ ਬਣ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ, ਸਾਨੂੰ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਵਾਰ-ਵਾਰ ਤੁਹਾਡੀ ਸਕਰੀਨ ਦੇ ਉੱਤੇ ਸ਼ੋ ਹੁੰਦਾ ਰਹੇਗਾ ਚੱਲਦੇ ਪ੍ਰੋਗਰਾਮ ਦੇ ਦੌਰਾਨ। ਖਬਰਾਂ ਦਾ ਸਿਰਾ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਸਾਡੇ D5 ਚੈਨਲ ਪੰਜਾਬੀ ਦੇ ਫੇਸਬੁੱਕ ਪੇਜ ਦੇ ਉੱਤੇ ਲਾਈਵ। ਤੇ ਹੁਣ ਸਾਡੇ IPTV ਦੇ ਉੱਤੇ ਵੀ ਤੁਸੀਂ ਖਬਰਾਂ ਦਾ ਸਿਰਾ ਪ੍ਰੋਗਰਾਮ ਦੇਖ ਸਕਦੇ ਹੋ। ਸਾਡੀਆਂ ਸਾਰੀਆਂ ਖਬਰਾਂ, ਸਾਰੀਆਂ ਅਪਡੇਟਸ ਤੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ। D5 ਚੈਨਲ ਪੰਜਾਬੀ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਖਬਰਾਂ ਪੜ੍ਹ ਸਕਦੇ ਹੋ, ਆਰਟੀਕਲ ਪੜ੍ਹ ਸਕਦੇ ਹੋ ਤੇ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ। ਖਬਰਾਂ ਦਾ ਸਿਰਾ ਪ੍ਰੋਗਰਾਮ ਜੋ ਰੋਜ਼ਾਨਾ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਸਵੇਰ ਵੇਲੇ ਹੀ ਹਾਜ਼ਰ ਹੋ ਜਾਂਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮਾਹਰਾਂ ਨੂੰ ਅਸੀਂ, ਐਕਸਪਰਟਸ ਨੂੰ ਅਸੀਂ ਸੱਦਾ ਦਿੰਦੇ ਹਾਂ ਤਾਂ ਜੋ ਖਬਰਾਂ ਦੀ ਪੜਚੋਲ ਕੀਤੀ ਜਾ ਸਕੇ। ਤੇ ਰੂਟੀਨ ਦੇ ਵਿੱਚ ਮਿਸਟਰ ਗੁਰਨਾਮ ਸਿੰਘ ਅਕੀਦਾ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਤੇ ਜਸਪਾਲ ਸਿੰਘ ਢਿੱਲੋਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਨੇ। ਪਰ ਤੁਹਾਡੀ ਖਾਸ ਮੰਗ ਦੇ ਉੱਤੇ, ਕਿਉਂਕਿ ਦਰਸ਼ਕ ਕਮੈਂਟ ਕਰਦੇ ਨੇ ਕਿ ਵੜੈਚ ਸਾਹਿਬ ਨੂੰ ਵੀ ਜ਼ਰੂਰ ਸਾਡੇ ਨਾਲ ਮਿਲਵਾਇਆ ਕਰੋ, ਤਾਂ ਇੱਕ ਦੋ ਦਿਨ ਹੁਣ ਵੜੈਚ ਸਾਹਿਬ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲੱਗ ਪਏ ਨੇ। ਸੋ ਵੜੈਚ ਸਾਹਿਬ ਮਿਸਟਰ ਅਮਰਜੀਤ ਸਿੰਘ ਵੜੈਚ ਜੋ D5 ਚੈਨਲ ਪੰਜਾਬੀ ਦੇ ਗਰੁੱਪ ਐਡੀਟਰ ਨੇ, ਉਹ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ, ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਧਰਮਿੰਦਰ ਜੀ, ਤੁਹਾਡਾ ਵੀ ਤੇ ਦਰਸ਼ਕਾਂ ਦਾ ਵੀ। ਮੈਂ ਵੀ ਦਰਸ਼ਕਾਂ ਨੂੰ ਸਵਾਗਤ ਕਰਦਾ ਤੇ ਤੁਹਾਨੂੰ ਵੀ ਸਵਾਗਤ ਕਰਦਾ ਜੀ। ਬਿਲਕੁਲ ਸਰ ਜੀ। ਤੇ ਖਬਰਾਂ ਕਈ ਅਹਿਮ ਨੇ ਵੜੈਚ ਸਾਹਿਬ, ਜਿਨ੍ਹਾਂ ਦੇ ਉੱਤੇ ਆਪਾਂ ਇੱਕ ਇੱਕ ਕਰਕੇ ਚਰਚਾ ਕਰਾਂਗੇ, ਝਾਤ ਪਾਵਾਂਗੇ, ਤੁਹਾਡਾ ਪ੍ਰਤੀਕਰਮ ਜਾਣਾਂਗੇ ਤੇ ਦਰਸ਼ਕ ਵੀ ਉਸੇ ਖਬਰ ਦੇ ਉੱਤੇ ਕਾਲ ਕਰਕੇ ਸਾਨੂੰ ਆਪਣਾ ਪ੍ਰਤੀਕਰਮ ਦੱਸ ਸਕਦੇ ਨੇ, ਆਪਣੇ ਵਿਚਾਰ ਸਾਂਝੇ ਕਰ ਸਕਦੇ ਨੇ। ਤਾਂ ਸਭ ਤੋਂ ਪਹਿਲੀ ਖਬਰ, ਸ਼ੇਅਰ ਮਾਰਕੀਟ ਦੇ ਵਿੱਚ ਕਾਫੀ ਗਿਰਾਵਟ ਆਈ। ਅਡਾਨੀ ਸੁਰਖੀਆਂ ਦੇ ਵਿੱਚ ਆ ਗਿਆ ਤੇ ਇਸ ਤੋਂ ਇਲਾਵਾ ਅਡਾਨੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਲੋਨ ਦੇ ਮਾਮਲੇ ਸਭ ਉਜਾਗਰ ਹੋਣੇ ਸ਼ੁਰੂ ਹੋ ਗਏ ਤੇ ਇਸੇ ਦੇ ਚੱਲਦਿਆਂ ਸ਼ੇਅਰਾਂ 'ਚ ਗਿਰਾਵਟ ਕਹਿੰਦੇ ਜੀ ਸਿਰਫ ਇੱਕ ਕੰਪਨੀ ਦਾ ਮਸਲਾ ਹੈ। ਇਹ ਕਹਿਣਾ ਹੈ ਸਾਡੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਹੋਣਾ ਦਾ। ਧਰਮਿੰਦਰ ਜੀ, ਇਹ ਮੁੱਦਾ ਪਿਛਲੇ ਕਈ ਦਿਨਾਂ ਤੋਂ ਗਰਮਾਇਆ ਅੰਤਰਰਾਸ਼ਟਰੀ ਪੱਧਰ ਤੇ, ਜਦੋਂ ਤੋਂ ਅਮਰੀਕਾ ਦੀ ਇੱਕ ਹਿੰਡਨਬਰਗ ਕੰਪਨੀ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਅਡਾਨੀ ਗਰੁੱਪ ਨੇ ਸ਼ੇਅਰ ਬਾਜ਼ਾਰ ਵਿੱਚ ਕੁਝ ਗੋਸਟ ਕੰਪਨੀਆਂ ਬਣਾ ਕੇ, ਮਤਲਬ ਫੇਕ ਨਕਲੀ ਕੰਪਨੀਆਂ ਬਣਾ ਕੇ ਬਾਹਰਲੇ ਦੇਸ਼ਾਂ 'ਚੋਂ ਉਹਨਾਂ ਦਾ ਪੈਸਾ ਲਵਾ ਕੇ ਇਹ ਸ਼ੋਅ ਕੀਤਾ ਹੈ ਕਿ ਅਡਾਨੀ ਗਰੁੱਪ ਦੇ ਬਹੁਤ ਸ਼ੇਅਰ ਜਿਹੜੇ ਆ ਚੜ ਰਹੇ ਆ। ਅਡਾਨੀ ਦੀਆਂ 3 ਕੰਪਨੀਆਂ ਨੇ ਜਿਨ੍ਹਾਂ ਬਾਰੇ ਜ਼ਿਆਦਾ, ਅਡਾਨੀ ਇਕੱਲਾ ਹੈ, ਉਹਦੀਆਂ ਅੱਗੇ ਕੰਪਨੀਆਂ ਨੇ ਜਿਨ੍ਹਾਂ ਬਾਰੇ ਆ ਕਿ ਉਹ ਬਹੁਤ ਸਾਰੇ ਸ਼ੇਅਰ ਚੜੇ ਫਿਰ ਇੱਕਦਮ ਡਿੱਗੇ, ਕਿਉਂਕਿ ਹਿੰਡਨਬਰਗ ਦੀ ਰਿਪੋਰਟ ਦੇ ਨਾਲ ਝਟਕਾ ਕਾਫੀ ਸ਼ੇਅਰ ਬਾਜ਼ਾਰ ਨੂੰ ਜਿਹੜਾ ਉਹ ਇੰਡੀਆ ਦੇ ਵਿੱਚ ਲੱਗਾ। ਗੱਲ ਇਹ ਹੈ ਕਿ ਪਿਛਲੇ ਸਮੇਂ ਤੋਂ ਇਹ ਗੱਲ ਤੇ ਜੱਗ ਜ਼ਾਹਰ ਹੈ ਕਿ ਅਡਾਨੀ, ਅੰਬਾਨੀ, ਇਹ ਗਰੁੱਪ ਨੇ ਜਿਹੜੇ, ਇਹ ਸਾਰੇ ਗਰੁੱਪ ਸਰਕਾਰ ਦੀ ਮਦਦ ਕਰਦੇ ਆ ਚੋਣਾਂ ਦੇ ਵਿੱਚ। ਤੇ ਭਾਵੇਂ ਸਰਕਾਰ ਮੁੱਕਰਦੀ ਹੈ ਇਸ ਗੱਲ ਤੋਂ, ਪਰ ਇਹ ਸਭ ਨੂੰ ਜੱਗ ਜ਼ਾਹਰ ਹੈ, ਸਭ ਨੂੰ ਪਤਾ ਹੈਗਾ, ਜਿੰਨਾ ਮਰਜ਼ੀ ਬਿਆਨ ਦੇ ਲੈਣ। ਸੋ ਇਹਦੇ ਉੱਤੇ ਹੁਣ ਸਪਸ਼ਟੀਕਰਨ ਦੇਣ ਵਾਸਤੇ ਕੇਂਦਰ ਸਰਕਾਰ ਨੇ, ਕਿਉਂਕਿ ਭਾਰਤ ਦੀ ਕੰਪਨੀ ਹੈ, ਭਾਰਤ ਦੇ ਲੋਕਾਂ ਦਾ ਪੈਸਾ ਡੁੱਬਿਆ ਹੈ, ਬਹੁਤ ਵੱਡੀ ਪੱਧਰ ਤੇ ਲੋਕਾਂ ਦਾ ਪੈਸਾ ਡੁੱਬਿਆ। ਕੁਝ ਸਮੇਂ ਬਾਅਦ ਰਿਕਵਰੀ ਵੀ ਹੋਈ ਸ਼ੇਅਰ ਬਾਜ਼ਾਰ ਦੇ ਵਿੱਚ, ਪਰ ਉਹ ਨਹੀਂ ਹੋ ਸਕੀ, ਦੁਬਾਰੇ ਫੇਰ ਸ਼ੇਅਰ ਡਿੱਗਿਆ ਜੀ। ਸੰਜੀਵ ਭੱਟ ਇੱਕ IPS ਆਫੀਸਰ ਨੇ ਗੁਜਰਾਤ ਦੇ, ਜੋ ਗੋਧਰਾ ਕਾਂਡ ਦੇ ਵਿੱਚ ਫਸੇ ਹੋਏ ਆ, ਉਹਨਾਂ ਨੇ 2018 ਦੇ ਵਿੱਚ ਇੱਕ ਟਵੀਟ ਕੀਤਾ। ਉਹ ਟਵੀਟ ਜਿਹੜਾ ਘੁੰਮਦਾ ਪਿਆ, ਉਹਨਾਂ ਕਿਹਾ ਕਿ ਜਿਹੜਾ ਅਡਾਨੀ ਗਰੁੱਪ ਦਾ ਬੰਬ ਹੈ ਨਾ, ਇਹ ਬਸ ਤਿਆਰੀ ਕਰ ਰਿਹਾ ਫਟਣ ਨੂੰ, ਔਰ ਜਿੱਦਣ ਫਟੇਗਾ ਫਿਰ ਉਹ ਸਭ ਕੁਝ ਤਹਿਸ ਨਹਿਸ ਕਰ ਦੇਗਾ। ਔਰ ਉਹ ਸੱਚ ਹੋ ਗਈ ਹੈ ਗੱਲ, ਇਹ ਉਹਨਾਂ ਦੀ ਗੱਲ ਸੱਚ ਲੱਗਦੀ ਹੈਗੀ ਆ ਹੁਣ ਤੱਕ। ਹੁਣ ਸਰਕਾਰ, ਕਿਉਂਕਿ ਬਹੁਤ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਤੂੰ ਮੈਂ ਚੱਲ ਪਈ, ਲੋਕ ਸਭਾ ਦੇ ਵਿੱਚ ਵੀ ਕਿਰਕਰੀ ਸਰਕਾਰ ਦੀ ਹੋਈ ਹੈ, ਬਹੁਤ ਕਾਂਗਰਸ ਨੇ ਘੇਰਿਆ ਉਹਨਾਂ ਨੂੰ। ਸੋ ਇਸ ਕਰਕੇ ਸਰਕਾਰ ਉਹਨਾਂ ਦੇ ਹੁਣ ਡਿਫੈਂਸ ਦੇ ਉੱਤੇ ਆ ਕੇ ਖੜ ਗਈ ਕਿ ਨਹੀਂ ਜੀ, ਇਹ ਤੇ ਇੱਕੋ ਹੀ ਕੰਪਨੀ ਦਾ ਮਸਲਾ ਹੈ। ਗੱਲ ਇੱਕੋ ਕੰਪਨੀ ਦਾ ਮਸਲਾ ਨਹੀਂ ਹੈਗਾ। ਗੱਲ ਇਹ ਆ ਕਿ LIC ਨੇ ਬਹੁਤ ਪੈਸਾ ਲਾਇਆ ਹੋਇਆ, ਜਿਹਦੇ ਉੱਤੇ ਸਾਡੇ ਬਹੁਤ ਸਾਰੇ ਦੇਸ਼ ਵਾਸੀਆਂ ਨੇ ਬੀਮਾ ਇੰਸ਼ੋਰੈਂਸ ਕਰਾਈਆਂ ਹੋਈਆਂ ਨੇ,
ਔਰ ਨਾਲ ਦੀ ਨਾਲ ਸਟੇਟ ਬੈਂਕ ਆਫ ਇੰਡੀਆ ਦਾ ਬਹੁਤ ਵੱਡੇ ਪੱਧਰ ਤੇ ਪੈਸਾ ਜਿਹੜਾ ਉਹਨਾਂ ਨੇ ਲੋਨ ਦਿੱਤੇ ਹੋਏ ਆ। ਤਾਂ ਇਹ ਹੈ ਕਿ ਜੇ ਉਹ ਕੰਪਨੀ ਡੁੱਬਦੀਆਂ ਨੇ ਤਾਂ ਕੀ ਉਹ ਪੈਸਾ ਡੁੱਬਦਾ? ਜੇ ਉਹ ਪੈਸਾ ਡੁੱਬਦਾ ਤੇ ਫਿਰ ਉਹ ਪੈਸਾ ਕਿਹਦਾ? ਉਹ ਤੇ ਲੋਕਾਂ ਦਾ। ਤੁਹਾਡਾ ਪੈਸਾ ਜਮ੍ਹਾਂ ਕਰਾਇਆ ਹੋਇਆ, ਬੈਂਕਾਂ ਨੇ ਉਹਨਾਂ ਨੂੰ ਅੱਗੇ ਇੰਟਰਸਟ ਤੇ ਦੇ ਕੇ ਦਿੱਤਾ ਹੋਇਆ ਜੀ। ਔਰ ਕਾਂਗਰਸ ਨੇ ਇੱਥੇ ਉਹਨਾਂ ਨੂੰ ਘੇਰਿਆ ਹੈ ਕਿ ਮੋਦੀ ਜੀ ਹੁਣ ਤੱਕ ਕਿਉਂ ਨਹੀਂ ਬੋਲੇ, ਜਦੋਂ ਕਿ ਮੋਦੀ ਜੀ ਉਹਨਾਂ ਦੇ ਜਹਾਜ਼ਾਂ ਦੇ ਵਿੱਚ ਘੁੰਮਦੇ ਸੀ ਗੁਜਰਾਤ ਦੀਆਂ ਚੋਣਾਂ, 2014 ਦੀਆਂ ਚੋਣਾਂ, 19 ਦੀਆਂ ਚੋਣਾਂ ਦੇ ਵਿੱਚ, ਉਹ ਕਿਉਂ ਨਹੀਂ ਘੁੰਮਦੇ? ਸੋ ਇਹ ਗੱਲ ਨਹੀਂ ਕਿਸੇ ਦੇ ਹਲਕ ਤੋਂ ਥੱਲੇ ਲੰਘਦੀ ਕਿ ਇਹ ਸਿਰਫ ਇੱਕ ਕੰਪਨੀ ਦਾ ਮਸਲਾ ਹੈ। ਇੱਕ ਕੰਪਨੀ ਦਾ ਮਸਲਾ ਨਹੀਂ, ਇਹਦੇ ਨਾਲ ਲੱਖਾਂ ਇਨਵੈਸਟਰ ਜਿਹੜੇ ਆ ਉਹ ਛੋਟੇ ਵੱਡੇ ਜੁੜੇ ਹੋਏ ਆ ਜਿਨ੍ਹਾਂ ਦਾ ਪੈਸਾ ਖਤਰੇ ਦੇ ਵਿੱਚ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹਾਲੇ ਹੋਰ ਕਈ ਖੁਲਾਸੇ ਹੋਣਗੇ। ਸੋ ਸਰਕਾਰ ਨੂੰ ਜਿਹੜੇ ਇਨਵੈਸਟਰਸ ਨੇ ਉਹਨਾਂ ਦੇ ਨਾਲ ਖੜਨਾ ਚਾਹੀਦਾ ਔਰ ਇਹ ਨਾ ਹੋਵੇ ਕਿ ਸ਼ੇਅਰ ਬਾਜ਼ਾਰ ਨੂੰ ਬਹੁਤ ਵੱਡਾ ਜਿਹੜਾ ਝਟਕਾ ਲੱਗੇ ਔਰ ਜਿਹੜੇ ਛੋਟੇ ਛੋਟੇ ਇਨਵੈਸਟਰਸ ਨੇ ਮੇਰੇ ਵਰਗੇ ਉਹਨਾਂ ਦਾ ਪੈਸਾ ਜਿਹੜਾ ਉਹ ਡੁੱਬ ਜੇ। ਜੀ ਜੀ ਬਿਲਕੁਲ ਜੀ ਵੜੈਚ ਸਾਹਿਬ, ਅਗਲੀਆਂ ਖਬਰਾਂ ਦੇ ਉੱਤੇ ਵੀ ਆਪਾਂ ਨਾਲ ਦੀ ਨਾਲ ਝਾਤ ਪਾਵਾਂਗੇ ਤੇ ਕੁਝ ਕੁ ਖਬਰਾਂ ਨੂੰ ਦਰਸ਼ਕਾਂ ਨੂੰ ਦੱਸ ਦਈਏ ਕਿ ਕਿਹੜੀਆਂ ਖਬਰਾਂ ਤੇ ਅੱਜ ਅਸੀਂ ਡਿਸਕਸ਼ਨ ਕਰਨੀ ਆ, ਵਿਚਾਰ ਜਾਣਨੇ ਵੜੈਚ ਸਾਹਿਬ ਦੇ, ਤੇ ਉਹਦੇ ਵਾਸਤੇ ਤੁਸੀਂ ਵੀ ਤਿਆਰੀ ਕਰ ਲਿਓ, ਸਾਨੂੰ ਕਾਲ ਜ਼ਰੂਰ ਕਰਿਓ। ਤੇ ਉਹਦੇ ਵਿੱਚ ਇੱਕ ਤਾਂ ਬੇਅਦਬੀ ਇਨਸਾਫ ਮੋਰਚੇ ਦੇ ਉੱਤੇ ਆਪਾਂ ਗੱਲ ਜ਼ਰੂਰ ਕਰਾਂਗੇ ਜੀ, ਤੇ ਇਸ ਤੋਂ ਇਲਾਵਾ ਰਾਮਦੇਵ, ਬਾਬਾ ਰਾਮਦੇਵ ਕਿਹਾ ਜਾਂਦਾ ਹੈ, ਉਹਦੇ ਉੱਤੇ ਵੀ ਮਾਮਲਾ ਦਰਜ ਹੋਇਆ, ਉਹ ਕਿਉਂ ਹੋਇਆ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰ ਲਾਂਗੇ। ਤੇ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠੋਂ, ਉਹਨਾਂ ਦੇ ਹੱਥਾਂ ਹੇਠੋਂ ਹੁਣ ਗੁਰਦੁਆਰਿਆਂ ਦਾ ਪ੍ਰਬੰਧ ਖੁੱਸਦਾ ਹੋਇਆ ਨਜ਼ਰ ਆ ਰਿਹਾ ਹੈ, ਉਹ 'ਤੇ ਵੀ ਆਪਾਂ ਚਰਚਾ ਕਰਾਂਗੇ। ਕਾਲਰ ਸਾਡੇ ਨਾਲ ਜ਼ਰੂਰ ਜੁੜ ਜਾਇਆ ਕਰਨ, ਤੇ ਕਾਲਰਸ ਦਾ ਅਸੀਂ ਹਮੇਸ਼ਾ ਸਵਾਗਤ ਕਰਦੇ ਹਾਂ। ਤੇ ਨਾਲ ਹੀ ਤੁਹਾਨੂੰ ਹੁਣ ਜੁਆਇਨ ਵੀ ਕਰੋ, ਤੁਸੀਂ ਜੁਆਇਨ ਦੇ ਬਟਨ ਦੀ ਆਪਸ਼ਨ ਆਈ ਹੋਈ ਹੈ YouTube ਦੇ ਉੱਤੇ, ਤੁਸੀਂ ਜਦੋਂ ਸਾਡਾ ਚੈਨਲ ਖੋਲ੍ਹਦੇ ਹੋ ਤਾਂ ਉੱਥੇ ਬਲੈਕ ਕਲਰ ਦੇ ਨਾਲ ਇੱਕ ਡੱਬੀ ਬਣੀ ਹੋਈ ਹੈ, ਉਹਦੇ ਵਿੱਚ ਜੁਆਇਨ ਲਿਖਿਆ ਹੋਇਆ, ਤੁਸੀਂ ਜੁਆਇਨ ਕਰੋਗੇ ਤਾਂ ਸਾਡੇ ਨਾਲ ਪੱਕੇ ਤੌਰ ਦੇ ਉੱਤੇ ਜੁੜ ਜਾਓਗੇ। ਸਾਡੇ ਨਾਲ ਤੁਸੀਂ ਹਮੇਸ਼ਾ ਚੱਲਦੇ ਹੋ ਤੇ ਤੁਹਾਡੇ ਸਹਿਯੋਗ ਦੀ ਲੋੜ ਹੁਣ ਵੀ ਹੈ, ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ D5 ਚੈਨਲ ਪੰਜਾਬੀ ਪ੍ਰਸਾਰਿਤ ਹੋ ਰਿਹਾ ਹੈ, ਵਿਚਾਰਿਆ ਜਾ ਰਿਹਾ ਹੈ, ਪ੍ਰਸਾਰਿਆ ਜਾ ਰਿਹਾ ਹੈ। ਸੋ ਇਸ ਕਰਕੇ ਜ਼ਰੂਰ ਇਹਦਾ ਹਿੱਸਾ ਬਣੋ, ਇਸ ਮੁਹਿੰਮ ਦਾ ਹਿੱਸਾ ਬਣੋ, ਤਾਂ ਜੋ ਚੈਨਲ ਦਾ ਵੀ ਸਹਿਯੋਗ ਹੋ ਸਕੇ ਤੇ ਤੁਹਾਨੂੰ ਵੀ ਹਰ ਅਪਡੇਟ, ਹਰ ਤਾਜ਼ਾ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ। ਤੇ ਆਪਾਂ ਥੋੜੀ ਜੀ ਗੱਲ ਕਰ ਲਈਏ ਜੀ। ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਰੇਤਾ ਦੀ ਜਿਹੜੀ ਚੋਰੀ ਹੁੰਦੀ ਸੀ, ਉਹਦੇ ਵਿੱਚ ਧਾਂਦਲੀ ਹੁੰਦੀ ਸੀ, ਘਪਲੇਬਾਜ਼ੀ ਹੁੰਦੀ ਸੀ, ਲੋਕਾਂ ਤੱਕ ਰੇਤਾ ਮੁਸ਼ਕਲ ਨਾਲ ਪਹੁੰਚਦਾ ਸੀ, ਉਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਧੇ ਤੌਰ ਦੇ ਉੱਤੇ ਤੁਸੀਂ ਖੱਡਾਂ ਤੋਂ ਹੀ ਰੇਤਾ ਲੈ ਸਕਦੇ ਹੋ। ਤੇ ਕਈ ਜ਼ਿਲ੍ਹਿਆਂ ਦੇ ਵਿੱਚ ਮੇਰੇ ਖਿਆਲ 'ਚ 16 ਦੇ ਕਰੀਬ ਜਿਹੜੀਆਂ ਖੱਡਾਂ ਨੇ ਰੇਤ ਦੀਆਂ, ਉਹਨਾਂ ਦਾ ਲੋਕ ਅਰਪਣ ਕਰ ਦਿੱਤਾ ਗਿਆ ਜੀ। ਬਿਲਕੁਲ ਜੀ, 7 ਜ਼ਿਲ੍ਹਿਆਂ ਦੇ ਵਿੱਚ 16 ਪਬਲਿਕ ਖੱਡਾਂ ਜਿਹੜੀਆਂ ਨੇ ਉਹ ਅਨਾਉਂਸ ਕਰ ਦਿੱਤੀਆਂ ਨੇ ਜੀ। ਮੈਂ ਸਮਝਦਾ ਕਿ ਇਹ ਪਿਛਲੇ ਦਿਨਾਂ ਦੇ ਵਿੱਚ ਭਗਵੰਤ ਸਰਕਾਰ ਜਿਹੜੀ ਹੈ, ਮਾਨ ਸਾਹਿਬ ਦੀ ਸਰਕਾਰ ਹੈ, ਇਹ ਕਈ ਮਸਲਿਆਂ 'ਚ ਘਿਰੀ ਹੋਈ ਸੀ ਤੇ ਉਹਦੇ ਉੱਤੇ ਧਰਮਿੰਦਰ ਜੀ ਇਸ ਖਬਰ ਨੇ ਆ ਕੇ ਸਮਝ ਲਓ ਕਿ ਸਾਰਾ ਕੁਝ ਦੱਬ ਲਿਆ, ਭਾਵੇਂ ਕਿ ਹਲੇ ਉਹ ਖਬਰਾਂ ਦੱਬੀਆਂ ਨਹੀਂ ਜਾਣੀਆਂ ਜੀ, ਪਰ ਇਹ ਉਹਨਾਂ ਦਾ ਦਾਵਾ ਹੈ ਕਿ ਅਸੀਂ ਇੱਕ ਹੋਰ ਗਰੰਟੀ ਪੂਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੇ ਆ ਓਲਡ ਪੈਨਸ਼ਨ ਲਾਗੂ ਕਰਨ ਦਾ ਜਿਹੜਾ ਉਹ ਫੈਸਲਾ ਕਰ ਲਿਆ, ਹਾਲੇ ਕਿ ਉਹਦੇ ਉੱਤੇ ਕੁਝ ਹੋਇਆ ਨਹੀਂ। ਪਰ ਇਸ ਫੈਸਲੇ ਨੂੰ ਦੇਖੋ, ਜਿਹੜਾ ਕੰਮ ਚੰਗਾ ਹੁੰਦਾ ਇਹਨਾਂ ਨੂੰ ਚੰਗਾ ਕਹਿਣਾ ਚਾਹੀਦਾ, ਉਹਦੇ ਐਵੇਂ ਕੋਈ ਗੱਲਾਂ ਲੱਭੀ ਜਾਣੀਆਂ ਕਿ ਜੀ ਆ ਮਾੜਾ ਕਰਤਾ ਜੀ, ਹੁਣ ਕੀ ਹੋ ਜਾਊਗਾ ਜੀ। ਵੇਖੋ, ਉਹਨਾਂ ਨੇ ਇਹ ਫੈਸਲਾ ਬਹੁਤ ਵਧੀਆ, ਡਿਮਾਂਡ ਸੀ ਕਿ ਰੇਤਾ ਬਹੁਤ ਮਹਿੰਗਾ ਹੋ ਗਿਆ, ਗਰੀਬ ਆਦਮੀ ਘਰ ਨਹੀਂ ਸੀ ਬਣਾ ਸਕਦਾ, 40 ਰੁਪਏ ਤੋਂ ਲੈ ਕੇ 60-62 ਰੁਪਏ ਤੱਕ ਰੇਤਾ ਵਿਕਣ ਲੱਗ ਪਿਆ। ਗਰੀਬ ਆਦਮੀ ਕਿੱਥੋਂ ਘਰ ਬਣਾਏਗਾ ਉਹਦੇ ਵਿੱਚ? ਸੋ 5.5 ਰੁਪਏ ਰੇਤਾ ਤੁਹਾਨੂੰ ਮਿਲੇਗਾ। ਇਹਦੇ ਉੱਤੇ ਇੱਕ ਜਿਹੜਾ ਨਾ ਟੈਕਸ ਹੈ ਛੋਟਾ ਜਿਹਾ, ਉਹਨੂੰ ਖਣਿਜ ਟੈਸਟ ਕਹਿੰਦੇ ਆ, ਟੈਕਸ ਜਿਹੜਾ ਉਹ ਲੱਗੇਗਾ 5%। ਸੋ ਇਹ ਕੋਈ 6.5 ਰੁਪਏ ਤੁਹਾਨੂੰ ਪ੍ਰਤੀ ਕਿਊਬਿਕ ਫੁੱਟ ਜਿਹੜਾ ਉਹ ਰੇਤਾ ਪੈਣਾ। ਔਰ ਦੂਸਰੀ ਇੱਕ ਹੋਰ ਬੜੀ ਵੱਡੀ ਗੱਲ ਇਹਦੇ ਵਿੱਚ ਮੈਂ ਸਮਝਦਾ ਕਿ ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਵਾਲੀ ਹੈ, ਉਹ ਇਹ ਹੈ ਕਿ ਇਸ ਸਮੇਂ ਦੇ ਦੌਰਾਨ ਬੜੀਆਂ ਮਸ਼ੀਨਾਂ ਆ ਗਈਆਂ ਨੇ। ਦੇਖੋ, ਟਿੱਪਰ ਆ ਗਏ ਨੇ, JCB ਮਸ਼ੀਨਾਂ ਆ ਗਈਆਂ ਨੇ, ਉਹ ਫਟਾਫਟ ਕੰਮ ਕਰਦੀਆਂ ਨੇ ਤੇ ਮਜ਼ਦੂਰ ਕਰ ਦਿੱਤੇ ਵਿਹਲੇ। ਸੋ ਇਹਨਾਂ ਨੇ ਇਹ ਵੀ ਫੈਸਲਾ ਕਰ ਲਿਆ ਕਿ ਉੱਥੇ ਜਿਹੜੀਆਂ JCB ਮਸ਼ੀਨਾਂ ਨਹੀਂ ਚੱਲਣਗੀਆਂ, ਉੱਥੇ ਮਜ਼ਦੂਰ ਜਾਣਗੇ। ਮਜ਼ਦੂਰ ਉੱਥੇ ਖੁਸ਼ ਹੈ ਕਿਉਂਕਿ ਆਲੇ ਦੁਆਲੇ ਦੇ ਜਿਹੜੇ ਪਿੰਡ ਹੋਣਗੇ ਉੱਥੇ ਜਿੱਥੇ ਵੀ, ਉਹਨਾਂ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਹ ਖੱਡਾਂ 50 ਤੱਕ ਹੋ ਜਾਣਗੀਆਂ, ਕਿਉਂਕਿ ਇਹ ਖੱਡਾਂ ਨੂੰ ਵਧਾਉਣਾ ਪੈਣਾ ਇਹਨਾਂ ਨੂੰ। ਇਹ ਨਹੀਂ ਕਿ ਅਗਰ ਲੁਧਿਆਣੇ ਦੇ ਵਿੱਚ ਹੈ, ਚਮਕੌਰ ਸਾਹਿਬ ਦੇ ਵਿੱਚ ਖੱਡਾਂ ਨੇ ਤੇ ਇੱਥੋਂ ਰੇਤਾ ਜਿਹੜਾ ਉਹ ਅਬੋਹਰ ਤੇ ਨਹੀਂ ਜਾ ਸਕਦਾ। ਸੋ ਅਬੋਹਰ ਵਾਲੇ ਪਾਸੇ ਵੀ ਆਉਣਗੀਆਂ, ਅੰਮ੍ਰਿਤਸਰ ਵਾਲੇ ਪਾਸੇ ਖੱਡਾਂ ਆਉਣਗੀਆਂ, ਪਟਿਆਲੇ ਵਾਲੇ ਪਾਸੇ ਕੁਝ ਖੱਡਾਂ ਆਉਣਗੀਆਂ। ਜਿੱਥੇ ਵੀ ਰੇਤਾ ਜਿਹੜਾ ਉਹ ਸਾਡੇ ਕੋਲੇ ਚਾਹੇ ਘੱਗਰ ਵਿੱਚ ਆਉਂਦਾ ਹੈ, ਸਤਲੁਜ ਵਿੱਚ ਆਉਂਦਾ, ਬਿਆਸ ਵਿੱਚ ਆਉਂਦਾ, ਰਾਵੀ ਵਿੱਚ ਆਉਂਦਾ,
ਉੱਥੇ ਜਿੱਥੇ ਅਸੀਂ ਕਰ ਸਕਦੇ ਹਾਂ। ਔਰ ਇਹ ਲੰਮੀ ਦੂਰੀ ਤੱਕ ਜਿਹੜੇ ਦਰਿਆ ਚੱਲਦੇ ਨੇ, ਉਹ ਹਰੀਕੇ ਪੱਤਣ ਤੱਕ ਜਿਹੜੇ ਦਰਿਆ ਚੱਲਦੇ ਪਏ ਨੇ ਅੱਗੇ ਸਾਡੇ। ਸੋ ਇਸ ਕਰਕੇ ਇਹ ਬਹੁਤ ਵਧੀਆ ਫੈਸਲਾ ਹੈ, ਇਹਨੂੰ ਜੀ ਆਇਆਂ ਕਹਿਣਾ ਚਾਹੀਦਾ ਸਰਕਾਰ ਨੂੰ। ਇਸ ਤਰ੍ਹਾਂ ਦੇ ਫੈਸਲਿਆਂ ਦੀ ਹੋਰ ਵੀ ਉਮੀਦ ਹੈ, ਔਰ ਇਹਨਾਂ ਨੇ ਟਾਈਮਿੰਗ ਵੀ ਦੇ ਦਿੱਤੀ ਹੈ ਕਿ ਇਹ ਜਿਹੜਾ ਸਤੰਬਰ ਦੇ ਮਹੀਨੇ 'ਚ ਤੇ ਸਵੇਰੇ 6 ਤੋਂ 7 ਵਜੇ ਤੱਕ, ਸਤੰਬਰ ਤੋਂ ਲੈ ਕੇ ਅਕਤੂਬਰ ਤੱਕ 6 ਤੋਂ 7, ਤੇ ਅਕਤੂਬਰ ਤੋਂ ਲੈ ਕੇ 31 ਮਾਰਚ ਤੱਕ ਜਿਹੜਾ ਉਹ ਸ਼ਾਮੀ ਸਵੇਰੇ 7 ਤੋਂ ਸ਼ਾਮੀ 5 ਵਜੇ ਤੱਕ ਹੋਏਗਾ। ਆ ਕੇ 1 ਮਾਰਚ ਤੋਂ ਜਿਹੜਾ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਹੁਣ ਜਿਹੜਾ ਉਹ 6 ਤੋਂ ਸ਼ਾਮ ਦੇ 7 ਵਜੇ ਤੱਕ ਜਿਹੜਾ ਉਹ ਚੱਲੇਗਾ। ਔਰ ਫਿਰ ਜਿਹੜਾ ਉਸ 1 ਅਕਤੂਬਰ ਤੋਂ ਲੈ ਕੇ 31 ਮਾਰਚ ਤੱਕ ਜਿਹੜਾ ਹੁਣ ਇਹਨਾਂ ਦਿਨਾਂ ਦਾ ਸਮਾਂ ਚੱਲ ਰਿਹਾ, ਉਹ 7 ਵਜੇ ਤੋਂ ਲੈ ਕੇ 5 ਵਜੇ ਤੱਕ ਅੱਜ ਕੱਲ੍ਹ, ਕਿਉਂਕਿ ਦਿਨ ਜਿਹੜੇ ਆ ਉਹ ਖੁੱਲੇ ਆ। ਸੋ ਠੀਕ ਹੈ, ਬਹੁਤ ਵਧੀਆ ਇਹਨਾਂ ਦੀ ਮੈਂ ਸਮਝਦਾ ਸੋਚ ਹੈਗੀ ਆ। ਟਰਾਲੀ ਤੁਸੀਂ ਲਿਜਾ ਕੇ ਭਰ ਸਕਦੇ ਹੋ, ਆਪਣੀ ਲੇਬਰ ਲਿਜਾ ਕੇ ਭਰ ਸਕਦੇ ਹੋ ਜੀ। ਇਸ ਤਰ੍ਹਾਂ ਦੇ ਫੈਸਲੇ ਅਗਰ ਹੋਰ ਆਉਂਦੇ ਆ ਤਾਂ ਫਿਰ ਵਿਰੋਧੀ ਪਾਰਟੀਆਂ ਵਾਸਤੇ, ਕਿਉਂਕਿ ਅਸੀਂ ਦੇਖਿਆ ਕਿ ਵਿਰੋਧੀ ਪਾਰਟੀਆਂ ਦੇ ਉੱਤੇ ਕੋਈ ਬਹੁਤਾ ਜ਼ਿਆਦਾ ਕੱਲ ਬੋਲ ਨਹੀਂ ਸਕੀਆਂ, ਨਾ ਉਹਨਾਂ ਦੇ ਕੋਈ ਟਵੀਟ ਆਏ ਆ, ਨਾ ਕੋਈ ਇਹੋ ਜਿਹੀ ਗੱਲ ਆਈ ਆ। ਇਹ ਇਸ ਤਰ੍ਹਾਂ ਦੇ ਫੈਸਲੇ ਐਜੂਕੇਸ਼ਨ ਦੇ ਮਾਮਲੇ ਵਿੱਚ ਵੀ ਲੈ ਲੈਣੇ ਚਾਹੀਦੇ ਆ, ਸਿਹਤ ਦੇ ਲੈ ਲੈਣੇ ਚਾਹੀਦੇ ਆ, ਕਿਉਂਕਿ ਆਮ ਆਦਮੀ ਕਲੀਨਿਕ ਦੇ ਵਿੱਚ ਸਰਕਾਰ ਦੀ ਬਹੁਤ ਕਿਰਕਿਰੀ ਹੋਈ ਹੈ। ਭਾਵੇਂ ਸਰਕਾਰ ਨੇ ਬਹੁਤ ਐਡਵਰਟਾਈਜ਼ਮੈਂਟ ਦੇ ਕੇ ਗੱਲ ਕੀਤੀ ਹੈ, ਪਰ ਉੱਥੇ ਬਹੁਤ ਸਾਰੇ ਕਈ ਲੂਪ ਹੋਲ ਜਿਹੜੇ ਆ ਉਹ ਸਾਹਮਣੇ ਆਉਣ ਕਰਕੇ ਸਰਕਾਰ ਨੂੰ ਜਿਹੜਾ ਉਹ ਜਵਾਬ ਦੇਣ ਵਿੱਚ ਮੁਸ਼ਕਲ ਹੋਈ ਹੈ। ਪਰ ਇਹ ਫੈਸਲਾ ਜਿਹੜਾ ਬਹੁਤ ਵਧੀਆ, ਇਸ ਤਰ੍ਹਾਂ ਇਹ ਲਾਗੂ ਰਹਿਣਾ ਚਾਹੀਦਾ, ਇਹ ਮਾਈਨਿੰਗ ਦਾ ਹਿੱਸਾ ਬਣ ਜਾਣਾ ਚਾਹੀਦਾ, ਤੇ ਜਿੱਥੇ ਜਿੱਥੇ ਖੱਡਾਂ ਅਵੇਲੇਬਲ ਨੇ ਉੱਥੋਂ ਰੇਤਾ ਜਿਹੜਾ ਉਹ ਲੋਕਾਂ ਨੂੰ ਮਿਲਣਾ ਚਾਹੀਦਾ। ਬਿਲਕੁਲ ਜੀ, ਨਾਲ ਹੀ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਇਹਨਾਂ ਮਾਮਲਿਆਂ ਦੇ ਵਿੱਚ, ਖਨਨ ਮਾਮਲਿਆਂ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਵੱਲੋਂ ਪੂਰੇ ਕਾਨੂੰਨੀ ਤੌਰ ਦੇ ਉੱਤੇ ਕਰਵਾਏ ਜਾਣਗੇ, ਉਹਨਾਂ ਦੇ ਵਿੱਚ ਕਿਸੇ ਵੀ ਮੰਤਰੀ ਦੀ, ਕਿਸੇ ਵੀ ਵਿਧਾਇਕ ਦੀ, ਕਿਸੇ ਵੀ ਹੋਰ ਅਧਿਕਾਰੀ ਦੀ ਸੰਬੰਧਤ ਦੀ ਕੋਈ ਵੀ ਦਖਲਅੰਦਾਜ਼ੀ ਨਹੀਂ ਹੋਵੇਗੀ ਜੀ। ਮਤਲਬ ਮਾਫੀਆ ਸੀ ਜਿਹੜਾ ਉੱਥੋਂ ਰੇਤਾ ਕੱਢ ਕੇ ਵੇਚਦਾ ਸੀ, ਜਾਂ ਜਿਹੜੇ ਲੋਕ ਉੱਥੋਂ ਰੇਤਾ ਕੱਢਦੇ ਸੀ ਉਹਨਾਂ ਤੇ ਟੈਕਸ ਲੱਗਦੇ ਸੀਗੇ, ਗੁੰਡਾ ਟੈਕਸ ਕਹਿੰਦੇ ਸੀ ਉਹਨੂੰ, ਉਹ ਖਤਮ ਹੋ ਜਾਏਗਾ ਹੁਣ ਜੀ। ਬਿਲਕੁਲ ਜੀ। ਦੂਜੇ ਪਾਸੇ ਬੇਅਦਬੀ ਇਨਸਾਫ ਮੋਰਚਾ ਵੀ ਕੱਲ ਕਾਫੀ ਭਖਦਾ ਹੋਇਆ ਨਜ਼ਰ ਆਇਆ। ਇੱਕ ਪਾਸਾ ਹਾਈਵੇ ਦਾ ਜਾਮ ਕੀਤਾ ਹੋਇਆ ਸੀ, ਤੇ ਦੂਜੇ ਪਾਸੇ ਵੀ ਕਿਸਾਨ ਆਗੂਆਂ ਨੇ ਪੱਕੇ ਟੈਂਟ ਗੱਡਣੇ ਸ਼ੁਰੂ ਕਰ ਦਿੱਤੇ। ਕਿਸਾਨਾਂ ਦਾ ਸਾਥ ਵੀ ਮਿਲਿਆ ਹੋਇਆ, ਕਿਉਂਕਿ ਸੁਖਰਾਜ ਹੋਰੀ ਇਸ ਦੇ ਮੋਢੀ ਨੇ, ਸੁਖਰਾਜ ਹੋਰੀ ਇਸ ਬੇਅਦਬੀ ਇਨਸਾਫ ਮੋਰਚੇ ਨੂੰ ਚਲਾ ਰਹੇ ਨੇ। ਤਾਂ ਉਹਨਾਂ ਨੇ ਵੀ ਕੱਲ ਕਹਿ ਦਿੱਤਾ ਹੈ ਕਿ ਜਿਹੜੀ ਪੁਲਿਸ ਨੇ ਜਾਂਚ ਕੀਤੀ ਹੈ ਉਹ ਜਨਤਕ ਕੀਤੀ ਜਾਵੇ, ਤੇ ਕਿਸੇ ਵੀ ਹੁਣ ਸਾਨੂੰ ਸਰਕਾਰ ਦੇ ਉੱਤੇ, ਕਿਸੇ ਵੀ ਮੰਤਰੀ ਦੇ ਉੱਤੇ ਭਰੋਸਾ ਨਹੀਂ ਰਿਹਾ। ਜਦੋਂ ਤੱਕ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਇਸੇ ਤਰ੍ਹਾਂ ਹਾਈਵੇ ਜਾਮ ਰੱਖਾਂਗੇ। ਤੇ ਚਰਚਾ ਇਹ ਵੀ ਰਹੀ ਕੱਲ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜੋ ਕੁਝ ਉੱਥੇ ਜਾ ਕੇ ਬਿਆਨ ਦਿੱਤਾ ਹੈ, ਬੇਅਦਬੀ ਇਨਸਾਫ ਮੋਰਚੇ ਦੇ ਵਿੱਚ ਜਾ ਕੇ ਉਹਨਾਂ ਨੇ ਸ਼ਿਰਕਤ ਕੀਤੀ ਹੈ, ਉਹ ਸਰਕਾਰ ਵਾਸਤੇ ਸਮੱਸਿਆ ਖੜੀ ਕਰ ਰਹੀ ਹੈ। ਇਹ ਗੱਲ ਧਰਮਿੰਦਰ ਜੀ ਬਿਲਕੁਲ ਠੀਕ ਹੈ ਤੁਹਾਡੀ, ਕਿ ਆਮ ਆਦਮੀ ਪਾਰਟੀ ਦੇ ਅੰਦਰ ਵੀ ਜਿਹੜੀ ਆ ਨਾ ਉਹ ਇਸ ਮੁੱਦੇ ਦੇ ਉੱਤੇ ਹਿਲਜੁਲ ਚੱਲ ਰਹੀ ਹੈ ਜੀ। ਉਹ ਹਿਲਜੁਲ ਇਹ ਆ ਕਿ ਜਿਹੜੇ ਐਮਐਲਏਜ਼ ਨੇ ਜਾਂ ਉਹਨਾਂ ਦੇ ਬਾਕੀ ਲੀਡਰ ਸਾਹਿਬਾਨ ਨੇ ਜਿਹੜੇ ਆਪਣੇ ਹਲਕਿਆਂ ਦੇ ਵਿੱਚ ਫਿਰਦੇ ਆ, ਬੂਥ ਲੈਵਲ ਤੇ ਜਿਹੜੇ ਕੰਮ ਕਰਦੇ ਆ, ਉਹਨਾਂ ਨੂੰ ਲੋਕਾਂ ਦੀ ਸੁਣਨੀ ਪੈ ਰਹੀ ਹੈ, ਕਿਉਂਕਿ ਮੁੱਦਾ ਬਹੁਤ ਵੱਡਾ। ਹੁਣ ਤੱਕ ਸਰਕਾਰਾਂ ਨੇ ਦੇਰੀ ਹੀ ਕੀਤੀ ਹੈ ਔਰ ਫੈਸਲੇ ਨਹੀਂ ਕੀਤੇ, ਔਰ ਇਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਵੀ ਉੱਥੇ ਕਹਿੰਦੇ ਕਹਿ ਕੇ ਆਏ ਆ ਜਾ ਕੇ ਕਿ ਸਰਕਾਰ ਇਹਦੇ ਉੱਤੇ ਫੈਸਲਾ ਨਹੀਂ ਕਰੇਗੀ। ਉਦੋਂ ਤੋਂ ਬਾਅਦ ਕਹਿੰਦੇ ਇਹ ਗੱਲ ਜਿਹੜੀ ਜ਼ਿਆਦਾ ਪੱਕੀ ਹੈ। ਔਰ ਹੁਣ ਜਿਹੜਾ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਰਸਤਾ ਜਾਂਦਾ ਵਾਇਆ ਫਰੀਦਕੋਟ ਜੀ, ਉਹਦੇ ਉੱਤੇ ਇਹ ਧਰਨਾ ਲੱਗ ਗਿਆ, ਦੋਵੇਂ ਪਾਸਿਓਂ ਜਿਹੜਾ ਉਹ ਬੰਦ ਕਰ ਦਿੱਤੀ ਗਈ ਹੈ ਸੜਕ। ਲੋਕਾਂ ਨੂੰ ਮੁਸ਼ਕਲਾਂ ਤੇ ਜਿਹੜੀਆਂ ਆਉਣਗੀਆਂ ਹੀ, ਪਰ ਇਸ ਮੁੱਦੇ ਨੂੰ ਸਰਕਾਰਾਂ ਕਿਉਂਕਿ ਇੰਨੀ ਗੰਭੀਰਤਾ ਨਾਲ ਨਹੀਂ ਲੈ ਰਹੀਆਂ। ਸਪਸ਼ਟ ਹੈ ਕਿ ਹੁਣ ਤੱਕ ਬੇਅਦਬੀ ਦੇ ਮੁੱਦੇ ਦੇ ਉੱਤੇ ਕਿਸੇ ਗੱਲ ਤਣ ਪੱਤਣ ਲੱਗਣ ਦੇ ਨੇੜੇ ਵੀ ਨਹੀਂ ਪਹੁੰਚੀ ਹੈਗੀ ਜੀ, ਕਿਉਂਕਿ ਇਸ ਤਰ੍ਹਾਂ ਦੇ ਪਹਿਲਾਂ ਵੀ ਕਈ ਜਿਹੜੇ ਆ ਉਹ ਤਜਰਬੇ ਹੋ ਚੁੱਕੇ ਹੋਏ ਆ। 1986 ਦੇ ਵਿੱਚ ਲਿੱਤਰਾਂ ਦੇ ਵਿੱਚ, ਨਕੋਦਰ ਦੇ ਵਿੱਚ ਹੋਇਆ ਸੀ ਇਹ ਘਟਨਾਕ੍ਰਮ ਜੀ, ਉੱਥੇ 4 ਨੌਜਵਾਨ ਮਾਰੇ ਗਏ ਸੀ, ਉੱਥੇ ਵੀ ਬੇਅਦਬੀ ਹੋਈ ਸੀ, ਉਹਦੇ ਉੱਤੇ ਹਾਲੇ ਤੱਕ ਜਿਹੜਾ ਉਹ ਸਿਰੇ ਗੱਲ ਨਹੀਂ ਲੱਗੀ ਹੈਗੀ। ਅੱਛਾ, ਕੱਲ ਉਹਨਾਂ ਨੇ ਯਾਦ ਵੀ ਕੀਤਾ ਇਸ ਕਾਂਡ ਨੂੰ, ਕਿਉਂਕਿ ਉਹ 4 ਫਰਵਰੀ 1986 ਦੀ ਗੱਲ ਸੀਗੀ। ਸੋ ਦੂਸਰੇ ਪਾਸੇ ਬੇਅਦਬੀ ਦੀਆਂ ਘਟਨਾਵਾਂ ਨੂੰ ਜੇ ਅਸੀਂ ਗੱਲ ਕਰਦੇ ਹਾਂ ਤਾਂ ਸਰਕਾਰ ਨੂੰ ਐਡਾ ਵੱਡਾ ਇਹਨਾਂ ਕੋਲੇ ਤੰਤਰ ਹੈ, ਇੰਟੈਲੀਜੈਂਸ ਬਿਊਰੋ ਇਹਨਾਂ ਕੋਲੇ ਆ, ਪੁਲਿਸ ਇਹਨਾਂ ਕੋਲੇ ਆਪਣੀ ਹੈ, ਦੂਸਰੇ ਸੂਈਏ ਇਹਨਾਂ ਕੋਲੇ ਆਪਣੇ ਆ, ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਪੁਲਿਸ ਜਿਹੜੀ ਹੈ ਉਹ ਇਸ ਮਾਮਲੇ ਦੇ ਵਿੱਚ ਕਹਿ ਸਕਦੇ ਆ ਇਨਸਫੀਸ਼ੀਐਂਟ ਹੈ। ਜਿਵੇਂ ਕਿ ਹਾਈ ਕੋਰਟ ਨੇ ਪਰਸੋਂ ਕਿਹਾ ਜੀ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਵੱਧਦਾ ਜਾ ਰਿਹਾ ਜੀ,
ਔਰ ਜਿਹੜੇ ਲੋਕ ਨਸ਼ਿਆਂ ਦੇ ਵਿੱਚ ਫੜੇ ਜਾ ਰਹੇ ਨੇ ਉਹਨਾਂ ਨੂੰ ਬੇਲ ਦਿਵਾਉਣ ਦੇ ਵਿੱਚ ਜਿਹੜੇ ਸਾਡੇ ਲੋਕਲ ਅਧਿਕਾਰੀ ਨੇ ਪੁਲਿਸ ਦੇ, ਉਹ ਅਦਾਲਤਾਂ 'ਚ ਪੇਸ਼ ਨਹੀਂ ਹੁੰਦੇ। ਇਸ ਕਰਕੇ ਜਿਹੜਾ ਮਾਫੀਆ ਦੇ ਗਰੁੱਪ ਵਾਲੇ ਲੋਕ ਨੇ ਜਾਂ ਸਮਗਲਿੰਗ ਵਾਲੇ ਲੋਕ ਨੇ ਜਾਂ ਨਸ਼ਾ ਵੇਚਣ ਵਾਲੇ, ਉਹ ਬੇਲ ਲੈ ਕੇ ਚਲੇ ਜਾਂਦੇ ਆ। ਉਹ ਕਹਿੰਦੇ ਇਹਦਾ ਮਤਲਬ ਦੋ ਹੀ ਆ ਵੀ ਜਾਂ ਤਾਂ ਤੁਹਾਡੇ ਲੋਕਲ ਲੈਵਲ ਦੇ ਅਫਸਰ ਜਿਹੜੇ ਆ ਜਾਂ ਤੁਹਾਡੀ ਪੁਲਿਸ ਇਨਸਫੀਸ਼ੀਐਂਟ ਹੈ ਜੀ, ਉਹਨਾਂ ਉਹ ਕੰਮ ਹੀ ਨਹੀਂ ਕਰ ਸਕਦੇ, ਨਕਾਰਾ ਹੋ ਗਈ ਹੈ। ਤੇ ਜਾਂ ਦੂਸਰੀ ਗੱਲ ਇਹ ਹੈ ਕਿ ਸਮਗਲਰ ਤੇ ਪੁਲਿਸ ਤੰਤਰ ਦੇ ਵਿੱਚ ਬਹੁਤ ਵੱਡੀ ਜਿਹੜਾ ਨੈਕਸਸ ਬਣਿਆ ਹੋਇਆ। ਇਹ ਬਹੁਤ ਵੱਡੀ ਟਿੱਪਣੀ ਹੈ, ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵੀ ਕਰ ਚੁੱਕੀ ਹੈ ਸਾਡੀ ਸ਼ਰਾਬ ਦੇ ਉੱਤੇ। ਸੋ ਇਹ ਮਸਲਾ ਵੀ ਉਸੇ ਤਰ੍ਹਾਂ ਦਾ ਕਿ ਅਸੀਂ ਲਮਕਾ ਰਹੇ ਹਾਂ ਇਸ ਚੀਜ਼ ਨੂੰ। ਔਰ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਉਦੋਂ ਬਾਅਦ ਬਹੁਤ ਸਾਰੀਆਂ ਹੋ ਚੁੱਕੀਆਂ ਹੋਈਆਂ ਨੇ, ਤੇ ਇਸ ਮਸਲੇ ਨੂੰ ਜਿਹੜਾ ਸਰਕਾਰ ਨੂੰ ਸੁਲਝਾਉਣਾ ਚਾਹੀਦਾ ਸੀ। ਤੇ ਕਹਿ ਹੀ ਸਕਦੇ ਹਾਂ ਜੇ ਕੁਝ ਨਾ ਕੁਝ ਉਹਨਾਂ ਦੇ ਅੰਦਰ, ਕਿਉਂਕਿ ਉਹਨਾਂ ਨੂੰ ਅੰਦਰੋਂ ਵੀ ਪਤਾ ਕਿ ਉਹਨਾਂ ਦਾ ਵਿਰੋਧ ਚੱਲ ਰਿਹਾ, ਸਰਕਾਰ ਨੂੰ ਪਤਾ ਹੈ ਕਿ ਅੰਦਰੋਂ ਵੀ ਵਿਰੋਧ ਚੱਲ ਰਿਹਾ, ਪਰ ਉਹਨਾਂ ਲੋਕਾਂ ਨੂੰ ਬਚਾਇਆ ਕਿਉਂ ਜਾ ਰਿਹਾ ਇਹ ਵੀ ਸਾਰਿਆਂ ਨੂੰ ਪਤਾ ਹੈ ਕੌਣ ਬੇਅਦਬੀ ਕਰਨ ਵਾਲੇ ਆ। ਔਰ ਬੇਅਦਬੀ ਦੀਆਂ ਘਟਨਾਵਾਂ ਪਾਕਿਸਤਾਨ 'ਚ ਹੋ ਰਹੀਆਂ ਨੇ, ਮੰਦਰਾਂ ਦੇ ਉੱਤੇ ਹਮਲੇ ਹੋਏ ਆ। ਬੰਗਲਾਦੇਸ਼ ਦੇ ਵਿੱਚ 14 ਮੰਦਰਾਂ ਦੇ ਵਿੱਚ ਪਰਸੋਂ ਮੂਰਤੀਆਂ ਤੋੜ ਦਿੱਤੀਆਂ ਗਈਆਂ ਨੇ। ਇਹ ਕੀ ਹੋ ਰਿਹਾ? ਇਸੇ ਤਰ੍ਹਾਂ ਹੀ ਜਿਹੜੀ ਟੈਨਸ਼ਨ ਵਧਾਉਣ ਦੀ ਕੋਸ਼ਿਸ਼ ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਹੋਈ ਆ, ਉੱਥੇ ਖਾਲਿਸਤਾਨੀ ਤੇ ਜਿਹੜੇ ਰਾਸ਼ਟਰਵਾਦੀ ਸੀਗੇ ਉਹਨਾਂ ਦੇ ਵਿੱਚ ਟਕਰਾਓ ਹੋਇਆ ਉੱਥੇ ਫੈਡਰੇਸ਼ਨ ਸਕੁਅਰ ਦੇ ਉੱਤੇ। ਸੋ ਇਹ ਸਾਰੀਆਂ ਸਥਿਤੀਆਂ ਨੂੰ ਜੋੜ ਕੇ ਵੇਖਣ ਦੀ ਲੋੜ ਪੈਂਦੀ ਆ ਕਿ ਕੀ ਪੰਜਾਬ ਦੀਆਂ ਸਥਿਤੀਆਂ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੁੱਦੇ ਦੇ ਉੱਤੇ ਸਰਕਾਰ ਨੇ ਵਾਅਦਾ ਕੀਤਾ ਸੀ, ਕੇਜਰੀਵਾਲ ਹੋਣਾ ਨੇ ਕਿਹਾ ਸੀ ਕਿ 24 ਘੰਟਿਆਂ ਦੇ ਵਿੱਚ ਬੰਦੇ ਫੜੇ ਜਾ ਸਕਦੇ ਆ, ਕਿਉਂਕਿ ਸਾਰਿਆਂ ਨੂੰ ਪਤਾ ਹੈ, ਪੁਲਿਸ ਨੂੰ ਪਤਾ ਹੈ, ਰਾਜਨੀਤੀ ਨੂੰ ਪਤਾ ਹੈ, ਤੇ ਫਿਰ ਉਹਨਾਂ ਨੂੰ ਕਿਉਂ ਨਹੀਂ ਫੜ ਕੇ ਅਦਾਲਤਾਂ ਦੇ ਕੇਸਾਂ ਦੇ ਵਿੱਚ ਲਿਆਇਆ ਜਾਂਦਾ ਤਾਂ ਕਿ ਉਹਦਾ ਫੈਸਲਾ ਹੋ ਸਕੇ। ਸੋ ਇਹ ਮੁੱਦਾ ਜਿਹੜਾ ਭਖੇਗਾ, ਇਹਦੇ ਨਾਲ ਹੋਰ ਸੰਸਥਾਵਾਂ ਵੀ ਜੁੜ ਰਹੀਆਂ ਨੇ। ਤੁਹਾਨੂੰ ਯਾਦ ਹੈ ਪਿਛਲੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਵੀ ਆਪਣੀ ਜਿਹੜੀਆਂ ਉਹ ਐਜੀਟੇਸ਼ਨ ਅੱਗੇ ਪਾ ਦਿੱਤੀ ਆ। ਉਹ ਕਹਿੰਦੇ ਕਿ ਅਸੀਂ ਪਹਿਲਾਂ ਇਹਨਾਂ ਨਾਲ ਜੁੜਾਂਗੇ ਬੇਅਦਬੀ ਦੇ ਮਸਲਿਆਂ ਨਾਲ, ਔਰ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਉਹਨੂੰ ਲੈ ਕੇ ਇਹ ਮਸਲੇ ਜਿਹੜੇ ਦੋਨੋਂ ਜੁੜ ਰਹੇ ਨੇ। ਔਰ ਜੇ ਜੁੜ ਜਾਂਦੇ ਆ ਤਾਂ ਇੱਕ ਬਹੁਤ ਵੱਡਾ ਸੰਘਰਸ਼ ਸ਼ੁਰੂ ਹੋ ਜਾਏਗਾ, ਪਰ ਸਰਕਾਰ ਦੇ ਲਈ ਬੜਾ ਮੁਸ਼ਕਲ ਹੋ ਜਾਏਗਾ। ਜੀ ਬਿਲਕੁਲ। ਕੱਲ ਸਾਡੇ ਸਹਿਯੋਗੀ ਗੁਰਜੀਤ ਰੋਮਾਣਾ ਨੇ, ਉਹਨਾਂ ਨੇ ਵੀ ਇਸੇ ਧਰਨੇ ਦਾ ਹਿੱਸਾ ਨੇ, ਖਾਰਾ ਸਾਹਿਬ ਵਕੀਲ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਵੀ ਸਿੱਧੇ ਤੌਰ ਦੇ ਉੱਤੇ ਵੜੈਚ ਸਾਹਿਬ ਤੁਹਾਡੇ ਵਾਲੀ ਗੱਲ ਹੀ ਕਹਿ ਦਿੱਤੀ ਸੀ ਕਿ ਜਿਹੜੀਆਂ ਸਿੱਟ ਬਣਾਈਆਂ ਜਾਂਦੀਆਂ ਨੇ, ਸਿੱਟਾਂ ਦਾ ਗਠਨ ਕੀਤਾ ਜਾਂਦਾ ਹੈ, ਉਹ ਸਰਕਾਰ ਦੇ ਹੱਥੋਂ ਬਾਹਰ ਵਾਲੀ ਗੱਲ ਹੋ ਗਈ ਆ। ਹੁਣ ਸਿੱਟਾਂ ਆਪਣੀ ਮਰਜ਼ੀ ਕਰਦੀਆਂ ਨੇ ਤੇ ਸਰਕਾਰ ਆਪਣੇ ਹਿਸਾਬ ਨਾਲ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੀ ਹੈ, ਤੇ ਇਹੀ ਜਿਹੜਾ ਤਾਲਮੇਲ ਨਹੀਂ ਬੈਠ ਰਿਹਾ, ਲੰਮਾ ਸਮਾਂ ਸੰਘਰਸ਼ ਨੂੰ ਇਸੇ ਕਰਕੇ ਹੋਇਆ। ਕਾਲਰ ਲਾਈਨ ਤੇ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ। ਕਿੱਥੋਂ ਬੋਲਦੇ ਹੋ? ਪਵਨ ਬੋਲਦਾ ਜੀ, ਧਰਮਿੰਦਰ ਜੀ। ਜੀ ਪਵਨ ਜੀ। ਸਰ ਮੇਰਾ ਪਹਿਲਾ ਸਵਾਲ ਤਾਂ ਵੜੈਚ ਸਾਹਿਬ ਨੂੰ ਇਹੋ ਹੀ ਆ ਕਿ ਵੜੈਚ ਮਤਲਬ ਇਹਨਾਂ ਦਾ ਵੜੈਚ ਪਿੰਡ ਜਾਂ ਇਹਨਾਂ ਦੀ ਕਾਸਟ ਆ, ਇਹ ਮਾੜਾ ਕਲੀਅਰ ਕਰ ਦਈਏ, ਠੀਕ ਹੈ ਜੀ। ਦੂਜਾ ਮੇਰਾ ਤੁਸੀਂ ਜ਼ਿਕਰ ਕਰ ਰਹੇ ਜੀ ਬੇਅਦਬੀ ਦਾ, ਇਹ ਵੀ ਇੱਕ ਕੇਜਰੀਵਾਲ ਨੇ ਗਰੰਟੀ ਦਿੱਤੀ ਤੇ ਕਰਕਰੀ ਹੋ ਰਹੀ ਸਾਡੇ ਮੁੱਖ ਮੰਤਰੀ ਸਾਹਿਬ ਦੀ, ਭਗਵੰਤ ਮਾਨ ਦੀ। ਇੱਕ ਜਿਹੜਾ ਐਮਐਲਏ ਜਦੋਂ ਸੱਚਾ ਠੀਕ ਹੈ, ਜਿਹੜਾ ਉਹ ਮਤਲਬ ਮੋਰਚੇ 'ਚ ਗਿਆ ਵੀ ਆ, ਤੇ ਕੀ ਮਤਲਬ ਵੀ ਜੇ ਨਾ ਗਰੰਟੀ ਕਰਦੇ ਪੰਜਾਬ ਸਰਕਾਰ ਦਾ ਕੁਛ ਖਰਾਬ ਤਾਂ ਨਾ ਹੁੰਦਾ। ਇੱਕ ਸੰਧਵਾ ਸਾਹਿਬ ਨੇ ਦਿੱਤਾ, ਮੈਂ ਤੁਹਾਡੇ ਜਾ ਕੇ ਬਾਬਾ ਸੰਧਵਾ ਸਾਹਿਬ ਚੁੱਪ ਹੋ ਗਏ ਨੇ। ਤੀਜਾ ਸਾਰੇ ਰੇਤ ਮਾਫੀਆ ਤੇ ਕੀ ਮਤਲਬ ਵੀ ਜਿਹੜੇ ਉਹ ਰੇਤ ਮਤਲਬ ਵਿਕਣ ਦੇਣਗੇ ਵੀ ਸਸਤੀ, ਜਿਨ੍ਹਾਂ ਨੇ ਗੱਫੇ ਛਕੇ ਨੇ, ਕਰੋੜਾਂ ਰੁਪਏ ਕਮਾਏ ਨੇ, ਉਹ ਚੱਲਣ ਦੇਣਗੇ? ਇਹਦੇ ਬਾਰੇ ਚਾਨਣਾ ਪਾ ਦਿਓ, ਧੰਨਵਾਦ ਜੀ। ਮਿਹਰਬਾਨੀ ਜੀ, ਮਿਹਰਬਾਨੀ। ਕਾਫੀ ਮੁੱਦੇ ਤੁਸੀਂ ਇਕੱਠੇ ਹੀ ਸਾਡੇ ਨਾਲ ਸਾਂਝੇ ਕਰ ਲਏ ਨੇ, ਤੇ ਜਿਹੜਾ ਉਹ ਸਵਾਲ ਮੈਨੂੰ ਥੋੜਾ ਜਿਹਾ ਅਜੀਬ ਲੱਗਿਆ ਹੈ ਕਿ ਵੜੈਚ ਸਾਹਿਬ ਵਾਲਾ, ਉਹਦਾ ਵੜੈਚ ਸਾਹਿਬ ਆਪ ਹੀ ਹੁਣ ਪ੍ਰਤੀਕਰਮ ਦੇਣਗੇ। ਚਲੋ ਮੇਰਾ ਜੀ, ਮੇਰੀ ਸਬ ਕਾਸਟ ਹੀ ਵੜੈਚ ਹੈਗੀ ਆ, ਤੇ ਵੜੈਚ ਨਹੀਂ ਹੈਗਾ, ਵੜੈਚ ਹੈਗਾ, ਗੋਤ ਆ ਵੜੈਚ ਜੀ। ਜੀ ਦੂਸਰੇ ਜਿਹੜੇ ਇਹਨਾਂ ਨੇ ਮਸਲੇ ਉਠਾਏ ਆ, ਰੇਤ ਮਾਫੀਏ ਵਾਲੀ ਜਿਹੜੀ ਗੱਲ ਕੀਤੀ ਹੈ, ਦੇਖੋ ਸਰਕਾਰ ਕੁਝ ਕਰ ਰਹੀ ਹੈ, ਕੋਸ਼ਿਸ਼ ਹੈ ਉਹਦੀ, ਔਰ ਉਹਨਾਂ ਨੇ ਤੁਹਾਨੂੰ ਕਰਕੇ ਵਿਖਾ ਦਿੱਤਾ ਕਿ 5.5 ਰੁਪਏ ਰੇਤਾ ਪ੍ਰਤੀ ਕਿਊਬਿਕ ਫਿਟ ਅਸੀਂ ਤੁਹਾਨੂੰ ਕੱਲ ਉਹਨਾਂ ਨੇ ਜਿਹੜੀਆਂ ਖੱਡਾਂ ਨੇ ਉਹ ਸ਼ੁਰੂ ਕਰ ਦਿੱਤੀਆਂ ਨੇ। ਹੁਣ ਇਹਦਾ ਵੇਖਦੇ ਆ, ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਕੀ ਰੇਤ ਮਾਫੀਆ ਉਹਨਾਂ ਨੂੰ ਕਰਨ ਦੇਗਾ? ਜਦੋਂ ਰੇਤ ਮਾਫੀਏ ਦੀ ਐਂਟਰੀ ਨਹੀਂ ਹੋਏਗੀ ਉੱਥੇ ਤਾਂ ਫਿਰ ਕੀ ਉੱਥੇ ਸੀਸੀਟੀਵੀ ਕੈਮਰੇ ਲੱਗ ਗਏ ਆ, ਉੱਥੇ ਰਿਕਾਰਡ ਰੱਖਿਆ ਜਾ ਰਿਹਾ ਸਾਰਾ ਕੁਝ, ਤੇ ਨਿਗਰਾਨੀ ਪੁਲਿਸ ਦੀ ਉੱਥੇ ਗਸ਼ਤ ਰਹੇਗੀ। ਸੋ ਰੇਤ ਮਾਫੀਆ ਉੱਥੇ ਜਿਹੜਾ ਫਿਰ ਕਿਵੇਂ ਐਂਟਰ ਕਰ ਜਾਏਗਾ? ਹਾਂ, ਇਹ ਸ਼ੱਕ ਤੁਹਾਡੇ ਦੇ ਵਿੱਚ ਇੱਕ ਗੱਲ ਦੀ ਗੁੰਜਾਇਸ਼ ਜ਼ਰੂਰ ਹੈ ਕਿ ਕੀ ਰੇਤ ਮਾਫੀਆ ਆਮ ਗਾਹਕ ਬਣ ਕੇ ਕਿਤੇ ਉੱਥੋਂ ਰੇਤ ਲਿਆ ਕੇ ਫਿਰ ਅੱਗੇ ਲਿਜਾ ਕੇ ਦੂਰ ਲਿਜਾ ਕੇ ਮਹਿੰਗੀ ਤਾਂ ਨਹੀਂ ਵੇਚੇਗਾ? ਕਿਉਂਕਿ ਜਿਹੜੇ ਲੋਕ, ਜਿਨ੍ਹਾਂ ਲੋਕਾਂ ਦੇ ਕੋਲੇ ਕੋਈ ਆਪਣੇ ਸਾਧਨ ਨਹੀਂ ਹੋਣਗੇ ਪਰ ਉਹਨਾਂ ਨੂੰ ਰੇਤ ਚਾਹੀਦੀ ਹੋਏਗੀ, ਉਹਨਾਂ ਨੂੰ ਐਕਸਪਲਾਈਟ ਜਿਹੜਾ ਰੇਤ ਮਾਫੀਆ ਇਸ ਢੰਗ ਨਾਲ ਕਰ ਸਕਦਾ ਕਿ ਉਹਨਾਂ ਦੇ ਨਾਂ ਤੇ ਕਿ ਹਾਂ ਭਾਈ ਤੈਨੂੰ ਲਿਆ ਕੇ ਦੇਵਾਂਗੇ ਅਸੀਂ। ਅਗਲਾ ਕਹਿੰਦਾ ਮੇਰੇ ਕੋਲ ਟਰੈਕਟਰ ਨਹੀਂ ਹੈਗਾ ਜੀ, ਕਹਿੰਦਾ ਠੀਕ ਹੈ ਜੀ ਲਿਆ ਅਸੀਂ ਦੇਵਾਂਗੇ,
ਪਰ ਰੇਟ ਤੈਨੂੰ ਆ ਦੇਵਾਂਗੇ। ਇਹ ਲਕੂਨਾ ਵਿੱਚ ਜ਼ਰੂਰ ਬਣਿਆ ਰਹੇਗਾ ਜੀ। ਇਹਦੇ ਉੱਤੇ ਜਿਹੜਾ ਸ਼ੱਕ ਤੁਹਾਡਾ ਠੀਕ ਹੈ। ਇਹਦੇ ਲਈ ਲੋਕਾਂ ਨੂੰ ਜਿਹੜਾ ਉਹ ਬੜਾ ਹੋਣਾ ਪਏਗਾ ਕਿ ਜਿਹਦੇ ਕੋਲੇ ਕੁਝ ਨਹੀਂ ਹੈਗਾ ਲਿਜਾਣ ਦਾ, ਉਹ ਆਪਣੇ ਇਲਾਕੇ ਦੇ ਜਿਹੜੇ ਫਿਰ ਇਹਨਾਂ ਪਾਰਟੀ ਦੇ ਲੋਕਾਂ ਨਾਲ ਸੰਪਰਕ ਕਰਨ ਕਿ ਸਾਡਾ ਪ੍ਰਬੰਧ ਕਰਕੇ ਦਿਓ, ਤਾਂ ਕਿ ਇਹ ਨਹੀਂ ਕਿ ਰੇਤਾ ਲੈਣ ਲਈ ਉਹਨਾਂ ਨੂੰ ਜਿਹੜਾ ਉਹ ਖੱਡਾਂ 'ਚ ਜਾਣਾ ਪਵੇ। ਉਹਨਾਂ ਨੂੰ ਜਿਵੇਂ ਪਟਿਆਲੇ ਵਿੱਚ ਵੀ ਰੇਤਾ ਮਿਲਣਾ ਚਾਹੀਦਾ, ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਕਿ ਉਹ ਆਪਣੇ ਖਰਚੇ ਤੇ ਰੇਤਾ ਖੱਡਾਂ 'ਚੋਂ ਕਢਾ ਕੇ ਉਹਨਾਂ ਥਾਵਾਂ ਤੇ ਪਹੁੰਚਾਵੇ ਜਿੱਥੇ ਲੋਕਾਂ ਨੂੰ ਰੇਤਾ ਚਾਹੀਦਾ ਪਰ ਉੱਥੋਂ ਉਹ ਆ ਨਹੀਂ ਸਕਦੇ। ਪਰ ਜਿਹੜੇ ਲਿਆ ਸਕਦੇ ਆ ਉਹ ਲੈ ਆਉਣ, ਜਿਹੜੇ ਨਹੀਂ ਲਿਆ ਸਕਦੇ ਸਰਕਾਰ ਉਹ ਖਰਚੇ ਤੇ ਆਪਣੇ ਖਰਚੇ ਤੇ ਉੱਥੇ ਲਿਆਵੇ, ਲੋਕਾਂ ਕੋਲੋਂ ਖਰਚਾ ਲੈ ਲਵੇ ਜੋ ਪ੍ਰਤੀ ਕਿਲੋਮੀਟਰ ਪੈਂਦਾ ਹੈਗਾ। ਜੀ ਬਿਲਕੁਲ ਜੀ। ਤੇ ਨਾਲ ਹੀ ਜਿਹੜੇ ਰੇਤ ਦੇ ਡੀਲਰ ਹੁੰਦੇ ਨੇ, ਜਿਵੇਂ ਅਸੀਂ ਆਮ ਬਾਜ਼ਾਰਾਂ ਦੇ ਵਿੱਚੋਂ ਰੇਤ ਖਰੀਦ ਲੈਂਦੇ ਹਾਂ, ਵੱਡੇ ਵੱਡੇ ਡੰਪ ਬਣਾਏ ਹੁੰਦੇ ਨੇ, ਉਹਨਾਂ ਲਈ ਵੀ ਸਰਕਾਰ ਨੂੰ ਕੋਈ ਨਾ ਕੋਈ ਰੇਟ ਭਾਅ ਤੈਅ ਕਰਨ ਦੀ ਜ਼ਰੂਰਤ ਹੈ ਤਾਂ ਜੋ ਉਹਨਾਂ ਤੋਂ ਵੀ ਲੁੱਟ ਬਚਾਈ ਜਾ ਸਕੇ। ਕਿਉਂਕਿ ਸਾਨੂੰ ਹੁੰਦਾ ਸਿੱਧੇ ਤੌਰ ਦੇ ਉੱਤੇ ਘਰ ਦੇ ਨੇੜੇ ਕੋਈ ਡੰਪ ਆ, ਉੱਥੋਂ ਸਿੱਧੀ ਰੇਤ ਅਸੀਂ ਕਹਿੰਦੇ ਯਾਰ 2 ਟਰਾਲੀਆਂ ਭੇਜ ਦੇ, ਤਾਂ ਉਹ ਵੀ ਰੇਟ ਇੱਕ ਤਰ੍ਹਾਂ ਦੇ ਨਾਲ ਸਾਰੇ ਪੰਜਾਬ ਦੇ ਤੈਅ ਹੋ ਜਾਣੇ ਚਾਹੀਦੇ ਨੇ। ਆਪਣਾ ਖਰਚਾ ਕਰਕੇ ਉਹ ਵੀ ਉਸੇ ਹਿਸਾਬ ਦੇ ਨਾਲ ਮਿਲਣ ਤਾਂ ਲੋਕਾਂ ਨੂੰ ਥੋੜੀ ਜਿਹੀ ਰਾਹਤ ਜ਼ਰੂਰ ਮਿਲੇ ਜੀ। ਬਿਲਕੁਲ ਪ੍ਰਤੀ ਕਿਲੋਮੀਟਰ ਰੇਤ ਟਰਾਲੀ ਦਾ, ਟਰੈਕਟਰ ਦਾ ਜਾਂ ਟਿੱਪਰਾਂ ਦੇ ਫਿਕਸ ਹੋ ਜਾਣ। ਤੇ ਤੁਸੀਂ ਵੀ ਘਰ ਬਣਾ ਕੇ ਹਟੇ ਹੋ, ਤੁਸੀਂ ਵੀ ਇਸੇ ਦਾ ਤਜਰਬਾ ਦੱਸ ਰਹੇ ਹੋ ਕਿ ਨੇੜੇ ਲਿਆਉਣੀ ਪੈਂਦੀ ਹੈ ਰੇਤ, ਉੱਥੇ ਥੋੜੀ ਬਹੁਤੀ ਜਿਹੜੀ ਆ ਲੁੱਟ ਜ਼ਰੂਰ ਹੋ ਸਕਦੀ ਹੈ। ਬਿਲਕੁਲ ਜੀ ਜੀ। ਤੇ ਅਗਲੀ ਖਬਰ ਦੇ ਉੱਤੇ ਚਰਚਾ ਕਰਦੇ ਹਾਂ ਜੀ। ਆਪਾਂ ਪਹਿਲਾਂ ਜ਼ਿਕਰ ਕੀਤਾ ਸੀਗਾ ਬੇਅਦਬੀ ਇਨਸਾਫ ਮੋਰਚੇ ਦਾ, ਤੇ ਇੱਕ ਕੌਮੀ ਇਨਸਾਫ ਮੋਰਚਾ ਵੀ ਚੰਡੀਗੜ੍ਹ ਦੀ ਹੱਦ ਦੇ ਉੱਤੇ ਲੱਗਿਆ ਹੋਇਆ ਹੈ। ਪੱਕਾ ਮੋਰਚਾ ਹੈ, ਪੱਕੇ ਤਰੀਕੇ ਦੇ ਨਾਲ ਜਿਵੇਂ ਟਰਾਲੀਆਂ, ਟਰੈਕਟਰ, ਲੰਗਰ ਸਾਰਾ ਕੁਝ ਚੱਲਦਾ ਸੀਗਾ ਦਿੱਲੀ ਦੀਆਂ ਬਰੂਹਾਂ ਦੇ ਉੱਤੇ, ਉਸੇ ਤਰ੍ਹਾਂ ਹੀ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਵੀ ਸਿੱਖ ਜਥੇਬੰਦੀਆਂ ਡਟੀਆਂ ਹੋਈਆਂ ਨੇ। ਇਸੇ ਦੇ ਚੱਲਦੇ ਹੁਣ ਕਿਸਾਨ ਜਥੇਬੰਦੀਆਂ ਨੇ ਵੀ ਉਹਨਾਂ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਇਸ ਧਰਨੇ ਦਾ ਸਮਰਥਨ ਕਰਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਇਕੱਠ ਕਿਸਾਨਾਂ ਦਾ ਉੱਥੇ ਸ਼ਿਰਕਤ ਕਰੇਗਾ। ਬਿਲਕੁਲ ਉਹ ਮੁੱਦਾ ਵੀ ਜਿਹੜਾ ਸਾਡੇ ਬੰਦੀ ਸਿੰਘਾਂ ਦਾ ਗਰਮਾ ਚੁੱਕਿਆ ਹੋਇਆ ਹੁਣ। ਬਹੁਤ ਚਲੋ ਚੰਗੀ ਗੱਲ ਆ, ਦੇਰ ਆਇਦ ਦਰੁਸਤ ਆਇਦ, ਭਾਵੇਂ ਰਾਜਨੀਤਿਕ ਮੁੱਦਾ ਬਣ ਕੇ ਹੀ ਉਭਰਿਆ ਪਰ ਹੁਣ ਉਹ ਇੱਕ ਸਮਾਜਿਕ ਮੁੱਦਾ ਬਣ ਗਿਆ ਹੋਇਆ। ਉਹ ਧਾਰਮਿਕ ਮੁੱਦੇ ਦੇ ਵਿੱਚੋਂ ਸਮਾਜਿਕ ਵੀ ਬਣ ਗਿਆ ਕਿ ਹੋਰ ਵੀ ਬਹੁਤ ਸਾਰੇ ਲੋਕ ਅੰਦਰ ਨੇ ਜਿਨ੍ਹਾਂ ਨੂੰ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਉਹਨਾਂ ਨੂੰ ਤੁਸੀਂ ਛੱਡ ਨਹੀਂ ਰਹੇ ਹੈਗੇ। ਪਰ ਇਹ ਮੁੱਦਾ ਤਾਂ ਇੱਕ ਧਰਮ ਦੇ, ਸਿੱਖ ਧਰਮ ਦਾ ਇਸ ਟਾਈਮ ਕਹਿ ਸਕਦੇ ਪ੍ਰੈਸਟੀਜ ਇਸ਼ੂ ਬਣ ਗਿਆ ਹੋਇਆ ਜੀ ਚਾਰੇ ਪਾਸਿਓਂ। ਹੁਣ ਕਿਸਾਨ ਜਥੇਬੰਦੀਆਂ ਨੇ ਹਮਾਇਤ ਕਰ ਦਿੱਤੀ ਆ, ਉਹਦੇ ਨਾਲ ਕੁਝ ਹੋਰ ਜਥੇਬੰਦੀਆਂ ਵੀ ਜਿਹੜੀਆਂ ਆਉਣ ਵਾਲੇ ਦਿਨਾਂ ਵਿੱਚ ਜੁੜਨਗੀਆਂ। ਔਰ ਤੁਹਾਨੂੰ ਦੱਸ ਦਈਏ ਕਿ ਕੱਲ ਕਰਨਾਲ ਤੋਂ ਵੀ ਇੱਕ ਬਹੁਤ ਵੱਡਾ ਜਿਹੜਾ ਮਾਰਚ ਸ਼ੁਰੂ ਹੋਇਆ, ਉੱਥੇ ਲੋਕਾਂ ਨੇ ਪ੍ਰਦਰਸ਼ਨ ਆਪਣੇ ਨਵੇਕਲੇ ਢੰਗ ਨਾਲ ਕੀਤਾ। ਉੱਥੇ ਜਿਹੜੇ ਕੌਮੀ ਇਨਸਾਫ ਮੋਰਚੇ ਦੇ ਸਮਰਥਕ ਨੇ, ਉੱਥੋਂ ਦੇ ਲੋਕ ਜਿਹੜੀ ਮੰਗ ਕਰ ਰਹੇ ਨੇ ਹਰਿਆਣੇ ਵਾਲੇ, ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਚੇਨਾਂ ਪਾ ਕੇ, ਪੈਰਾਂ ਦੇ ਵਿੱਚ ਬੇੜੀਆਂ ਪਾ ਕੇ, ਗਲਾਂ ਦੇ ਵਿੱਚ ਚੇਨਾਂ ਲਟਕਾ ਕੇ ਇਹ ਮੰਗ ਕੀਤੀ ਆ। ਇਹ ਕੋਈ ਇੱਕ ਡਰਾਮਾ ਨਹੀਂ ਹੈਗਾ, ਇਹ ਆਪਣੇ ਆਪ ਦੇ ਵਿੱਚ ਸਾਡੇ ਸੰਵਿਧਾਨ ਨੂੰ, ਸਾਡੇ ਲੋਕਤੰਤਰ ਦੇ ਵਿੱਚ ਲੋਕਾਂ ਦੇ ਨਾਲ ਕੀ ਹੋ ਰਿਹਾ ਉਹਦਾ ਵਿਰੋਧ ਕਰਨ ਦਾ ਇੱਕ ਬਹੁਤ ਸਿੰਬੋਲਿਕ ਪੱਧਰ ਤੇ ਬਹੁਤ ਹੀ ਸਟਰੋਂਗ ਤਰੀਕਾ ਹੈ ਕਿ ਲੋਕ ਤੁਹਾਨੂੰ ਇਹ ਦੱਸ ਰਹੇ ਆ ਕਿ ਸਾਡੇ, ਕਿਉਂਕਿ ਸਿੱਖ ਗੱਲ ਕਰ ਰਹੇ ਨੇ ਤਾਂ ਉਹ ਦੱਸ ਰਹੇ ਨੇ ਕਿ ਸਿੱਖਾਂ ਨੂੰ ਇਸ ਵਕਤ ਗੁਲਾਮੀ ਦੇ ਵਿੱਚੋਂ ਲੰਘਣਾ ਪੈ ਰਿਹਾ। ਉਹਨਾਂ ਨੇ ਗਲਾਂ ਦੇ ਵਿੱਚ ਜੰਜੀਰਾਂ, ਹੱਥਾਂ ਦੇ ਵਿੱਚ ਚੇਨਾਂ, ਪੈਰਾਂ ਦੇ ਵਿੱਚ ਚੇਨਾਂ ਪਾ ਕੇ ਜਿਹੜਾ ਵਿਰੋਧ ਦਾ ਮਤਲਬ ਇਹ ਆ ਕਿ ਇਸ ਟਾਈਮ ਜਿਹੜੇ ਸਿੱਖ ਨੇ ਉਹ ਮਹਿਸੂਸ ਕਰ ਰਹੇ ਕਿ ਉਹਨਾਂ ਦੇ ਨਾਲ ਸੰਵਿਧਾਨਿਕ ਤੌਰ ਦੇ ਉੱਤੇ ਜਿਹੜਾ ਉਹ ਪੱਖਪਾਤ ਕੀਤਾ ਜਾ ਰਿਹਾ। ਕਿਉਂਕਿ ਬੰਦੀ ਸਿੰਘਾਂ ਨੂੰ ਨਾ ਛੱਡਣਾ ਦਾ ਮਤਲਬ ਇਹ ਨਹੀਂ ਕਿ ਉਹ 9 ਬੰਦੇ ਹੀ ਹੈ ਜਿਹੜੇ, ਇਹਦਾ ਮਤਲਬ ਪੂਰੀ ਕੌਮ ਮਹਿਸੂਸ ਕਰਨ ਲੱਗ ਪਈ ਆ ਹੁਣ ਕਿ ਸਾਡੇ ਨਾਲ ਧੋਖਾ ਹੋ ਰਿਹਾ। ਕਿਉਂਕਿ 84 ਦੇ ਵਿੱਚ ਸਾਡੇ ਨਾਲ ਧੋਖਾ ਹੋਇਆ, ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਫਿਰ 84 ਦੇ ਵਿੱਚ ਦਿੱਲੀ ਵਿੱਚ ਸਿੱਖਾਂ ਨੂੰ ਜਿਹੜਾ ਉਹ ਫੜ ਕੇ ਮਾਰਿਆ ਗਿਆ, ਉਹਨਾਂ ਦੀ ਨਸਲਕੁਸ਼ੀ ਕੀਤੀ ਗਈ। ਉਸ ਤੋਂ ਬਾਅਦ ਵੀ ਘਟਨਾਵਾਂ ਵਾਪਰੀਆਂ ਤੇ ਹੁਣ ਜਦੋਂ ਇਹ ਕੇਂਦਰ ਦਾ ਮਸਲਾ ਹੈ ਤਾਂ ਕਿਉਂ ਕੇਂਦਰ ਸਰਕਾਰ ਦਖਲ ਦੇ ਕੇ ਉਹਨਾਂ ਸਿੰਘਾਂ ਨੂੰ ਜਿਹੜਾ ਉਹ ਬਾਹਰ ਨਹੀਂ ਕੱਢਦੀ। ਇੱਥੇ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੋ ਰਹੀ ਹੈ। ਹੁਣ ਸਾਡਾ ਦੇਸ਼ ਕਹਿੰਦਾ ਕਿ ਅਸੀਂ ਮਨੁੱਖੀ ਅਧਿਕਾਰਾਂ ਦੀ ਜਦੋਂ ਗੱਲ ਕਰਦੇ ਹਾਂ ਤੇ ਸਾਡਾ ਦੇਸ਼ ਜਿਹੜਾ ਬਹੁਤ ਅੱਗੇ ਹੈ, ਪਰ ਇਸ ਮਸਲੇ ਦੇ ਵਿੱਚ ਕੇਂਦਰ ਸਰਕਾਰ ਜਾਂ ਦੂਸਰੀਆਂ ਸਰਕਾਰਾਂ ਇਸ ਟਾਈਮ ਬਿਲਕੁਲ ਨਿਸ਼ਾਨੇ ਤੇ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਪੱਖਪਾਤ ਹੋ ਰਿਹਾ ਔਰ ਜਿਹੜੇ ਬੰਦੀ ਸਿੰਘਾਂ ਨੂੰ ਅੰਦਰੋਂ ਨਹੀਂ ਰਿਹਾ ਕੀਤਾ ਜਾ ਰਿਹਾ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ, ਉਹਨਾਂ ਦੇ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ। ਔਰ ਇਹ ਵਿਰੋਧ, ਇਹ ਮੋਰਚੇ ਕਿਸੇ ਹੋਰ ਰੂਪ ਦੇ ਵਿੱਚ ਵੀ ਕੁਝ ਏਜੰਸੀਆਂ ਇਹਨਾਂ ਨੂੰ ਵਰਤ ਸਕਦੀਆਂ ਨੇ, ਜਿਵੇਂ ਬਾਹਰੋਂ ਏਜੰਸੀਆਂ ਵਰਤ ਰਹੀਆਂ ਨੇ, ਜਿਵੇਂ ਅਸੀਂ ਦੇਖਿਆ ਕਿ ਆਸਟ੍ਰੇਲੀਆ ਦੇ ਵਿੱਚ ਘਟਨਾ ਵਾਪਰੀ ਹੈ। ਸੋ ਇਹ ਕੋਈ ਐਡਾ ਸੌਖਾ ਜਿਹਾ ਨਹੀਂ ਲੱਗਦਾ। ਸਰਕਾਰਾਂ ਨੂੰ ਇਮੀਡੀਏਟਲੀ ਇਹਦੇ ਉੱਤੇ
ਮਾਨ ਸਰਕਾਰ ਨੂੰ ਵੀ ਇੱਥੋਂ ਕਰਨਾ ਚਾਹੀਦਾ ਫੈਸਲਾ, ਵਿਧਾਨ ਸਭਾ ਵਿੱਚ ਲਿਆਉਣਾ ਚਾਹੀਦਾ ਮਸਲਾ, ਉੱਥੋਂ ਲਿਆ ਕੇ ਕੇਂਦਰ ਸਰਕਾਰ ਤੇ ਪ੍ਰੈਸ਼ਰ ਜਿਹੜਾ ਉਹ ਪਾਉਣਾ ਚਾਹੀਦਾ ਜੀ। ਤੇ ਸਾਡੇ ਦਰਸ਼ਕ ਸਾਡੇ ਨਾਲ ਜੁੜਦੇ ਨੇ ਜੀ, ਉਹ ਵੀ ਕੋਈ ਨਾ ਕੋਈ ਅਪਡੇਟ ਸਾਨੂੰ ਦੇ ਹੀ ਦਿੰਦੇ ਨੇ। ਪਿੰਦਰ ਬਰਾੜ ਜੁੜੇ ਹੋਏ ਨੇ, ਉਹ ਕਹਿੰਦੇ ਨੇ ਜੀ ਭਾਰਤੀ ਕਿਸਾਨ ਯੂਨੀਅਨ ਜਿਹੜੀ ਸਿੱਧੂਪੁਰ ਵਾਲੀ ਹੈ ਉਹ ਅੱਜ ਉੱਥੇ ਪਹੁੰਚ ਰਹੀ ਹੈ, ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਿਰਕਤ ਕਰ ਰਹੀ ਹੈ। ਸੋ ਧੰਨਵਾਦ ਪਿੰਦਰ ਬਰਾੜ ਤੁਹਾਡਾ ਅਪਡੇਟ ਦੇਣ ਵਾਸਤੇ, ਤੇ ਇਹਦੀ ਜਿਵੇਂ ਪੁਸ਼ਟੀ ਹੋਏਗੀ ਉਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਾਂਗੇ ਜਦੋਂ ਇਹ ਜਥੇਬੰਦੀ ਪੂਰੀ ਤਰ੍ਹਾਂ ਨਾਲ ਉੱਥੇ ਪਹੁੰਚ ਜਾਏਗੀ ਜੀ। ਤੇ ਇਹਦੇ ਨਾਲ ਜੁੜੀ ਹੋਈ ਇੱਕ ਖਬਰ ਹੋਰ ਹੈ ਜੀ, ਕਿਸਾਨ ਯੂਨੀਅਨ ਆ ਜਿਹੜੀ ਡਕੌਂਦਾ, ਉਹਨਾਂ ਨੇ ਆਪਣੇ 3 ਆਗੂਆਂ ਨੂੰ ਜਥੇਬੰਦੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ, ਜਿਹਦੇ ਵਿੱਚੋਂ ਇੱਕ ਤਾਂ ਮਨਜੀਤ ਧਨੇਰ ਨੇ ਜੋ ਸੂਬਾ ਸੀਨੀਅਰ ਮੀਤ ਪ੍ਰਧਾਨ ਸੀਗੇ, ਤੇ 2 ਹੋਰ ਨੇ, ਇੱਕ ਉਹਨਾਂ ਦੇ ਸ਼ਾਇਦ ਪ੍ਰੈਸ ਸਕੱਤਰ ਨੇ। ਇਹਨਾਂ ਦੇ ਉੱਤੇ ਕਹਿੰਦੇ ਜੀ ਜਿਹੜੀਆਂ ਅਨੁਸ਼ਾਸਨੀ ਕਾਰਵਾਈ ਸੀ ਉਹ ਕੀਤੀ ਗਈ ਹੈ। ਇਹ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਏਕਤਾ ਦੇ ਵਿੱਚ ਵੀ ਇਹ ਮਸਲਾ ਚੱਲਿਆ, ਉੱਥੋਂ ਵੀ ਕੁਝ 28-29 ਪਿੰਡਾਂ ਨੇ ਰਲ ਕੇ ਕਿਹਾ ਕਿ ਅਸੀਂ ਆਪਣੀ ਯੂਨੀਅਨ ਬਣਾਵਾਂਗੇ। ਹੁਣ ਇਹ ਫੁੱਟ ਪੈ ਰਹੀ ਹੈ, ਔਰ ਪਿਛਲੇ ਦਿਨਾਂ ਵਿੱਚ ਤੁਸੀਂ ਭਾਰਤੀ ਕਿਸਾਨ ਯੂਨੀਅਨ ਜਿੰਨੀਆਂ ਇਕੱਠੀਆਂ ਹੋਈਆਂ ਸੀ, ਜਿਨ੍ਹਾਂ ਨੇ ਅੰਦੋਲਨ ਚਲਾਇਆ ਸੀ, SKM ਬਣਾਇਆ ਸੀ, ਉਹਦੇ ਵਿੱਚੋਂ ਬਲਬੀਰ ਸਿੰਘ ਰਾਜੇਵਾਲ ਵੱਖਰੇ ਹੋ ਕੇ ਜਿਹੜੀ ਹੈ ਉਹ ਚੋਣ ਲੜਨ ਆ ਗਏ ਸੀ ਪੰਜਾਬ ਦੀ। ਸੋ ਇਹ ਫੁੱਟਾਂ ਜਿਹੜੀਆਂ ਨੇ ਇਹ ਕਿਸਾਨ ਯੂਨੀਅਨਸ ਵੱਲੋਂ ਜਿਹੜਾ ਏਕਾ ਬਣਾ ਕੇ ਰੱਖਿਆ ਗਿਆ ਹੈ ਆਪਣੀਆਂ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ, ਇਹ ਮਾੜਾ ਹੈ। ਇਹ ਟੁੱਟ ਭੱਜ ਜਿਹੜੀ ਆ ਇਹ ਮਾੜੀ ਹੈ ਇਸ ਏਕੇ ਦੇ ਵਿੱਚ। ਇਹਦੇ ਨਾਲ ਮੋਰਚਾ ਕਮਜ਼ੋਰ ਹੋਏਗਾ, ਅੰਦੋਲਨ ਕਮਜ਼ੋਰ ਹੋਏਗਾ, ਔਰ ਸਰਕਾਰ ਨੂੰ ਇੱਕ ਪੁਆਇੰਟ ਮਿਲ ਗਿਆ ਕਿ ਕਿਵੇਂ ਇਹਨਾਂ ਨੂੰ ਤੋੜਿਆ ਜਾ ਸਕਦਾ। ਆਪਣੇ ਡਿਫਰੈਂਸਿਸ ਕੱਢ ਕੇ ਇਹਨਾਂ ਨੂੰ ਇਕੱਠੇ ਰਹਿਣਾ ਚਾਹੀਦਾ। ਇੰਨੀਆਂ ਯੂਨੀਅਨਸ ਹੋ ਗਈਆਂ ਨੇ, ਲਿਸਟ ਬਣਾਉਣੀ ਪੈਂਦੀ ਆ, ਕੋਈ ਦੁਆਬੇ 'ਚ ਬਣੀ ਹੋਈ ਆ, ਕੋਈ ਅੰਮ੍ਰਿਤਸਰ 'ਚ ਬਣੀ ਹੋਈ ਆ, ਕੋਈ ਬਠਿੰਡੇ 'ਚ ਬਣੀ ਹੋਈ ਆ, ਕੋਈ ਪਟਿਆਲੇ 'ਚ ਬਣੀ ਹੋਈ ਆ। ਅਸੀਂ ਕਿਉਂ ਨਹੀਂ ਇਕੱਠੇ ਹੋ ਸਕਦੇ? ਇਹੀ ਸਾਡੀ ਸਭ ਤੋਂ ਵੱਡੀ ਕਿਸਾਨਾਂ ਦੀ ਕਮਜ਼ੋਰੀ ਦਾ ਫਾਇਦਾ ਸਰਕਾਰਾਂ ਉਠਾਉਂਦੀਆਂ ਨੇ ਕਿ ਕਿਸਾਨ ਕਦੇ ਇਕੱਠਾ ਨਹੀਂ ਹੋ ਸਕਦਾ, ਤੇ ਜੇ ਇਹ ਇਕੱਠੇ ਨਹੀਂ ਹੋਣਗੇ ਤਾਂ ਇਹ ਆਪਣੀਆਂ ਮੰਗਾਂ ਨਹੀਂ ਮਨਵਾ ਸਕਣਗੇ। ਔਰ ਇਹਦਾ ਵੱਡਾ ਸਬੂਤ ਕਿਸਾਨ ਅੰਦੋਲਨ ਸੀ ਕਿ ਜਦੋਂ ਉਹ MSP ਦੇ ਮੁੱਦੇ ਦੇ ਉੱਤੇ, 3 ਖੇਤੀ ਕਾਨੂੰਨਾਂ ਦੇ ਮੁੱਦੇ ਦੇ ਉੱਤੇ ਇਕੱਠੇ ਹੋਏ ਸੀ ਤਾਂ ਉਹ ਜਿੱਤ ਗਏ ਸੀ, ਤੇ ਜਦੋਂ ਇਹ ਵਾਪਸ ਆ ਗਏ ਤਾਂ ਇਹ ਵੱਖ-ਵੱਖ ਯੂਨੀਅਨਸ ਬਣ ਗਏ, ਤੇ ਫਿਰ ਹੁਣ ਇਹਨਾਂ ਦੇ ਵਿੱਚ ਦਰਾੜਾਂ ਪੈਣੀਆਂ ਸ਼ੁਰੂ ਹੋ ਗਈਆਂ। ਜੇ ਇਹ ਇੰਝ ਹੀ ਦਰਾੜਾਂ ਪੈਂਦੀਆਂ ਰਹਿ ਰਹੀਆਂ ਤਾਂ ਫਿਰ ਕੇਂਦਰ ਸਰਕਾਰ, ਪਤਾ ਲੱਗ ਰਿਹਾ ਸਾਨੂੰ ਕਿਸੇ ਢੰਗ ਨਾਲ ਕਿ ਸਰਕਾਰ ਕਿਸੇ ਹੋਰ ਢੰਗ ਦੇ ਨਾਲ ਕਾਰਪੋਰੇਟ ਅਦਾਰਿਆਂ ਨੂੰ ਖੇਤੀਬਾੜੀ ਵਿੱਚ ਲਿਆਉਣ ਦਾ ਢੰਗ ਰਾਹ ਲੱਭ ਰਹੀ ਆ। ਤੇ ਜੇ ਇਸ ਢੰਗ ਨਾਲ ਯੂਨੀਅਨ ਬਿਖਰਦੀਆਂ ਰਹੀਆਂ ਤੇ ਫਿਰ ਸਰਕਾਰ ਨੇ ਦੁਬਾਰਾ ਫਿਰ ਤੁਹਾਡੇ ਲਈ ਕੋਈ ਨਾ ਕੋਈ ਸਮੱਸਿਆ ਖੜੀ ਕਰ ਦੇਣੀ ਆ। ਵੈਸੇ ਪਤਾ ਲੱਗਿਆ ਕਿ ਸਾਰੀਆਂ ਕਿਸਾਨ ਯੂਨੀਅਨ ਜਿਹੜੀਆਂ ਉਹ ਮਾਰਚ ਦੇ ਮਹੀਨੇ ਵਿੱਚ ਦਿੱਲੀ ਜਾ ਰਹੀਆਂ ਨੇ ਵਿਰੋਧ ਪ੍ਰਗਟ ਕਰਨ ਵਾਸਤੇ, ਕਿਉਂਕਿ ਕੇਂਦਰ ਸਰਕਾਰ ਨੇ ਜੋ ਵਾਅਦੇ ਕੀਤੇ ਆ ਉਹਨਾਂ ਨੂੰ ਹਾਲੇ ਤੱਕ ਪੁਗਾਇਆ ਨਹੀਂ। ਨਾ ਕੇਸ ਵਾਪਸ ਹੋਏ ਆ, ਨਾ MSP ਤੇ ਕਮੇਟੀ ਬਣੀ ਹੈ, ਤੇ ਨਾ ਹੀ ਬਾਕੀ ਮੁੱਦੇ ਜਿੰਨੇ ਵੀ ਮੁੱਦੇ ਸੀਗੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋ ਸਕੀ ਹੈ। ਬਿਲਕੁਲ ਜੀ। ਤੇ ਅਗਲੀ ਖਬਰ ਦੇ ਉੱਤੇ ਚਰਚਾ ਕਰਦੇ ਹਾਂ। ਅਗਲੀ ਖਬਰ ਦਿੱਲੀ ਤੋਂ ਲੈਂਦੇ ਹਾਂ ਆਪਾਂ। ਦਿੱਲੀ ਨਗਰ ਨਿਗਮ ਚੋਣਾਂ ਹੋਈਆਂ, 2 ਵਾਰ ਮੇਅਰ ਦੀ ਚੋਣ ਹੁੰਦੇ ਰਹਿ ਗਈ, ਤੇ ਅੱਜ ਇੱਕ ਵਾਰ ਫਿਰ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਹੈ। ਪਰ ਜਿਹੋ ਜਿਹੇ ਹਾਲਾਤ ਜਿਵੇਂ ਚੰਡੀਗੜ੍ਹ ਦੇ ਵਿੱਚ ਬਣ ਗਏ ਸੀ ਉਹੋ ਜੇ ਨਾ ਬਣਨ ਇਹਦੀ ਸੰਭਾਵਨਾ ਰਹੇਗੀ, ਕਿਉਂਕਿ ਜਿਹੜਾ ਥੋੜਾ ਜਿਹਾ ਬਹੁਮਤ ਆ ਉਹ ਆਮ ਆਦਮੀ ਪਾਰਟੀ ਦੇ ਕੋਲ ਦਿੱਲੀ ਨਗਰ ਨਿਗਮ ਚੋਣਾਂ ਦੇ ਵਿੱਚ ਹੈਗਾ। ਅੱਜ ਉਹਦੇ ਉੱਤੇ ਅਸੀਂ ਵੀ ਥੋੜੀ ਜੀ ਨਜ਼ਰ ਜ਼ਰੂਰ ਰੱਖਾਂਗੇ ਕਿ ਦਿੱਲੀ ਨਗਰ ਨਿਗਮ ਚੋਣਾਂ ਦੇ ਵਿੱਚ ਮੇਅਰ ਨੂੰ ਲੈ ਕੇ ਫਿਰ ਹੰਗਾਮਾ ਹੁੰਦਾ ਹੈ ਜਾਂ ਫਿਰ ਅੱਜ ਮੇਅਰ ਦੇ ਨਾਮ ਦੇ ਉੱਤੇ ਮੋਹਰ ਲੱਗ ਜਾਂਦੀ ਹੈ। ਬਿਲਕੁਲ ਜੀ, ਇਹ ਡਰ ਬਣਿਆ ਹੋਇਆ ਉੱਥੇ ਵੀ ਆਮ ਆਦਮੀ ਪਾਰਟੀ ਨੂੰ ਕਿ ਕਿਤੇ ਉਹਨਾਂ ਦੇ ਜਿਹੜੇ ਕਾਉਂਸਲਰਸ ਨੇ ਉਹ ਭਾਰਤੀ ਜਨਤਾ ਪਾਰਟੀ ਦੀ ਗੋਦੀ ਵਿੱਚ ਨਾ ਜਾ ਕੇ ਬਹਿ ਜਾਣ, ਜਿਸ ਤਰ੍ਹਾਂ ਕਿ ਵੇਖੋ ਚੰਡੀਗੜ੍ਹ ਦੇ ਵਿੱਚ ਹੋ ਚੁੱਕਿਆ ਹੋਇਆ। ਸੋ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਤੇ ਰਹੇਗੀ, ਕਿਉਂਕਿ ਵੱਡੀ ਪਾਰਟੀ ਹੈ, ਸਾਧਨ ਉਹਨਾਂ ਕੋਲੇ ਜ਼ਿਆਦਾ ਨੇ, ਬਹੁਤ ਸਾਰੇ ਲਾਲਚ ਦੇ ਸਕਦੇ ਨੇ, ਬਹੁਤ ਸਾਰੀਆਂ ਪਦਵੀਆਂ ਆਫਰ ਕਰ ਸਕਦੇ ਆ। ਇਹ ਦੋਸ਼ ਪਹਿਲਾਂ ਵੀ ਜਿਹੜੇ ਲੱਗੇ ਹੋਏ ਆ, ਕੁਝ ਨਾ ਕੁਝ ਕਹਿ ਕੇ ਕੋਸ਼ਿਸ਼ ਹੋਏਗੀ ਕਿ ਭਾਰਤੀ ਜਨਤਾ ਪਾਰਟੀ, ਜਿਵੇਂ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਭਾਵੇਂ ਜਿੱਤੇ ਆਮ ਆਦਮੀ ਪਾਰਟੀ ਪਰ ਮੇਅਰ ਸਾਡਾ ਬਣੂਗਾ, ਇੰਨੇ ਦਾਅਵੇ ਨਾਲ ਕਹਿਣ ਦਾ ਮਤਲਬ ਇਹ ਆ ਕਿ ਅੰਦਰ ਖਾਤੇ ਕੋਈ ਨਾ ਕੋਈ ਡਰ ਹੈ। ਪਰ ਦੇਖਦੇ ਹਾਂ ਅੱਜ ਸਾਰੇ ਦਿਨ ਦੇ ਵਿੱਚ ਕੀ ਹੁੰਦਾ। ਤੁਹਾਡੇ ਨਾਲ ਖਬਰ ਜਿਹੜੀ ਆ ਉਹ ਸਾਂਝੀ ਕਰਦੇ ਰਵਾਂਗੇ, ਸਾਨੂੰ ਇਸੇ ਤਰ੍ਹਾਂ ਤੁਸੀਂ ਵੇਖਦੇ ਰਹੋ। ਬਿਲਕੁਲ ਜੀ। ਕੌਰ ਸਿੰਘ ਸਾਡੇ ਨਾਲ ਜੁੜਦੇ ਨੇ, ਰੋਜ਼ਾਨਾ ਸਾਡੇ ਦਰਸ਼ਕ ਨੇ। ਕੌਰ ਸਿੰਘ ਹੋਰੀ ਕਹਿੰਦੇ ਨੇ ਕਿ ਸਿੱਧੂਪੁਰ ਜਥੇਬੰਦੀ ਦੀ ਇੱਕ ਬੱਸ ਭਰ ਕੇ ਪੂਰੇ ਸਵੇਰੇ 6 ਵਜੇ ਸਾਡੇ ਪਿੰਡ ਤੋਂ ਵੀ ਰਵਾਨਾ ਹੋ ਚੁੱਕੀ ਹੈ ਕੌਮੀ ਇਨਸਾਫ ਮੋਰਚੇ ਵਾਸਤੇ। ਸੋ ਮਿਹਰਬਾਨੀ ਕੌਰ ਸਿੰਘ ਜੀ, ਤੁਸੀਂ ਵੀ ਅਪਡੇਟ ਦੇ ਦਿੱਤੀ ਹੈ, ਤੇ ਅੱਜ ਸਾਡਾ ਵੀ ਪੂਰਾ ਧਿਆਨ ਉਸੇ ਮੋਰਚੇ ਵੱਲ ਰਹੇਗਾ, ਕਿਉਂਕਿ ਕਿਸਾਨ ਆਗੂਆਂ ਦਾ ਇੱਕ ਬੋਲਣ ਦਾ ਲਹਿਜ਼ਾ, ਉਹਨਾਂ ਦਾ ਬਿਆਨ ਦੇਣ ਦਾ ਜਿਹੜਾ ਤਰੀਕਾ ਹੁੰਦਾ ਉਹ ਬੜਾ
ਵਧੀਆ ਹੁੰਦਾ ਜਿਹੜਾ ਸਰਕਾਰਾਂ ਤੱਕ ਸਿੱਧੀ ਪਹੁੰਚ ਕਰਦਾ। ਵੈਸੇ ਤਾਂ ਸਿੱਖ ਆਗੂ ਵੀ ਪੂਰੇ ਧੜੱਲੇ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ, ਪਰ ਜਦੋਂ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਉਦੋਂ ਪ੍ਰੈਸ਼ਰ ਜ਼ਿਆਦਾ ਬਣਨਾ ਸ਼ੁਰੂ ਹੋ ਜਾਂਦਾ ਹੈ। ਤੇ ਅਗਲੀ ਖਬਰ ਦੇ ਉੱਤੇ ਚਰਚਾ ਕਰਦੇ ਹਾਂ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਪਰੀਮ ਕੋਰਟ ਨੇ ਕੱਲ੍ਹ ਝਟਕਾ ਦਿੱਤਾ ਸੀ। ਨਜ਼ਰਸਾਨੀ ਪਟੀਸ਼ਨ ਪਾਈ ਗਈ ਸੀ ਫੈਸਲੇ ਦੇ ਖਿਲਾਫ, ਪਰ ਉਹ ਰੱਦ ਕਰ ਦਿੱਤੀ ਗਈ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਲਦ ਹੀ ਹਰਿਆਣਾ ਦੇ ਗੁਰੂ ਧਾਮਾਂ ਦਾ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਛੱਡਣਾ ਪਵੇਗਾ। ਦੇਖੋ, ਕਾਨੂੰਨੀ ਤੌਰ ਤੇ ਤਾਂ ਜਿਹੜੀ ਹੈ ਉਹ SGPC ਦੀ ਜਿਹੜੀ ਰਿਟ ਪਟੀਸ਼ਨ ਹੈ ਉਹ ਰੱਦ ਹੋਣ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਹੁਣ ਹਰਿਆਣਾ ਸਰਕਾਰ ਜਿਹੜਾ ਉਹ ਆਪਣਾ ਅਗਲਾ ਪੈਂਤੜਾ ਲਿਆਏਗੀ ਕਿ ਜਿਹੜੇ ਸਿੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੇ ਹਰਿਆਣੇ ਦੇ ਵਿੱਚ, ਉਹਨਾਂ ਨੂੰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹਵਾਲੇ ਪੂਰੀ ਤਰ੍ਹਾਂ ਕਰ ਦਿੱਤਾ ਜਾਵੇ, ਕਿਉਂਕਿ ਹੁਣ ਤੱਕ ਹਾਲੇ ਇਹ SGPC ਦੇ ਅੰਡਰ ਹੀ ਚੱਲਦੇ ਪਏ ਆ ਔਰ ਉੱਥੇ ਉਹਨਾਂ ਦੇ ਇੰਪਲਾਈਜ਼ ਵੀ ਨੇ। ਹੁਣ ਵੱਡੀ ਸਮੱਸਿਆ ਇਹ ਖੜੀ ਹੁੰਦੀ ਹੈ ਕਿ ਜਿਹੜੇ ਉੱਥੇ ਇੰਪਲਾਈਜ਼ ਹੋਣਗੇ ਕਿ ਉਹਨਾਂ ਨੂੰ ਹਰਿਆਣਾ ਗੁਰਦੁਆਰਾ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹ ਰੱਖੇਗੀ ਜਾਂ ਉਹਨਾਂ ਨੂੰ SGPC 'ਚ ਵਾਪਸ ਭੇਜਿਆ ਜਾਏਗਾ। ਇਹ ਇੱਕ ਵੱਡੀ ਸਮੱਸਿਆ ਖੜੀ ਹੋਣੀ ਹੈ। ਫਿਰ ਉੱਥੇ ਜਿਹੜੇ ਅਸੈਟਸ ਬਣੇ ਹੋਏ ਆ SGPC ਦੇ, ਕਿ ਉਹ ਉੱਥੇ ਹੀ ਰਹਿ ਜਾਣਗੇ ਜਾਂ ਉਹ ਵਾਪਸ ਆਉਣਗੇ। ਸੋ ਇਹ ਕਾਨੂੰਨੀ ਨੁਕਤੇ, ਇਹਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਟ੍ਰਾਂਜੈਕਸ਼ਨ ਹੋਣੀ ਹੈ, ਟ੍ਰਾਂਜੀਸ਼ਨ ਹੋਣੀ ਹੈ, ਬਦਲਾਅ ਹੋਣਾ, ਇਹਦੇ ਉੱਤੇ ਕੀ ਫਾਰਮੂਲੇ ਅਪਣਾਏ ਜਾਂਦੇ ਆ, ਇਹਦੇ ਵਿੱਚੋਂ ਵੀ ਕਈ ਸਮੱਸਿਆਵਾਂ ਜਿਹੜੀਆਂ ਨਿਕਲਣਗੀਆਂ। ਪਰ ਇਹਦੇ ਨਾਲ ਨਾਲ ਇੱਕ ਗੱਲ ਜਿਹੜੀ ਕੱਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕਹੀ ਹੈ ਕਿ ਜੇਕਰ ਇਹ ਇੰਜ ਹੋ ਗਿਆ ਤਾਂ ਫਿਰ ਤੁਸੀਂ ਸਮਝੋ ਕਿ ਹਿਮਾਚਲ ਦੇ ਵਿੱਚ ਵੀ ਵੱਖਰੀ ਕਮੇਟੀ ਬਣੇਗੀ ਤੇ ਆਪਾਂ ਨੂੰ ਫਿਰ ਇਹ ਤਿਆਰੀ ਕਰਨੀ ਚਾਹੀਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੇਂਦਰ ਦੇ ਕਬਜ਼ੇ ਚੋਂ ਕਢਾਉਣ ਲਈ ਪ੍ਰਬੰਧ ਕੀਤੇ ਜਾਣ। ਸੋ ਤੇ ਦੂਸਰਾ ਉਹਨਾਂ ਨੇ ਇਹ ਗੱਲ ਕੀਤੀ ਕਿ ਸਾਨੂੰ ਸਿੱਖ ਗੁਰਦੁਆਰਾ ਐਕਟ ਬਣਾ ਕੇ ਉਹਦਾ ਮਸੌਦਾ ਬਣਾ ਕੇ ਕੇਂਦਰ ਨੂੰ ਭੇਜਣਾ ਚਾਹੀਦਾ। ਦੇਖੋ, ਜਥੇਦਾਰ ਸਾਹਿਬ ਦਾ ਬਿਆਨ ਸਹੀ ਹੈ। ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਡਰ ਪ੍ਰਗਟ ਕੀਤੇ ਆ ਉਹਨਾਂ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਕਿ ਸਿੱਖਾਂ ਦੇ ਵਿੱਚ ਇੰਟਰਫੇਰੈਂਸ ਕੀਤੀ ਜਾ ਰਹੀ ਹੈ, ਪਰ ਉਹਨਾਂ ਦੇ ਬਿਆਨ ਤੋਂ ਇੱਕ ਗੱਲ ਤਾਂ ਬੜੀ ਸਪਸ਼ਟ ਹੋ ਗਈ ਹੈ ਕਿ SGPC ਨੇ ਮੰਨ ਲਿਆ ਕਿ ਸਾਡੇ ਹੱਥੋਂ ਹੁਣ ਹਰਿਆਣਾ ਜਿਹੜਾ ਉਹ ਚਲਿਆ ਗਿਆ, ਕਿਉਂਕਿ ਇਹਨਾਂ ਨੇ ਜਿਵੇਂ ਕਹਿ ਦਿੱਤਾ ਕਿ SGPC ਨੂੰ ਪ੍ਰਬੰਧ ਕਰਨਾ ਚਾਹੀਦਾ ਹੁਣ ਕਿ ਅਸੀਂ ਜਿਹੜੀ ਆ ਉਹ ਪੰਜਾਬ ਵਿੱਚ SGPC ਆਪਣੇ ਢੰਗ ਨਾਲ ਚਲਾ ਸਕੀਏ। ਸੋ ਅਸੀਂ ਇੱਥੇ ਹਾਰਤਾ ਜਿਹੜੀ ਮੰਨ ਗਿਆ। ਦੂਸਰੀ ਗੱਲ ਉਹਨਾਂ ਨੇ ਕੀਤੀ, ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦੀ ਇਹਦੀ ਬਹੁਤ ਦੇਰ ਤੋਂ ਗੱਲ ਚੱਲਦੀ ਆ ਰਹੀ ਹੈ, ਬਹੁਤ ਦੇਰ ਤੋਂ, ਪਰ ਕੀ ਕੇਂਦਰ ਸਰਕਾਰ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਹਰਿਆਣੇ 'ਚ ਵੀ ਉਹਨਾਂ ਦੀ ਹੈ, ਜਦੋਂ ਉਹਨਾਂ ਨੇ SGPC ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਉਠਾਏ ਆਬਜੈਕਸ਼ਨ ਦਾ ਸਪੋਰਟ ਨਹੀਂ ਕੀਤੀ SGPC ਦੀ, ਤਾਂ ਉਹ ਆਲ ਇੰਡੀਆ ਸਿੱਖ ਗੁਰਦੁਆਰਾ ਦਾ ਮਸੌਦਾ ਜਿਹੜਾ ਭੇਜੋਗੇ ਕੀ ਉਹ ਵਿਚਾਰਿਆ ਜਾਏਗਾ? ਇਹ ਸੰਭਵ ਨਹੀਂ ਲੱਗਦਾ ਔਰ ਨਾ ਹੀ ਸਾਨੂੰ ਉੱਥੇ ਇਸ ਕਿਸਮ ਦੀ ਸਪੋਰਟ ਮਿਲਣੀ ਲੱਗਦੀ। ਹਾਂ, ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਭਵਿੱਖ ਵਿੱਚ, ਕਦੇ ਜਿਵੇਂ ਕਿਸੇ ਵਕਤ ਗੁਰਦੁਆਰਾ SGPC ਬਣੀ ਸੀ, ਹੋ ਸਕਦਾ ਭਵਿੱਖ ਦੇ ਵਿੱਚ ਕਦੇ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਵੀ ਬਣ ਸਕਦਾ। ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਜੀ, ਕਾਲਰ ਲਾਈਨ ਤੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਕਿੱਥੋਂ ਬੋਲਦੇ ਹੋ? ਮੈਂ ਭਾਈ ਕਰਸੇਵ ਬੋਲਦਾ ਹਾਂ ਸਰ ਜੀ। ਰਾਤੀ ਨਾ 1:30 ਵਜੇ ਦੀ ਗੱਲ ਆ, ਰਾਤ ਇੱਕ ਦੋ ਬੰਦੇ ਵਿਚਾਰੇ ਰਾਤ ਗਲੀ 'ਚ ਵਾਜਾਂ ਮਾਰਨ ਥੱਲੇ। ਅੱਛਾ, ਮੈਂ ਉੱਠਿਆ, ਉੱਠ ਕੇ ਜਦੋਂ ਦੇਖਿਆ ਤੇ ਉਹ ਮੈਨੂੰ ਕਹਿੰਦੇ ਸਾਡਾ ਬੰਦਾ ਨਾ ਇੱਥੇ ਲੋਕੇਸ਼ਨ ਹੈ, ਇੱਥੇ ਬੰਦਾ ਸਾਡਾ ਯਾਨੀ ਕਿ ਗਾਇਬ ਹੋਇਆ ਏ। ਅੱਛਾ, ਬੰਦੇ ਨੂੰ ਰਾਤ ਬੰਦੇ ਬੂਹਾ ਮਾਰ ਕੇ ਅੰਦਰ ਬੰਦ ਕਰਕੇ ਅਸੀਂ ਲੱਗ ਕੇ ਬੰਦਾ 2:30 ਵਜੇ ਕੱਢ ਕੇ ਬਰਸਾਤ ਕਿੰਨੀ ਵਜੇ ਫੋਨ ਆਇਆ 112 ਤੇ, ਕੋਈ ਬੰਦਾ ਨਹੀਂ ਆਇਆ। ਜੋ ਵਿਚਾਰਿਆਂ ਨੂੰ ਮੇਰੇ ਘਰਦਿਆਂ ਨੂੰ ਸੌਂਪ ਕੱਟਿਆਂ ਦੀ ਲੈ ਜਾਵੇ। ਕਿੱਥੋਂ ਬੋਲਦੇ ਹੋ ਤੁਸੀਂ? ਲੁਧਿਆਣੇ ਤੋਂ। ਲੁਧਿਆਣੇ। ਅੱਛਾ, ਮਾਮਲਾ ਕੀ ਸੀਗਾ, ਕਿਉਂ ਬੰਦ ਕੀਤਾ ਗਿਆ, ਕੁਝ ਉਹਦਾ ਵੀ ਥੋੜਾ ਜਿਹਾ ਦੱਸ ਦਿਓ। ਭਾਜੀ ਗੱਲ ਇਸ ਤਰ੍ਹਾਂ ਹੋਈ ਕਿ ਉਹ ਬੰਦੇ ਨੇ ਕਿਤੇ ਪੈਕ ਪੁੱਕ ਲਾਇਆ ਸੀਗਾ, ਮੁੰਡਾ ਸੀ 17-18 ਸਾਲ ਦਾ। ਉਹ ਬੰਦੇ ਜਿਹੜੇ ਆ ਉਹ ਹੈਗੇ ਆ ਜਾਨੀ ਹੱਥ ਖਰਚ ਡੇਅਰੀ 'ਚ ਕੰਮ ਕਰਦੇ ਆ ਜੀ। ਉਹ ਤਾਲਾ ਲਾ ਕੇ ਬੰਦੇ ਨੂੰ ਆਪ ਪਤਾ ਨਹੀਂ ਕਿੱਧਰ ਚਲੇ ਗਏ ਰਾਤ ਦੇ। ਅੱਛਾ ਜੀ। ਜੀ, ਲੱਭੇ ਹੀ ਨਹੀਂ ਬੰਦੇ, ਅਜੇ ਤੱਕ ਨਹੀਂ ਲੱਭੇ। ਫਿਰ ਰਾਤ ਫੋਨ ਕਰੀ ਜਾਂਦਾ ਵੀ ਮੁਲਾਜ਼ਮਾਂ ਭੇਜੋ। ਉਹ 2 ਵਾਰੀ ਮੇਰਾ ਫੋਨ ਚੱਕ ਕੇ ਉਹਨਾਂ ਕਿਹਾ ਜੀ ਤੁਸੀਂ ਬੰਦਾ ਛੱਡ ਦੋ। ਆ ਕੇ ਵੀ ਭਰਾਵਾ ਛੱਡਿਆ ਜੀ, ਉਹ ਮਾਲਕ ਆ ਕੇ ਲੈ ਕੇ ਚਲਾ ਜੀ। ਆ ਜੀ ਜੀ, ਮਿਹਰਬਾਨੀ ਜੀ। ਕਹਿੰਦੇ ਪੁਲਿਸ ਨੂੰ ਅਸੀਂ ਫੋਨ ਕਰਿਆ ਸੀਗਾ ਪਰ ਪੁਲਿਸ ਨਹੀਂ ਪਹੁੰਚੀ, ਪਰ ਮਾਮਲਾ ਥੋੜਾ ਜਿਹਾ ਆਪਸੀ ਰੰਜਿਸ਼ ਦਾ ਵੀ ਹੋ ਸਕਦਾ ਹੈ ਤੇ ਅਕਸਰ ਇਹ ਵੀ ਹੁੰਦਾ ਹੈ ਕਿ ਜਿਹੜੇ ਜਿਵੇਂ ਡੇਅਰੀ ਦਾ ਉਤਪਾਦ ਹੋ ਗਏ ਜਾਂ ਖੇਤੀ ਸੈਕਟਰ ਦੇ ਵਿੱਚ ਕਈ ਵਾਰ ਨਾ
ਕਾਮਿਆਂ ਨੂੰ ਬੰਦਕ ਵੀ ਬਣਾ ਲਿਆ ਜਾਂਦਾ ਹੈ ਕਿ ਉਹਨਾਂ ਤੋਂ ਕੰਮ ਲਿਆ ਜਾਵੇ, ਉਹਨਾਂ ਨੂੰ ਅੰਦਰ ਖਾਤੇ ਹੀ ਕੈਦ ਦੇ ਵਿੱਚ ਇੱਕ ਤਰ੍ਹਾਂ ਦਾ ਰੱਖਿਆ ਜਾਂਦਾ। ਕਾਫੀ ਜਿਹੜੀਆਂ ਸੁਸਾਇਟੀਜ਼ ਨੇ, NGOs ਨੇ, ਉਹ ਅਜਿਹੇ ਲੋਕਾਂ ਨੂੰ ਛੁਡਵਾ ਵੀ ਰਹੀਆਂ ਨੇ ਜੀ। ਬਿਲਕੁਲ, ਵੈਸੇ ਤੇ ਗੱਲ ਠੀਕ ਹੈ ਇਹਨਾਂ ਦੀ ਕਿ ਜੇ ਪੁਲਿਸ ਨੇ ਫੋਨ ਨਹੀਂ ਚੱਕਿਆ ਤੇ ਇਹ ਗੱਲ ਜਿਹੜੀ ਜ਼ਿਆਦਾ ਚਿੰਤਾ ਵਾਲੀ ਜੀ ਹੈ। ਬਿਲਕੁਲ, ਉਹ ਬੰਦੇ ਨੂੰ ਬੰਦੀ ਕਿਉਂ ਬਣਾਇਆ, ਉੱਥੇ ਰੱਖਿਆ ਗਿਆ, ਜਿਵੇਂ ਇਹਨਾਂ ਨੇ ਦੱਸਿਆ ਕਿ ਕਿੰਨੀ ਕੁ ਉਮਰ ਉਹਦੀ। ਪੁਲਿਸ ਨੂੰ ਚਾਹੀਦਾ ਸੀ ਕਿ ਉੱਥੇ ਫਟਾਫਟ ਪਹੁੰਚਦੇ, ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਸੀ, ਉੱਥੇ ਬਿਲਕੁਲ ਬਿਲਕੁਲ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਅਣਗਹਿਲੀ ਸੀ। ਹੈ ਪੁਲਿਸ ਦੀ। ਪੁਲਿਸ ਨੂੰ ਇਮੀਡੀਏਟਲੀ ਜਿਹੜਾ ਉਹ ਰਿਸਪੌਂਡ ਕਰਨਾ ਚਾਹੀਦਾ ਹੈ, ਬਾਕੀ ਥਾਵਾਂ ਤੇ ਵੀ ਕਰਨਾ ਚਾਹੀਦਾ। ਲੋਕੀ ਜਦੋਂ ਮੁਸ਼ਕਲ ਵਿੱਚ ਆਉਂਦੇ ਆ ਨਾ ਤੇ ਸਭ ਤੋਂ ਪਹਿਲਾਂ ਪੁਲਿਸ ਨੂੰ ਯਾਦ ਕਰਦੇ ਆ। ਪੁਲਿਸ ਪ੍ਰਤੀ ਹਾਲੇ ਵੀ ਲੋਕਾਂ ਦਾ ਵਿਸ਼ਵਾਸ ਹੈ, ਪਰ ਜਦੋਂ ਇਸ ਕਿਸਮ ਦਾ ਜਿਹੜਾ ਹਾਲਾਤ ਬਣੇਗਾ ਤਾਂ ਉਸ ਵਕਤ ਫਿਰ ਵਿਸ਼ਵਾਸ ਟੁੱਟਦਾ ਹੈ, ਫਿਰ ਲੋਕ ਆਪਣੇ ਆਪ ਵੀ ਐਕਸ਼ਨ ਜਿਹੜਾ ਉਹ ਲੈਣ ਲੱਗ ਪੈਂਦੇ ਆ। ਹਾਂਜੀ ਜੀ ਬਿਲਕੁਲ ਜੀ। ਵੜਾ ਸਾਹਿਬ, ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ ਹੈ, ਪਰ ਕਈ ਅਜਿਹੇ ਆਗੂ ਨੇ ਜਿਹੜੇ ਕੋਈ ਨਾ ਕੋਈ ਆਪਣੀ ਚੁਚੜੀ ਜੀ ਛੇੜ ਦਿੰਦੇ ਨੇ, ਕੋਈ ਨਾ ਕੋਈ ਵਿਵਾਦ ਖੜਾ ਕਰ ਦਿੰਦੇ ਨੇ। ਤੇ ਹੁਣ ਐਂਟੀ ਟੈਰਰਿਸਟ ਫਰੰਟ ਦੇ ਜਿਹੜੇ ਮੁਖੀ ਨੇ ਮਨਿੰਦਰਜੀਤ ਸਿੰਘ ਬਿੱਟਾ, ਉਹ ਕਹਿੰਦੇ ਨੇ ਕਿ ਬੰਦੀ ਸਿੱਖਾਂ ਦੇ ਨਾਮ ਦੇ ਉੱਤੇ ਕਾਤਲਾਂ ਨੂੰ ਛੁਡਵਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਜੀ। ਬਿਆਨ ਦੇ ਦਿੱਤਾ ਉਹਨਾਂ ਨੇ। ਦੇਖੋ, ਇਹ ਰਾਜਨੀਤਿਕ ਬਿਆਨ ਹੁੰਦੇ ਆ ਤੇ ਮਨਿੰਦਰਜੀਤ ਸਿੰਘ ਬਿੱਟਾ ਨੂੰ ਇਹ ਸਵਾਲ ਵੀ ਕੀਤਾ ਜਾਣਾ ਚਾਹੀਦਾ ਕਿ ਕੀ ਹੋਰ ਕੇਸਾਂ ਦੇ ਵਿੱਚ ਜਿਹੜੇ ਆ ਉਹ ਨਹੀਂ ਕਾਤਲ ਛੱਡੇ ਗਏ। ਹਾਂ, ਉਹ ਕਹਿੰਦੇ ਇਹ ਉਹ ਲੋਕ ਨੇ, ਇਹ ਤਾਂ ਚਲੋ ਕਹਿੰਦੇ ਜੀ ਜੇ ਕਾਤਲ ਦੀ ਇਹਨਾਂ ਨੇ ਸੰਗਿਆ ਦੇਤੀ ਹੈ, ਕਹਿੰਦੇ ਇਹਨਾਂ ਦੇ ਇੰਨਾ ਹੱਕ ਦੇ ਵਿੱਚ ਲੋਕ ਡਟ ਗਏ ਨੇ, ਇਹਨਾਂ ਨੇ ਕਿਹੜਾ ਕਾਰਗਿਲ ਦੀ ਜੰਗ ਲੜੀ ਹੋਈ ਹੈ। ਦੇਖੋ, ਮੈਂ ਸਮਝਦਾ ਕਿ ਇਹੋ ਜਿਹਾ ਬਿਆਨ ਉਹਨਾਂ ਨੂੰ ਨਹੀਂ ਦੇਣਾ ਚਾਹੀਦਾ, ਜਦੋਂ ਕਿ ਇੱਥੇ ਭਾਵਨਾਵਾਂ ਹੁਣ ਹੋਰ ਕਿਸਮ ਦੀਆਂ ਬਣ ਗਈਆਂ ਹੋਈਆਂ ਨੇ। ਲੋਕੀ ਮਹਿਸੂਸ ਕਰਦੇ ਆ ਕਿ ਸਿੱਖਾਂ ਦੇ ਨਾਲ ਜਿਹੜਾ ਉਹ ਪੱਖਪਾਤ ਹੋਣਾ ਸ਼ੁਰੂ ਹੋ ਗਿਆ। ਮਨਿੰਦਰਜੀਤ ਸਿੰਘ ਬਿੱਟਾ ਆਪ ਵੀ ਸਿੱਖ ਨੇ, ਔਰ ਸਿੱਖਾਂ ਦੇ ਵਿੱਚ ਜਿਹੜੀ ਬਹੁਤ ਵੱਡੀ ਜਿਹੜੀ ਗੱਲ ਆ ਨਾ, ਉਹ ਮਾਫੀ ਦੇਣ ਦੀ ਸਾਡੇ ਵਿੱਚ ਹੈਗੀ ਆ ਕਿ ਅਸੀਂ ਦੂਸਰੇ ਨੂੰ ਜਦੋਂ ਮਾਫ ਕਰ ਦਿੰਦੇ ਆ ਨਾ ਤੇ ਸਭ ਕੁਝ ਠੀਕ ਹੋ ਜਾਂਦਾ। ਸੋ ਮਾਹੌਲ ਭੜਕਾਉਣ ਦੀ ਗੱਲ ਨਹੀਂ ਹੋਣੀ ਚਾਹੀਦੀ ਹੈਗੀ, ਮਾਹੌਲ ਨੂੰ ਜਿਹੜਾ ਉਹ ਸ਼ਾਂਤ ਬਣਾਉਣ ਦੀ ਗੱਲ ਹੋਣੀ ਚਾਹੀਦੀ ਆ। ਜੀ ਜੀ ਬਿਲਕੁਲ ਜੀ। ਅਗਲੀ ਖਬਰ ਦੇ ਉੱਤੇ ਵੀ ਆਪਾਂ ਚਰਚਾ ਕਰਦੇ ਹਾਂ। ਕਾਲਰ ਵੀ ਸਾਡੇ ਨਾਲ ਲਾਈਨ ਦੇ ਉੱਤੇ ਜੁੜੇ ਹੋਏ ਨੇ। ਤੇ ਪੁਲਿਸ ਭਰਤੀ ਦਾ ਮਾਮਲਾ, ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਨੇ ਤੇ ਹੁਣ ਵੀ ਨੌਕਰੀਆਂ ਦੇ ਰਹੇ ਹਾਂ, ਪੂਰਾ ਪਾਰਦਰਸ਼ਤਾ ਦੇ ਨਾਲ ਸਾਰਾ ਸਾਡਾ ਪ੍ਰੋਸੈਸ ਚੱਲ ਰਿਹਾ ਹੈ। ਇਸੇ ਦੇ ਚੱਲਦਿਆਂ ਪੁਲਿਸ ਭਰਤੀ ਦੇ ਉਮੀਦਵਾਰਾਂ ਨੇ ਮੁੱਖ ਮੰਤਰੀ ਸਾਹਿਬ ਦੀ ਰਿਹਾਇਸ਼ ਘੇਰੀ ਹੈ। ਬਿਲਕੁਲ, ਇਹ ਮੁੱਦਾ ਬਾਕੀ ਜਿਹੜੇ ਮਹਿਕਮੇ ਨੇ ਉਹ ਵੀ ਵਾਰ-ਵਾਰ, ਟੀਚਰਸ ਵੀ ਜਿਹੜੇ ਆ ਉਹ ਇਹਦਾ ਪ੍ਰਦਰਸ਼ਨ ਕਰਦੇ ਰਹੇ ਆ। ਔਰ ਉੱਥੇ ਜਿਹੜੇ ਭਰਤੀ ਹੋਣ ਵਾਲੇ ਸੀ ਉਹਨਾਂ ਨੇ ਕਿਹਾ ਕਿ ਸਾਡਾ 2021 ਦੇ ਵਿੱਚ ਟੈਸਟ ਹੋਇਆ, ਹਾਲੇ ਤੱਕ ਸਾਡੇ ਨਾਂ ਨਹੀਂ ਆਏ। ਬਹੁਤ ਵਾਰੀ ਉੱਥੇ ਸੰਘਰਸ਼ ਹੋ ਚੁੱਕਿਆ ਹੋਇਆ, ਇੱਕ ਦੂਜੇ ਦੀ ਖਿੱਚ ਧੂ ਵੀ ਹੋ ਚੁੱਕੀ ਹੋਈ ਆ। ਇਹਨਾਂ ਤੋਂ ਸਰਕਾਰ ਕਿਉਂ ਇਹਨਾਂ ਗੱਲਾਂ ਨੂੰ ਅੱਗੇ ਪਾਉਂਦੀ ਹੈ, ਕਿਉਂ ਨਹੀਂ ਸਮਝਦੀ, ਬੜੀ ਹੈਰਾਨੀ ਦੀ ਗੱਲ ਹੈ। ਕਿਉਂਕਿ ਜਿਹੜੇ ਸਾਡੇ ਧਰਨਾਕਾਰੀ ਨੇ, ਜਦੋਂ ਕਿਸੇ ਦੀ ਸਮੱਸਿਆ ਹੁੰਦੀ ਆ ਉਹ ਤਾਂ ਹੀ ਜਾ ਕੇ ਧਰਨੇ ਲਾਉਂਦੇ ਆ। ਕੋਈ ਸੁੱਖੀ ਸੰਦੀ ਜਿਨ੍ਹਾਂ ਲੋਕਾਂ ਨੂੰ ਨੌਕਰੀਆਂ ਮਿਲੀਆਂ ਹੋਈਆਂ ਨੇ, ਜਿਨ੍ਹਾਂ ਦੇ ਕਾਰੋਬਾਰ ਹੈ, ਕਦੇ ਉਹਨਾਂ ਨੂੰ ਵੇਖਿਆ ਤੁਸੀਂ ਧਰਨੇ ਲਾਉਂਦੇ? ਸੋ ਸਰਕਾਰ ਨੂੰ ਇਹਨਾਂ ਦੀ ਮਸਲਾ ਹੱਲ ਕਰਨਾ ਚਾਹੀਦਾ। ਉੱਥੇ ਵਿਚਾਰੀਆਂ ਕੁੜੀਆਂ ਆਪਣੇ ਬੱਚਿਆਂ ਨੂੰ ਲੈ ਕੇ, ਦੂਸਰੇ ਲੋਕ ਜਿਹੜੇ ਨੇ ਉਹ ਦਿਨ ਰਾਤ ਉੱਥੇ ਠੰਡ 'ਚ ਬੈਠੇ ਰਹੇ ਆ ਔਰ ਰੋਜ਼ ਦਿਹਾੜੀ ਉੱਥੇ ਨਾਅਰੇ ਲਾਉਂਦੇ ਆ। ਖਰਚਾ ਉਹਨਾਂ ਦਾ ਉੱਥੇ ਹੋ ਰਿਹਾ, ਪੱਲਿਓਂ ਲੱਗ ਰਿਹਾ। ਕਿ ਜਦੋਂ ਸਰਕਾਰ ਨੇ ਇਹ ਗੱਲ ਕਹੀ ਕਿ ਅਸੀਂ ਨੌਕਰੀਆਂ ਦੇਣੀਆਂ ਨੇ, ਤਾਂ ਕਿਉਂ ਨਹੀਂ ਜਿਨ੍ਹਾਂ ਲੋਕਾਂ ਦੇ ਟੈਸਟ ਹੋ ਚੁੱਕੇ ਹੋਏ ਆ ਉਹਨਾਂ ਦੇ ਟੈਸਟ ਕਲੀਅਰ ਕੀਤੇ ਜਾਂਦੇ? ਹੁਣ ਇਹਨਾਂ ਨੇ ਇਹ ਜ਼ਿਕਰ ਕੀਤਾ ਹੋਇਆ, ਕਹਿੰਦੇ ਕਿ ਸਾਡੀ ਜਿਹੜੇ ਇਹਨਾਂ ਅਸਾਮੀਆਂ ਦੀ ਭਰਤੀ ਕਹਿੰਦੇ ਆਪ ਦੀ ਸਰਕਾਰ ਬਣਨ ਮਗਰੋਂ ਸ਼ੁਰੂ ਹੋਈ ਸੀ ਜੀ, ਭਾਵ ਕਿ ਮਾਰਚ 2022 ਤੋਂ ਬਾਅਦ ਕਹਿੰਦੇ ਸ਼ੁਰੂ ਹੋਈ ਸੀ। ਤੇ ਇਸ ਤਹਿਤ ਜਿਹੜੇ ਆ ਉਹ 4358 ਸਿਪਾਹੀਆਂ ਚੋਂ ਹਾਲੇ ਤੱਕ 3270 ਉਮੀਦਵਾਰ ਜੁਆਇਨ ਕਰ ਸਕੇ ਆ ਤੇ ਬਾਕੀ ਜਿਹੜੇ ਆ ਉਹ ਨਹੀਂ ਕੀਤੇ। ਕਿਉਂ ਨਹੀਂ ਕਰ ਰਹੇ? ਜਦੋਂ ਕਿ ਪਿੱਛੇ ਜਿਹੜੇ ਦਿਨਾਂ 'ਚ ਸਰਕਾਰ ਨੇ ਕਿਹਾ ਸੀ ਕਿ ਅਸੀਂ ਹਰ ਸਾਲ ਜਿਹੜੇ ਆ ਪੰਜਾਬ ਪੁਲਿਸ ਦੇ ਵਿੱਚ ਭਰਤੀਆਂ ਜਿਹੜੀਆਂ ਕਰਾਂਗੇ। ਇਹਨਾਂ ਦੀ ਜਿਹੜੀ ਗੱਲ ਜਲਦੀ ਸੁਣਨੀ ਚਾਹੀਦੀ ਔਰ ਇਹਨਾਂ ਨੂੰ ਧਰਨਿਆਂ ਤੋਂ ਵਿਚਾਰਿਆਂ ਨੂੰ ਉਠਾ ਕੇ ਘਰੇ ਭੇਜਣਾ ਚਾਹੀਦਾ ਜੀ। ਤੇ ਕਿਸਾਨਾਂ ਦੀ ਗੱਲ ਕਰਦੇ ਹਾਂ ਜੀ ਇੱਕ ਵਾਰ ਫੇਰ। ਕਿਸਾਨਾਂ ਦੀਆਂ ਜ਼ਮੀਨਾਂ ਨੂੰ ਐਕਵਾਇਰ ਕੀਤਾ ਜਾ ਰਿਹਾ ਹੈ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ। ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ, ਪਰ ਅਜੇ ਵੀ ਕਿਸਾਨ ਨਿਰਾਸ਼ ਨਜ਼ਰ ਆ ਰਹੇ ਨੇ। ਮੁਆਵਜ਼ੇ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ। ਜ਼ਮੀਨਾਂ ਦਾ ਮਸਲਾ ਇਹ ਹੈ ਕਿ ਜ਼ਮੀਨਾਂ ਜੇਕਰ ਉੱਥੋਂ ਹਾਈਵੇ ਨਿਕਲਦਾ ਹੈ ਤਾਂ ਕੁਝ ਕਿਸਾਨਾਂ ਦੀਆਂ ਜ਼ਮੀਨਾਂ ਕਈ ਹਿੱਸਿਆਂ ਦੇ ਵਿੱਚ ਵੰਡੀਆਂ ਜਾਣਗੀਆਂ ਤੇ ਕਈ ਰਿਹਾਇਸ਼ੀ ਇਮਾਰਤਾਂ ਵੀ ਇਸ ਭਾਰਤਮਾਲਾ ਪ੍ਰੋਜੈਕਟ ਦੇ ਵਿੱਚ ਆ ਜਾਣਗੀਆਂ। ਤਾਂ ਕਾਫੀ ਜਿਹੜੀ ਅਹਿਮ ਖਬਰ ਇਹਦੇ ਉੱਤੇ ਆਪਾਂ ਚਰਚਾ ਕਰਾਂਗੇ। ਕਾਲਰ ਲਾਈਨ ਤੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਕਿੱਥੋਂ ਬੋਲਦੇ ਹੋ?
ਮੈਂ ਸ਼੍ਰੀ ਮੁਕਤਸਰ ਸਾਹਿਬ ਤੋਂ ਡਾਕਟਰ ਮੰਦਰ ਬੋਲਦਾ ਜੀ। ਜੀ ਹਾਂ ਸਰ, ਮੈਂ ਬੇਨਤੀ ਕਰਨੀ ਚਾਹੁੰਦਾ। ਹੈਲੋ ਹਾਂਜੀ ਹਾਂਜੀ ਸਰ, ਮੈਂ ਬੇਨਤੀ ਕਰਨੀ ਚਾਹੁੰਦਾ ਕਿ 1947 ਵੇਲੇ 1920 ਵੇਲੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੈ ਜੀ, ਤੇ ਇਹਨਾਂ ਨੇ ਕੋਈ ਯੂਨੀਵਰਸਿਟੀ ਜਾਂ ਕੋਈ ਐਸੀ ਰੀਜਨਲ ਸੈਂਟਰ ਵਗੈਰਾ ਸਿੱਖ ਸੰਸਥਾ ਨੇ ਕਿਉਂ ਨਹੀਂ ਬਣਾਏ ਵੀ ਜਿਹੜਾ ਅੱਜ ਸਿੱਖ ਬੰਦੀ ਰਿਹਾ ਕਰਾਉਣ ਵਾਸਤੇ ਸਾਨੂੰ ਸੈਂਟਰ ਅੱਗੇ ਹੱਥ ਫੈਲਾਉਣੇ ਪੈਂਦੇ ਆ। ਅਸੀਂ ਕੋਈ ਸੁਪਰੀਮ ਕੋਰਟ ਦੇ ਵਿੱਚ ਜੱਜ ਜਾਂ ਕੋਈ ਵਕੀਲ ਕਿਉਂ ਨਹੀਂ ਚੰਗੇ ਬਣਾ ਕੇ ਭੇਜੇ? ਇੱਕ ਵੀ ਸਿੱਖਾਂ ਦਾ ਬੱਚਾ ਫ੍ਰੀ ਨਹੀਂ ਬਣ ਰਿਹਾ। ਇਹ ਕਰੋੜਾਂ ਰੁਪਏ ਲਾ ਕੇ ਗੁਰਦੁਆਰੇ ਬਣਾ ਰਹੇ ਆ। ਗੁਰਦੁਆਰਿਆਂ ਦੇ ਉਹ ਤਾਂ ਲੱਖ ਰੁਪਏ ਦੇ ਕਮਰੇ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਸ਼ੋਭਿਤ ਹੋ ਸਕਦਾ, ਕਿਉਂਕਿ ਉਹ ਪਵਿੱਤਰ ਚੀਜ਼ ਆ, ਉਹ ਤਾਂ ਪਵਿੱਤਰ ਹੀ ਰਹਿਣੀ ਹੈ। ਤੇ ਇਹਨਾਂ ਨੂੰ ਸਦਬੁੱਧੀ ਮਾਲਕ ਇਹਨਾਂ ਨੂੰ ਬਖਸ਼ੇ। ਕਰੋੜਾਂ ਰੁਪਈਆਂ ਦੇ ਗੁਰਦੁਆਰੇ ਬਣਾਉਣ ਦੀ ਬਜਾਏ ਯੂਨੀਵਰਸਿਟੀਆਂ ਖੋਲਣ, ਤਾਂ ਜੋ ਗਰੀਬਾਂ ਦੇ ਬੱਚੇ ਪੜ੍ਹ ਕੇ, ਸਿੱਖਾਂ ਦੇ ਬੱਚੇ ਪੜ੍ਹ ਕੇ ਕੋਈ ਵੱਡੇ ਸੁਪਰੀਮ ਕੋਰਟ ਦੇ ਵਿੱਚ ਜੱਜ ਬਣਨ, ਵਕੀਲ ਬਣਨ। ਤੁਸੀਂ ਇਹਨਾਂ ਦੇ ਕਮੈਂਟ ਜ਼ਰੂਰ ਕਰੋ ਸਰ, ਇਹ ਬਹੁਤ ਜੀ ਬਿਲਕੁਲ ਜੀ ਬਿਲਕੁਲ। ਸਕੂਲ, ਕਾਲਜ, ਯੂਨੀਵਰਸਿਟੀਜ਼ ਇਹਨਾਂ ਦੇ ਹੈਗੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਪਰ ਉਹਨਾਂ ਦੀਆਂ ਫੀਸਾਂ ਕਾਫੀ ਜ਼ਿਆਦਾ ਨੇ। ਜੇਕਰ ਅਸੀਂ ਫ੍ਰੀ ਦੀ ਗੱਲ ਕਰਦੇ ਹਾਂ ਤਾਂ ਕੁਝ ਇੱਕ ਵਿਦਿਆਰਥੀ ਨੇ ਜਿਨ੍ਹਾਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ, ਚਾਹੇ ਉਹ ਕਲਚਰ ਵਾਲੇ ਹੋਣ, ਸਪੋਰਟਸ ਵਾਲੇ ਹੋਣ, ਜਾਂ ਫਿਰ ਜਿਹੜਾ ਗਰੀਬ ਬੱਚੇ ਨੇ ਜਿਨ੍ਹਾਂ ਦੇ ਘਰੇ ਰੋਜ਼ੀ ਰੋਟੀ ਵੀ ਬੜੀ ਮੁਸ਼ਕਲ ਨਾਲ ਹੁੰਦੀ ਹੈ, ਉਹਨਾਂ ਦੀ ਫ੍ਰੀ ਹੈ, ਬਾਕੀਆਂ ਲਈ ਕੋਈ ਫ੍ਰੀ ਨਹੀਂ ਹੈਗੀ। ਤੇ ਸਕੂਲ, ਕਾਲਜ, ਯੂਨੀਵਰਸਿਟੀ ਜ਼ਰੂਰ ਨੇ, ਪਰ ਫ੍ਰੀ ਕੁਝ ਨਹੀਂ ਹੈਗਾ ਜੀ ਉਹਨਾਂ ਦੇ ਵਿੱਚ। ਜੀ ਵੜੈਚ ਸਾਹਿਬ, ਦੇਖੋ ਇਹ ਮਸਲਾ ਬਹੁਤ ਪਹਿਲਾਂ ਦਾ ਹੈ, ਕਈ ਵਾਰੀ ਉੱਠਦਾ ਰਿਹਾ ਹੈ ਕਿ SGPC ਕੋਲੇ ਇੰਨਾ ਫੰਡ ਹੁੰਦਾ ਹੈ, ਸੋ ਉਹਨਾਂ ਨੂੰ ਕੁਝ ਇਸ ਤਰ੍ਹਾਂ ਦੇ ਇੰਸਟੀਟਿਊਸ਼ਨ ਬਣਾਉਣੇ ਚਾਹੀਦੇ ਆ ਜਿੱਥੋਂ ਸਾਡੇ IAS PCS ਅਫਸਰ, IPS ਅਫਸਰ ਤੇ ਬਹੁਤ ਵਧੀਆ ਵਕੀਲ, ਡਾਕਟਰ ਬਣ ਕੇ ਨਿਕਲਣ। ਇਹੋ ਜਿਹੀਆਂ ਅਕੈਡਮੀਆਂ ਬਣਾਉਣੀਆਂ ਚਾਹੀਦੀਆਂ ਜਿਹੜੀਆਂ ਇੱਕ ਮਾਡਲ ਬਣ ਕੇ ਆਉਣ। ਠੀਕ ਹੈ, SGPC ਬਹੁਤ ਸਾਰੇ ਸਕੂਲ ਵੀ ਚਲਾ ਰਹੀ ਹੈ, ਕਾਲਜ ਚਲਾ ਰਹੀ ਹੈ, ਇੱਕ ਯੂਨੀਵਰਸਿਟੀ ਵੀ ਚਲਾ ਰਹੀ ਹੈਗੀ, ਲੇਕਿਨ ਉਹਦੇ ਵਿੱਚੋਂ ਲੋਕਾਂ ਦੀ ਤਸੱਲੀ ਨਹੀਂ ਹੋ ਰਹੀ। ਬੱਚਿਆਂ ਨੂੰ IAS PCS ਕਰਨ ਵਾਸਤੇ IPS IAS ਕਰਨ ਵਾਸਤੇ ਦਿੱਲੀ ਜਾਣਾ ਪੈਂਦਾ, ਉੱਥੇ ਜਾ ਕੇ ਕਲਾਸਾਂ ਲਾਉਂਦੇ ਨੇ, ਚੰਡੀਗੜ੍ਹ ਜਾ ਕੇ ਕਲਾਸਾਂ ਲਾਉਂਦੇ ਨੇ। ਬਹੁਤ ਸਾਰੇ ਬੱਚੇ ਰਾਜਸਥਾਨ ਦੇ ਵਿੱਚ ਕੋਟੇ ਵਿੱਚ ਜਾ ਕੇ ਇੰਜੀਨੀਅਰਿੰਗ ਕਰਨ ਵਾਸਤੇ ਜਾਂਦੇ ਆ। ਕਿਉਂ ਨਹੀਂ SGPC ਮਾਡਲ ਦੇ ਤੌਰ ਤੇ ਇਹੋ ਜਿਹੇ ਕਰਦੀ? ਇਹ ਬਹੁਤ ਵੱਡਾ ਮਸਲਾ ਹੈਗਾ, ਤਾਂ ਕਿ ਅਸੀਂ ਆਪਣੇ ਨੁਮਾਇੰਦੇ ਜਿਹੜੇ ਆ ਉਹ ਸਾਡੀਆਂ ਨੈਸ਼ਨਲ ਜਿਹੜੀ ਇੰਸਟੀਟਿਊਸ਼ਨਸ ਨੇ, ਸੰਸਥਾਵਾਂ ਨੇ, ਉਹਨਾਂ ਦੇ ਵਿੱਚ ਭੇਜੀਏ ਤਾਂ ਕਿ ਉੱਥੇ ਜਾ ਕੇ ਸਿੱਖਾਂ ਦੀ ਪ੍ਰਤੀਨਿਧਤਾ ਜਿਹੜੀ ਕਰ ਸਕਣ। ਇਹ ਬਹੁਤ ਵੱਡਾ ਚੈਲੰਜ ਹੈ SGPC ਕੋਲੇ। ਜੀ ਆਪਾਂ ਭਾਰਤਮਾਲਾ ਪ੍ਰੋਜੈਕਟ ਦੀ ਗੱਲ ਕਰ ਰਹੇ ਸੀ ਜੀ। ਭਾਰਤਮਾਲਾ ਪ੍ਰੋਜੈਕਟ ਇਹ ਦੇਸ਼ ਦੇ ਵਿੱਚ ਕਈ ਥਾਵਾਂ ਤੇ ਚੱਲਿਆ ਹੋਇਆ, ਜਿਵੇਂ ਦਿੱਲੀ ਕਟੜਾ ਹਾਈਵੇ ਹੈਗਾ, ਇਹ ਲੰਘ ਕੇ ਜਾਣਾ, ਸਾਡੇ ਦਿੱਲੀ ਤੋਂ ਆਉਣਾ ਹੈ, ਸਾਡੇ ਪਟਿਆਲੇ ਚੋਂ ਲੰਘਣਾ ਹੈ, ਸੰਗਰੂਰ ਚੋਂ ਲੰਘਣਾ ਹੈ, ਮੋਗੇ ਚੋਂ ਲੰਘਣਾ ਹੈ, ਹਾਂਜੀ ਲੁਧਿਆਣੇ ਚੋਂ ਲੰਘਣਾ ਹੈ, ਫਿਰ ਬਠਿੰਡੇ ਵਾਲੇ ਪਾਸਿਓਂ ਆਉਣਾ ਹੈ। ਇਹ ਕਈ ਕਿਸੋਂ ਹੈਗਾ ਕਿ ਪੂਰੇ ਭਾਰਤ ਨੂੰ ਵੱਡੀਆਂ ਵੱਡੀਆਂ ਸੜਕਾਂ ਦੇ ਨਾਲ ਜੋੜ ਦੇਣਾ, ਜਿੱਥੇ ਲੋਕ ਜਿਹੜੇ ਆ ਉਹ ਟਰੱਕ ਨੇ, ਬੱਸਾਂ ਨੇ, ਕਾਰਾਂ ਨੇ ਬਿਲਕੁਲ ਫ੍ਰੀ ਚੱਲ ਸਕਣ। ਔਰ ਇਹਦੇ ਲਈ ਜ਼ਮੀਨ ਦੀ ਜਿਹੜੀ ਆ ਬੜੀ ਲੋੜ ਪੈਂਦੀ ਹੈ। ਜ਼ਮੀਨ ਦੀ ਲੋੜ ਦਾ ਮਤਲਬ ਇਹ ਆ ਕਿ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਜ਼ਮੀਨਾਂ ਤੋਂ ਬੇਜ਼ਮੀਨੇ ਕਰ ਦੇਣਾ। ਔਰ ਇਹ ਤਾਂ ਹੁੰਦੀ ਨਹੀਂ ਕਿ ਤੁਸੀਂ ਜ਼ਮੀਨ ਵੇਖ ਕੇ ਜਿਹੜੀ ਆ ਸੜਕ ਕੱਢਣੀ ਆ, ਬਲਕਿ ਸੜਕ ਨੂੰ ਸਿੱਧਾ ਕੱਢਿਆ ਜਾਂਦਾ ਤੇ ਉਹਦੇ ਨਾਲ ਕਈ ਲੋਕਾਂ ਦੀ ਜ਼ਮੀਨ ਵੰਡੀ ਜਾਂਦੀ ਹੈ। ਕਿਸੇ ਦੀ ਅੱਧਾ ਕਿੱਲਾ ਇੱਧਰ ਰਹਿ ਗਈ, 5 ਕਿੱਲੇ ਵਿੱਚ ਆ ਗਈ, ਕਿਸੇ ਦੇ ਘਰ ਇੱਧਰ ਰਹਿ ਗਏ ਤੇ 5 ਕਿੱਲੇ ਉਧਰ ਰਹਿ ਗਏ। ਤੇ ਫਿਰ ਉਹਨੂੰ ਸਮੱਸਿਆ ਇਹ ਆ ਸਭ ਤੋਂ ਵੱਡੀ ਕਿ ਉਹਨਾਂ ਲੋਕਾਂ ਨੂੰ ਫਿਰ ਆਪਣੀ ਜ਼ਮੀਨ ਤੱਕ ਪਹੁੰਚਣ ਦੇ ਲਈ ਬਹੁਤ ਲੰਮਾ ਸਫ਼ਰ ਕਰਕੇ ਅੰਡਰਪਾਸ ਚੋਂ ਲੰਘ ਕੇ ਆਉਣਾ ਪੈਂਦਾ। ਸਰਕਾਰ ਫਲਾਈਓਵਰ ਨਹੀਂ ਬਣਾਉਂਦੀ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਸਾਡੀ ਕਿਸੇ ਨੈਸ਼ਨਲ ਹਾਈਵੇ ਅਥਾਰਟੀ ਦੇ ਆਫੀਸਰ ਨਾਲ ਮੇਰੀ ਗੱਲ ਹੋਈ ਜੀ, ਤਾਂ ਅਸੀਂ ਉਹਨਾਂ ਨੂੰ ਕਿਹਾ ਜੀ ਇੱਕ ਸਭ ਤੋਂ ਵੱਡੀ ਸਮੱਸਿਆ ਹੈ ਕਿ ਲੋਕਾਂ ਨੂੰ ਜਿਹੜਾ ਉਹ ਪਿੰਡਾਂ ਨੂੰ ਲੰਘਣ ਦਾ ਰਾਹ ਨਹੀਂ ਦਿੱਤਾ ਜਾਂਦਾ। ਤਾਂ ਉਹ ਕਹਿੰਦੇ ਵੀ ਇਹਦੇ ਵਿੱਚ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਹੁੰਦੀ ਆ। ਉਹ ਕਿਵੇਂ? ਕਿ ਜਦੋਂ ਕਹਿੰਦੇ ਅਸੀਂ ਕਿਤੇ ਵੀ ਸੜਕ ਕੱਢਦੇ ਹਾਂ ਤਾਂ ਨੋਟੀਫਿਕੇਸ਼ਨ ਜਾਰੀ ਹੁੰਦਾ ਕਿ ਜੇਕਰ ਕਿਸੇ ਨੂੰ ਇਸ ਨਕਸ਼ੇ ਦੇ ਉੱਤੇ ਕੋਈ ਓਬਜੈਕਸ਼ਨ ਹੈ ਜਾਂ ਕਿਸੇ ਨੇ ਰਾਹ ਲੈਣਾ ਤਾਂ ਉਹ ਓਬਜੈਕਸ਼ਨ ਫਾਈਲ ਕਰੇ। ਕਹਿੰਦੇ ਪੰਜਾਬ ਦੇ ਵਿੱਚੋਂ ਕਦੇ ਕੋਈ ਓਬਜੈਕਸ਼ਨ ਹੀ ਨਹੀਂ ਆਇਆ। ਤੁਹਾਨੂੰ ਯਾਦ ਹੋਣਾ ਇੱਥੇ ਪਟਿਆਲੇ ਦੇ ਵਿੱਚ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਹੈ, ਉੱਥੇ ਸੰਗਤਾਂ ਨੂੰ ਲੰਘਣ ਵਾਸਤੇ ਰਾਹ ਹੀ ਨਹੀਂ ਸੀ ਦਿੱਤਾ ਗਿਆ। ਔਰ ਉਸ ਰਾਹ ਨੂੰ ਖਲਵਾਉਣ ਵਾਸਤੇ ਮੁੜ ਕੇ ਲੋਕਲ ਜਿਹੜੇ ਹਰਜਿੰਦਰਪਾਲ ਸਿੰਘ ਚੱਦੂ ਮਾਜਰਾ
ਉਹ ਆਪਣੇ ਸਾਥੀਆਂ ਨੂੰ ਲੈ ਕੇ ਗਡਕਰੀ ਸਾਹਿਬ ਨੂੰ ਮਿਲੇ ਔਰ ਉੱਥੋਂ ਸੈਂਕਸ਼ਨ ਕਰਵਾ ਕੇ ਆਏ ਉਹ, ਔਰ ਦੁਬਾਰੇ ਖੋਲਿਆ ਗਿਆ ਰਾਹ, ਉਹ ਦੁਬਾਰੇ ਬਣਾਇਆ ਗਿਆ। ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਜਿਹੜਾ ਬਾਈਪਾਸ ਬਣਿਆ, ਦੱਖਣੀ ਬਾਈਪਾਸ, ਉਹਦੀ ਸਥਿਤੀ ਵੀ ਇਹ ਰਹੀ ਹੈ। ਸੋ ਇਹਨਾਂ ਸਥਿਤੀਆਂ ਦੇ ਵਿੱਚ ਇਹ ਪਹਿਲੀ ਦੂਸਰੀ ਗੱਲ ਇਹ ਹੈ ਕਿ ਜਿਹੜੇ ਮੁਆਵਜ਼ੇ ਦਿੱਤੇ ਜਾਂਦੇ ਆ ਉਹ ਬੜੇ ਘੱਟ ਹੁੰਦੇ ਆ ਜੀ। ਕਿਤੇ ਤਾਂ ਤੁਸੀਂ ਕਰੋੜ ਰੁਪਈਆ ਕਿੱਲੇ ਦਾ ਦੇ ਰਹੇ ਹੋ, ਕਿਤੇ 9 ਲੱਖ ਰੁਪਈਆ ਦੇ ਰਹੇ ਹੋ, ਕਿਤੇ 50 ਲੱਖ ਰੁਪਈਆ ਦੇ ਰਹੇ ਹੋ, ਜਦੋਂ ਕਿ ਜਿਹੜੀ ਥਾਂ ਤੁਸੀਂ ਲੈਣੀ ਆ ਉਹ ਸਾਰੀ ਸੜਕ ਇੱਕ ਪਰਪਸ ਲਈ ਵਰਤੀ ਜਾਣੀ ਹੈ ਜੀ। ਉੱਥੋਂ ਟਰੱਕ ਲੰਘਣੇ ਨੇ, ਬੱਸਾਂ ਲੰਘਣੀਆਂ ਨੇ, ਟੋਲ ਪਲਾਜ਼ੇ ਤੁਸੀਂ ਲੈਣੇ ਆ, ਤਾਂ ਕਿਉਂ ਨਹੀਂ ਸਾਰੇ ਕਿਸਾਨਾਂ ਨੂੰ ਜਿਹੜਾ ਉਹ ਮੁਆਵਜ਼ਾ ਉਹਨਾਂ ਦਾ ਬਣਦਾ ਦਿੱਤਾ ਜਾਂਦਾ। ਇਹ ਵੀ ਬਰਨਾਲੇ ਦੀ ਖਬਰ ਹੈ, ਬਠਿੰਡੇ ਦੀ ਖਬਰ ਹੈਗੀ ਹੈ, ਜਿੱਥੇ ਬਹੁਤ ਵੱਡੀ ਪੱਧਰ ਤੇ ਤਕਰੀਬਨ ਇਹਨਾਂ ਕੋਲੇ 545 ਏਕੜ ਜ਼ਮੀਨ ਇੱਕ ਜਿਹੜਾ ਰਕਬਾ ਐਕਵਾਇਰ ਜਿਹੜਾ ਕਰਨਾ ਹੈਗਾ, ਔਰ ਜਿਹਦੇ ਵਿੱਚ 270 ਕਰੋੜ ਦੀ ਰਕਮ ਕਹਿੰਦੇ ਰੱਖੀ ਗਈ ਹੈ। ਬਰਨਾਲਾ ਜ਼ਿਲ੍ਹੇ ਦੇ 12 ਪਿੰਡਾਂ ਦੀ 325 ਏਕੜ ਜ਼ਮੀਨ ਆਉਣੀ ਹੈ। 3 ਜ਼ਿਲ੍ਹਿਆਂ ਵਿੱਚ ਤਾਂ 50 ਲੱਖ ਰੁਪਏ ਜ਼ਮੀਨ ਦਾ ਜਿਹੜਾ ਰੇਟ ਤੈਅ ਕੀਤਾ ਗਿਆ। ਸੰਘਰਸ਼ ਕਮੇਟੀ ਨੇ ਦੇ ਪ੍ਰਧਾਨ ਨੇ ਜੀ, ਉਹਨਾਂ ਨੇ ਇਹ ਗੱਲ ਕੀਤੀ ਆ ਕਿ ਨਕਸ਼ੇ ਅਨੁਸਾਰ ਉਹਨਾਂ ਦੀ ਜ਼ਮੀਨ 2 ਥਾਂ ਕਈ ਹਿੱਸਿਆਂ ਵਿੱਚ ਵੰਡੀ ਜਾਵੇਗੀ ਤੇ ਅੱਗੋਂ ਖੇਤੀ ਕਰਨ ਯੋਗ ਨਹੀਂ ਰਹੇਗੀ। ਸੋ ਇਹਨਾਂ ਸਮੱਸਿਆਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ, ਜਾਂ ਜਿਹੜੀ ਮੈਨੇਜਮੈਂਟ ਹੁੰਦੀ ਆ ਇਹਨਾਂ ਹਾਈਵੇਜ਼ ਦੀ, ਤਾਂ ਕਿ ਕਿਸਾਨ ਜਿਹੜਾ ਤੁਹਾਡੇ ਦੇਸ਼ ਦੀ ਧਰੋਹਰ ਹੈ, ਤੁਹਾਡੇ ਦੇਸ਼ ਦਾ ਧੁਰਾ ਹੈ, ਉਸ ਤੋਂ ਬਗੈਰ ਗੁਜ਼ਾਰਾ ਨਹੀਂ, ਤੇ ਤੁਸੀਂ ਉਹਨੂੰ ਜਿਹੜਾ ਉਹ ਬੇਜ਼ਮੀਨਾ ਕਰ ਦਿੰਦੇ ਹੋ, ਬੇਘਰਾ ਕਰ ਦਿੰਦੇ ਹੋ। ਇਹ ਬਹੁਤ ਵੱਡੀ ਹੈ ਤੇ ਇਹਦੇ ਲਈ ਸੰਘਰਸ਼ ਜਿਹੜੀਆਂ ਕਮੇਟੀਆਂ ਕਰਦੀਆਂ ਨੇ, ਹੁਣ ਲੱਗਦਾ ਕਿ ਇਹਦੇ ਉੱਤੇ ਵੀ ਜਿਹੜੇ ਕਿਸਾਨ ਖੜੇ ਹੋਣਗੇ। ਪਹਿਲਾਂ ਮੁਆਵਜ਼ਾ ਦਿੱਤਾ ਨਹੀਂ ਜਾਂਦਾ, ਕਬਜ਼ੇ ਲੈਣ ਲਈ ਪਹਿਲਾਂ ਪਹੁੰਚ ਜਾਂਦੇ ਨੇ, ਔਰ ਉੱਥੇ ਫਿਰ ਸੰਘਰਸ਼ ਹੁੰਦੇ ਆ, ਸਮੱਸਿਆਵਾਂ ਪੁਲਿਸ ਆਉਂਦੀ ਹੈ, ਫਿਰ ਲਾਠੀ ਚਾਰਜ ਹੁੰਦਾ, ਫਿਰ ਨਵੇਂ ਮਸਲੇ ਸ਼ੁਰੂ ਹੋ ਜਾਂਦੇ ਆ। ਸੋ ਸਰਕਾਰ ਨੂੰ ਪਹਿਲਾਂ ਹੀ ਇਸ ਤਰ੍ਹਾਂ ਦੀ ਸਕੀਮ ਬਣਾਉਣੀ ਚਾਹੀਦੀ ਆ ਕਿ ਕਿਸਾਨਾਂ ਤੋਂ ਜਿਹੜੇ ਆਬਜੈਕਸ਼ਨਸ ਲੈ ਕੇ, ਭਾਵੇਂ ਸਰਕਾਰ ਦਿੰਦੀ ਹੈ ਅਖਬਾਰਾਂ ਦੇ ਵਿੱਚ ਕਿ ਆਬਜੈਕਸ਼ਨ ਫਾਈਲ ਕਰੋ, ਪਰ ਉੱਥੇ ਸੁਣਦਾ ਕੌਣ ਹੈਗਾ? ਸੁਣੀ ਤਾਂ ਫਿਰ ਵੀ ਨੈਸ਼ਨਲ ਹਾਈਵੇ ਅਥਾਰਟੀ ਦੀ ਜਾਂਦੀ ਹੈ, ਲੋਕਲ ਅਥਾਰਟੀ ਦੀ ਸੁਣੀ ਜਾਂਦੀ ਹੈ, ਰਾਜਨੀਤਿਕ ਜਿਹੜੇ ਆ ਉਹ ਫੈਸਲੇ ਹੁੰਦੇ ਆ ਇਹਦੇ ਵਿੱਚ। ਬਿਲਕੁਲ ਜੀ। ਤੇ ਨਾਲ ਹੀ ਖਬਰ ਥੋੜੀ ਜੀ ਹਟਵੀਂ ਲੈਣੇ ਆ, ਉਹ ਇਹ ਹੈ ਕਿ ਪੰਜਾਬ ਨੂੰ ਛੱਡ ਕੇ ਦੂਰ ਦੀ ਖਬਰ ਹੈ, ਪੱਛਮੀ ਬੰਗਾਲ ਦੀ ਖਬਰ। ਪੱਛਮੀ ਬੰਗਾਲ ਦੇ ਵਿੱਚ TMC ਦੇ ਕਾਰਕੁਨਾਂ ਦੇ ਉੱਤੇ ਬੰਬ ਸੁੱਟਿਆ ਗਿਆ, 2 ਦੀ ਮੌਕੇ ਤੇ ਮੌਤ ਹੋ ਗਈ। ਹਾਲਾਤ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਹਰ ਪਾਸੇ ਕੀਤੀਆਂ ਜਾਂਦੀਆਂ ਨੇ। ਸ਼ਰਾਰਤੀ ਤੱਤ ਇਹੀ ਤਾਕ ਦੇ ਵਿੱਚ ਰਹਿੰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋਰ ਮੁੱਦਿਆਂ ਤੋਂ ਧਿਆਨ ਹੋਰ ਕਿਤੇ ਕੀਤਾ ਜਾਵੇ ਤੇ ਨਾਲ ਹੀ ਮਾਹੌਲ ਨੂੰ ਭਖਦਾ ਰੱਖਿਆ ਜਾਵੇ ਜੀ। ਦੇਖੋ ਧਰਮਿੰਦਰ ਜੀ, ਇਹੋ ਜਿਹੇ ਲੋਕ ਤੁਹਾਨੂੰ ਹਰ ਇੱਕ ਥਾਂ ਤੇ ਮਿਲਣਗੇ ਤੇ ਉਹ ਫਿਰ ਇਹੋ ਜਿਹੀਆਂ ਸਥਿਤੀਆਂ ਦਾ ਫਾਇਦਾ ਉਠਾਉਂਦੇ ਆ। ਇਹ ਰਾਜਨੀਤਿਕ ਜਿਹੜੇ ਆ ਨਾ ਹਮਲੇ ਹੁੰਦੇ ਆ ਜੀ। ਦੂਸਰੀਆਂ ਪਾਰਟੀਆਂ, ਵਿਰੋਧੀ ਪਾਰਟੀਆਂ, ਉੱਥੇ ਹੁਣ ਕਿਹੜੀ ਵਿਰੋਧੀ ਪਾਰਟੀ ਨੇ ਕਰਵਾਇਆ ਇਹ ਤਾਂ ਨਹੀਂ ਅਸੀਂ ਕਹਿ ਸਕਦੇ, ਪਰ TMC ਦੇ ਕਾਰਕੁਨ ਜਿਹੜੇ ਆ ਉਹਦੇ ਵਿੱਚ ਮਾਰੇ ਗਏ ਆ। ਪੰਚਾਇਤੀ ਚੋਣਾਂ ਉੱਥੇ ਹੋ ਰਹੀਆਂ ਨੇ ਤੇ ਉਸ ਪਾਰਟੀ ਦਾ ਬੜੇ ਲੰਮੇ ਸਮੇਂ ਤੋਂ ਜਿਹੜਾ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਉੱਥੇ ਐਂਟਰੀ ਹੋ ਚੁੱਕੀ ਹੋਈ ਆ, ਸੋ ਉਹ ਹਮੇਸ਼ਾ ਦੋਸ਼ ਇਹਨਾਂ ਤੇ ਹੀ ਲਾਉਂਦੇ ਹੈਗੇ ਆ। ਪਰ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਪੁਲਿਸ ਨੇ, ਸਾਡੀ ਇੰਟੈਲੀਜੈਂਸ ਬਿਊਰੋ ਹੈ, ਕਿ ਉਹ ਇਹੋ ਜਿਹਾ ਕੰਮ ਪਹਿਲਾਂ ਰੋਕ ਨਹੀਂ ਸਕਦੀਆਂ? ਉਹਨਾਂ ਨੂੰ ਬਾਅਦ 'ਚ ਤਾਂ ਪਤਾ ਲੱਗ ਜਾਂਦਾ ਹੈ। ਅਸੀਂ ਸੁਣਦੇ ਹਾਂ ਕਿ ਜੀ 15 ਅਗਸਤ ਤੋਂ ਪਹਿਲਾਂ ਬਹੁਤ ਵੱਡਾ ਧਮਾਕਾ ਹੋਣ ਵਾਲਾ ਸੀ, ਅੱਤਵਾਦੀ ਫੜ ਲਏ। 26 ਜਨਵਰੀ ਨੂੰ ਜਿਹੜਾ ਬਹੁਤ ਵੱਡਾ ਪੰਜਾਬ 'ਚ ਜਿਹੜਾ ਹਮਲਾ ਹੋਣਾ ਸੀ, ਅਸੀਂ ਫੜ ਲਏ। ਤਾਂ ਫਿਰ ਇਹ ਛੋਟੇ ਗਰੁੱਪ ਜਿਹੜੇ ਹੁੰਦੇ ਨੇ, ਪੰਚਾਇਤੀ ਚੋਣਾਂ ਬੜੀਆਂ ਛੋਟੀਆਂ ਨੇ, ਇਹਦੇ ਵਿੱਚ ਇਸ ਕਿਸਮ ਦੀ ਘਟਨਾ ਹੋਣੀ, ਉਹ 2 ਪਰਿਵਾਰ ਦੇ ਮੈਂਬਰ ਮਾਰੇ ਗਏ ਆ, ਬੜੀ ਮਾੜੀ ਘਟਨਾ ਹੈ। ਇਹਦੇ ਲਈ ਸਰਕਾਰਾਂ ਨੂੰ ਜਿਹੜਾ ਉਹ ਸੁਚੇਤ ਹੋਣਾ ਚਾਹੀਦਾ। ਪੰਜਾਬ 'ਚ ਵੀ ਹੋਣ ਵਾਲੀਆਂ ਨੇ ਚੋਣਾਂ, ਅੱਗੋਂ ਨਗਰ ਨਿਗਮ ਦੀਆਂ ਵੀ ਹੋਣਾ ਨੇ, ਸੋ ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਜੀ। ਤੇ ਬੜਾ ਸਭ ਸਮਾਂ ਕਾਫੀ ਘੱਟ ਰਹਿ ਗਿਆ ਜੀ, 4-5 ਮਿੰਟ ਦਾ ਸਮਾਂ ਬਾਕੀ ਹੈ ਪ੍ਰੋਗਰਾਮ ਦੀ ਸਮਾਪਤੀ ਵੱਲ ਆਪਾਂ ਵਧ ਰਹੇ ਹਾਂ। ਕਾਲਰ ਲਾਈਨ ਤੇ ਨੇ। ਹੈਲੋ ਵੀਰ ਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਥੈਂਕ ਯੂ ਜੀ। ਬਸ 1 ਸੈਕਿੰਡ ਹੀ ਲਾਉਂਗੀ ਵੀਰ ਜੀ। ਮੇਰਾ ਸਵਾਲ ਇਹ ਸੀ ਵੀ ਜਿਹੜੇ ਆਪਣੇ ਬੰਦੀ ਸਿੰਘ ਅੰਦਰ ਨੇ, ਉਹਨਾਂ ਨੂੰ ਕਾਤਲ ਕਿਹਾ ਜਾਂਦਾ, ਉਹਨਾਂ ਨੇ ਜੋ ਵੀ ਕੀਤਾ ਠੀਕ ਆ, ਕਾਨੂੰਨ ਦੀ ਨਿਗਾਹ ਵਿੱਚ ਉਹਨਾਂ ਨੇ ਗਲਤ ਕੀਤਾ ਤੇ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਆ। ਇੱਕ ਹਿਊਮਨ ਹੋਣ ਦੇ ਨਾਤੇ ਉਹਨਾਂ ਨੂੰ ਛੱਡਣਾ ਚਾਹੀਦਾ ਜਦੋਂ ਸਜ਼ਾ ਪੂਰੀਆਂ ਕਰ ਚੁੱਕੇ ਨੇ। ਪਰ ਮੇਰਾ ਸਵਾਲ ਇਹ ਆ ਕਿ ਉਹਨਾਂ ਨੂੰ ਇਸ ਰਾਹ ਤੇ ਤੋਰਨ ਵਾਲਾ ਕੌਣ ਸੀ? ਜਦੋਂ ਬੇਗੁਨਾਹਾਂ ਨੂੰ ਚੱਕ ਕੇ ਮਾਰਿਆ ਜਾਂਦਾ ਸੀ, ਉਹਨਾਂ ਨੂੰ ਕਿਉਂ ਮਾਰਿਆ ਜਾਂਦਾ ਸੀ? ਇਹਦੇ ਤੇ ਤਾਂ ਕੋਈ ਨਹੀਂ ਬੋਲਦਾ। ਲਾਸਟ ਇੱਕ ਗੱਲ ਕਹਿਣੀ ਆ ਵੀ ਜਦੋਂ ਤਾਂ ਕੋਈ ਸਿੱਖ ਕਹਿੰਦਾ ਵਾ, ਉਦੋਂ ਤਾਂ ਸਾਰੇ ਫਿਰ ਮੀਡੀਆ ਵੀ ਸਾਰੇ ਮਗਰ ਪੈਂਦੇ ਨੇ ਵੀ ਸਿੱਖ ਨੇ ਆਹ ਬਿਆਨ ਦਿੱਤਾ। ਆ ਜਿਹੜਾ ਸਿਕਿਉਰਟੀਆਂ ਲੈ ਕੇ ਦੂਜੇ ਕਿਤੇ ਨੇ ਗੰਜਾ ਜਿਹਾ ਹੈਗਾ, ਉਹ ਇੰਨੀ ਬਕਵਾਸ ਕਰਦਾ, ਉਹਨੂੰ ਪੁਲਿਸ ਕਿਉਂ ਨਹੀਂ ਪੁੱਛਦੀ? ਉਹਨੂੰ ਕਿਉਂ ਨਹੀਂ ਸਿਕਿਉਰਿਟੀ ਉਦੋਂ ਵਾਪਸ ਲੈਂਦੀ ਵੀ ਤੂੰ ਜੇ ਇੰਨਾ ਹੀ ਹੈਗਾ ਤਾਂ ਚੱਲ ਚੀਨ ਦੇ ਬਾਰਡਰ ਤੇ, ਆਪਣੇ ਹਿੰਦੁਸਤਾਨ ਦੇ ਬਾਰਡਰ ਤੇ, ਉੱਥੇ ਜਾ ਕੇ ਆਪਣਾ ਇਲਾਕਾ ਛੜਾ।
ਇਸ ਕਰਕੇ ਇਹਨਾਂ ਨੂੰ ਥੋੜੀ ਨੱਥ ਪਾਉਣੀ ਚਾਹੀਦੀ ਹੈ। ਮਾਹੌਲ ਤਾਂ ਇਹ ਖਰਾਬ ਕਰਦੇ ਆ, ਬਾਅਦ ਚ ਫਿਰ ਨਾਮ ਲੈ ਦੇਣੇ ਨੇ ਜੀ ਅੰਮ੍ਰਿਤਪਾਲ ਬੋਲਦਾ ਜਾਂ ਕੋਈ ਹੋਰ ਬੋਲਦਾ। ਜੀ ਬਿਲਕੁਲ ਬਿਲਕੁਲ ਜੀ। ਮਿਹਰਬਾਨੀ ਭੁਪਿੰਦਰ ਕੌਰ ਨੇ ਜੀ USA ਤੋਂ ਸਾਡੇ ਰੈਗੂਲਰ ਕਾਲਰ ਨੇ ਜੀ, ਤੇ ਇਹਨਾਂ ਨੇ ਵੀ ਇਹੀ ਪੱਖ ਰੱਖਿਆ ਹੈ ਕਿ ਜਿਹੜੇ ਲੋਕ ਬਿਆਨਬਾਜ਼ੀ ਕਰ ਦਿੰਦੇ ਨੇ ਉਹਨਾਂ ਨੂੰ ਵੀ ਠੱਲ ਪਾਉਣ ਦੀ ਜ਼ਰੂਰਤ ਆ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਖਾਸ ਤੌਰ ਦੇ ਉੱਤੇ ਇਹਨਾਂ ਨੇ ਸੂਰੀ ਵਾਲੇ ਮਾਮਲੇ ਦੇ ਉੱਤੇ ਵੀ ਥੋੜਾ ਜਿਹਾ ਸੰਕੇਤ ਕਰ ਦਿੱਤਾ ਹੈ ਤੇ ਜਿਸ ਤਰ੍ਹਾਂ ਦਾ ਮਾਹੌਲ ਹੋਰ ਆਗੂਆਂ ਵੱਲੋਂ ਕ੍ਰੀਏਟ ਕੀਤਾ ਜਾਂਦਾ, ਬਣਾਇਆ ਜਾਂਦਾ, ਉਹਦੇ ਉੱਤੇ ਇਹਨਾਂ ਦਾ ਪ੍ਰਤੀਕਰਮ ਸੀਗਾ ਜੀ। ਦੇਖੋ ਜੀ, ਕੋਈ ਵੀ ਹੋਵੇ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ। ਉਹ ਕਹਾਵਤ ਹੈ ਪੰਜਾਬੀ ਦੇ ਵਿੱਚ, ਉਹ ਕਹਿੰਦੀ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢਦੀ ਹਾਂ ਜੀ। ਸੋ ਇਸ ਕਰਕੇ ਕੋਈ ਵੀ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਹਿੰਦੂ ਹੋਵੇ, ਮੁਸਲਮਾਨ ਹੋਵੇ, ਲੀਡਰ ਹੋਵੇ, ਕੋਈ ਵੀ ਹੋਵੇ, ਆਪਣੀ ਬੋਲ ਬਾਣੀ ਤੇ ਜਿਹੜਾ ਉਹ ਰੱਖਣਾ ਚਾਹੀਦਾ ਹੈ ਕੰਟਰੋਲ, ਕਿਉਂਕਿ ਬੋਲ ਜਿਹੜੇ ਆ ਉਹ ਇੰਨਾ ਕੁਝ ਵਿਗਾੜ ਦਿੰਦੇ ਆ ਕਿ ਉਸ ਤੋਂ ਬਾਅਦ ਫਿਰ ਸਥਿਤੀਆਂ ਹੋਰ ਬਣ ਜਾਂਦੀਆਂ ਨੇ। ਸਾਨੂੰ ਸਾਰਿਆਂ ਨੂੰ ਇਸ ਦਾ ਖਿਆਲ ਰੱਖਣਾ ਚਾਹੀਦਾ, ਕੋਈ ਵੀ ਹੋਵੇ ਆਪਣੀ ਬੋਲ ਬਾਣੀ ਚੰਗੀ ਹੋਣੀ ਚਾਹੀਦੀ ਹੈਗੀ ਆ ਜੀ। ਤੇ ਬਾਬਾ ਰਾਮਦੇਵ, ਮੈਂ ਵੈਸੇ ਬਾਬਾ ਰਾਮਦੇਵ ਕਹਿ ਰਿਹਾ, ਸਾਡੇ ਦਰਸ਼ਕ ਕਹਿੰਦੇ ਨੇ ਜੀ ਬਾਬਾ ਨਾ ਕਿਹਾ ਕਰੋ, ਉਹ ਤਾਂ ਕਾਰਪੋਰੇਟ ਬੰਦਾ ਹੈ, ਇਸ ਕਰਕੇ ਉਹਨਾਂ ਦੇ ਉੱਤੇ ਵੀ ਹੁਣ FIR ਦਰਜ ਹੋਈ ਹੈ ਜੀ। ਦੇਖੋ, ਉਹ ਬਹੁਤ ਸਾਰੇ ਲੋਕਾਂ ਲਈ ਬਾਬਾ ਵੀ ਤੇ ਹੈਗਾ ਨਾ। ਦੇਖੋ, ਜਿਹੜੇ ਚੰਗੇ ਕੰਮ ਹੁੰਦੇ ਆ ਨਾ, ਉਹਨਾਂ ਨੂੰ ਚੰਗੇ ਵੀ ਕਰਨਾ ਚਾਹੀਦਾ। ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਯੋਗਾ ਨੂੰ ਇੰਨਾ ਪਪੂਲਰ ਕੀਤਾ ਕਿ ਯੂਨਾਈਟਿਡ ਨੇਸ਼ਨਸ ਨੂੰ ਜਿਹੜਾ ਉਹ 21 ਜੂਨ ਯੋਗਾ ਦਿਵਸ ਮਨਾਉਣ ਲਈ ਮਜਬੂਰ ਕਰ ਦਿੱਤਾ ਵਰਲਡ ਪੱਧਰ ਦੇ ਉੱਤੇ। ਚੰਗੀ ਗੱਲ ਹੈ, ਗਲਤੀਆਂ ਵੀ ਹੋ ਜਾਂਦੀਆਂ ਨੇ ਤੇ ਉਹਨਾਂ ਗਲਤੀਆਂ ਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ। ਹਾਂ, ਇਸ ਤਰ੍ਹਾਂ ਦੇ ਆਪਾਂ ਹੁਣੇ ਗੱਲ ਕਰਕੇ ਹਟੇ ਆ ਕਿ ਭੜਕਾਊ ਬਿਆਨ ਨਹੀਂ ਦੇਣੇ ਚਾਹੀਦੇ। ਇਹਨਾਂ ਨੇ ਵੀ ਰਾਜਸਥਾਨ ਦੇ ਬਾਰਮੇੜ ਦੇ ਵਿੱਚ ਜਾ ਕੇ ਮੁਸਲਮਾਨਾਂ ਪ੍ਰਤੀ ਕੋਈ ਐਸੀ ਗੱਲ ਕਰ ਦਿੱਤੀ ਕਿ ਉਹਨਾਂ ਨੇ ਹਿੰਦੂ ਤੇ ਸਿੱਖਾਂ ਦੀ ਜਦੋਂ ਗੱਲ ਕੀਤੀ, ਹਿੰਦੂ ਤੇ ਮੁਸਲਮਾਨਾਂ ਦੀ ਗੱਲ ਕੀਤੀ, ਤਾਂ ਉੱਥੇ ਜਿਹੜਾ ਲੋਕਾਂ 'ਚ ਵਿਰੋਧ ਪੈਦਾ ਹੋਇਆ। ਔਰ ਚੰਗੀ ਗੱਲ ਹੈ, ਇਹ ਇਸ ਤਰ੍ਹਾਂ ਦੇ ਜਿਹੜੇ ਲੋਕੀ ਬਿਆਨ ਦਿੰਦੇ ਆ ਉਹਨਾਂ ਤੇ ਮੁਕੱਦਮੇ ਦਰਜ ਹੋਣੇ ਚਾਹੀਦੇ ਆ, ਉਹਨਾਂ ਨੂੰ ਕੋਰਟਾਂ ਦੇ ਵਿੱਚ ਲਿਜਾਣਾ ਚਾਹੀਦਾ, ਪਰ ਕੋਰਟਾਂ ਦੇ ਵਿੱਚ ਵੀ ਫੈਸਲੇ ਜਲਦੀ ਹੋਣੇ ਚਾਹੀਦੇ ਆ। ਅੱਜ ਕੇਸ ਦਰਜ ਹੋ ਗਿਆ, ਲੋਕੀ ਖੁਸ਼ ਹੋ ਗਏ, ਪਰ ਉੱਤੇ ਫੈਸਲਾ ਕਦੋਂ ਹੋਏਗਾ ਇਹ ਪਤਾ ਨਹੀਂ ਕਦੋਂ ਹੋਏਗਾ, ਕਿਉਂਕਿ ਬੜਾ ਲੰਮਾ ਪ੍ਰੋਸੈਸ ਹੈ। ਇਹਦੇ ਉੱਤੇ ਅਸੀਂ ਫੇਰ ਵੀ ਕਦੇ ਗੱਲ ਕਰਾਂਗੇ ਕਿ ਅਦਾਲਤਾਂ ਦੇ ਵਿੱਚ ਫੈਸਲੇ ਇੰਨੇ ਜਦੋਂ ਲਮਕ ਜਾਂਦੇ ਆ ਤਾਂ ਇਨਸਾਫ ਦੀ ਜਿਹੜੀ ਉਮੀਦ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਜੀ। ਬਿਲਕੁਲ ਜੀ। ਸਾਡੇ ਰਵੀ ਸ਼ਰਮਾ ਜੀ ਸਾਡੇ ਰੂਟੀਨ ਦੇ ਵਿੱਚ ਜੁੜਦੇ ਦਰਸ਼ਕ ਨੇ ਤੇ ਸਾਡੇ ਹੁਣ D5 ਚੈਨਲ ਪੰਜਾਬੀ ਦੇ ਪੱਕੇ ਮੈਂਬਰ ਵੀ ਨੇ। ਉਹ ਕਹਿੰਦੇ ਨੇ ਜੀ ਹਿੰਦੂ ਸਿਰਫ ਜਿਹੜੇ ਆਗੂ ਨੇ ਉਹ ਗਨਮੈਨ ਲੈਣ ਵਾਸਤੇ ਹੀ ਅਜਿਹੇ ਬਿਆਨ ਦੇ ਦਿੰਦੇ ਨੇ। ਇਹਨਾਂ ਦਾ ਵੱਖਰਾ ਪ੍ਰਤੀਕਰਮ ਆ ਗਿਆ ਜੀ। ਕੱਲੇ ਹਿੰਦੂ ਹੀ ਨਹੀਂ, ਸਾਰਿਆਂ ਦੀ ਇਹੀ ਹਾਲਤ ਹੈ। ਗਨਮੈਨ ਲੈਣ ਲਈ ਬਿਆਨ ਦੇ ਦਿਓ, ਫਿਰ ਕਹਿ ਦਿਓ ਜੀ ਸਾਨੂੰ ਖਤਰਾ ਪੈਦਾ ਹੋ ਗਿਆ ਹੈਗਾ। ਹਾਂਜੀ ਜੀ ਬਿਲਕੁਲ ਜੀ। ਤੇ ਕੁਝ ਖਬਰਾਂ ਆਪਾਂ ਹੋਰ ਡਿਸਕਸ ਕਰ ਲਈ ਜੀ। ਨੋਟਬੰਦੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਬੀਤੇ ਦਿਨਾਂ ਦੇ ਦੌਰਾਨ ਇੱਕ ਫੈਸਲਾ ਸੁਣਾਇਆ ਸੀ, ਜਿਹਦੇ ਵਿੱਚ ਕਿਹਾ ਸੀ ਕਿ ਨੋਟਬੰਦੀ ਦਾ ਫੈਸਲਾ ਬਿਲਕੁਲ ਸਹੀ ਸੀ। ਤਾਂ ਉਸ ਦੇ ਉੱਤੇ ਹੁਣ ਦੁਬਾਰਾ ਮੁੜ ਨਜ਼ਰਸਾਨੀ ਵਾਸਤੇ ਇੱਕ ਪਟੀਸ਼ਨ ਦਾਇਰ ਹੋ ਗਈ ਹੈ ਜੀ। ਦੇਖੋ, ਜੋ ਪਹਿਲਾਂ ਪਟੀਸ਼ਨ ਦਰਜ ਹੋਈ ਸੀਗੀ ਉਹਦਾ ਵੀ ਪਤਾ ਸੀ ਕੀ ਹੋਣਾ, ਇਹਦਾ ਕੀ ਹੋਣਾ ਇਹ ਵੀ ਪਹਿਲਾਂ ਪਤਾ। ਇਹ ਤੇ ਇੱਕ ਚਾਰਾਜੋਈ ਆ, ਸਿਰਫ ਅਖਬਾਰਾਂ ਦੇ ਵਿੱਚ ਖਬਰਾਂ ਆ ਰਹੀਆਂ ਨੇ, ਇਹਦੇ ਉੱਤੇ ਵੀ ਫੈਸਲਾ ਉਹੀ ਹੋਣਾ। ਸੁਪਰੀਮ ਕੋਰਟ ਆਪਣਾ ਫੈਸਲਾ ਬਦਲਣ ਵਾਲੀ ਜਿਹੜੀ ਆ ਉਹ ਨਹੀਂ ਹੈਗੀ ਜੀ। ਤੇ 31 ਮਾਰਚ ਤੱਕ ਤੁਹਾਨੂੰ ਆਪਣਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਕਰਨਾ ਲਾਜ਼ਮੀ ਹੋ ਜਾਵੇਗਾ। ਇਹ ਆਦੇਸ਼ ਆ ਚੁੱਕੇ ਨੇ ਜੀ। ਤੇ ਜੇ ਨਹੀਂ ਕਰੋਗੇ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਜੁਰਮਾਨਾ ਲੱਗੂਗਾ 1000 ਰੁਪਈਆ। ਤੇ ਕਿਉਂਕਿ ਇਹਦੇ ਨਾਲ ਜਿਹੜੀ ਜਿੰਨੀ ਵੀ ਟ੍ਰਾਂਜੈਕਸ਼ਨ ਹੋ ਰਹੀ ਆ ਉਹਨੂੰ ਇੱਕ ਥਾਂ ਤੇ ਲਿਆਉਣ ਦਾ ਇੱਕ ਢੰਗ ਹੈ, ਕਿਉਂਕਿ ਪੈਨ ਕਾਰਡ ਦੇ ਨਾਲ ਜਿਹੜਾ ਉਸ ਦੇਸ਼ ਦਾ ਜਿਹੜਾ ਸਰਕਲ ਹੈ ਉਹ ਬਹੁਤ ਜਿਹੜਾ ਪੈਸੇ ਦਾ ਉਹ ਚੱਲਦਾ ਹੈਗਾ। ਕਈ ਲੋਕਾਂ ਨੇ ਹਾਲੇ ਤੱਕ ਜਿਹੜੇ ਨਹੀਂ ਕਰਵਾਏ ਉਹਨਾਂ ਨੂੰ ਕਰਵਾ ਲੈਣੇ ਚਾਹੀਦੇ ਜੀ। ਤੇ ਵੜੈਚ ਸਾਹਿਬ, ਮੁਫਤ ਬਿਜਲੀ ਦੀ ਗਰੰਟੀ ਸਕੀਮ ਯੋਜਨਾ ਸਰਕਾਰ ਵਾਸਤੇ ਸਿਰਦਰਦੀ ਬਣਦੀ ਹੋਈ ਨਜ਼ਰ ਆ ਰਹੀ ਹੈ। ਸਰਦੀਆਂ ਦੇ ਵਿੱਚ ਅਕਸਰ ਦੇਖਦੇ ਹੁੰਦੇ ਆ ਕਿ ਬਿਜਲੀ ਦੀ ਮੰਗ ਘਟ ਜਾਂਦੀ ਹੈ, ਪਰ ਇਸ ਵਾਰ ਬਿਜਲੀ ਦੀ ਮੰਗ ਦੇ ਵਿੱਚ ਕਾਫੀ ਵਾਧਾ ਹੋਇਆ। ਸਰਦੀਆਂ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਬਿਜਲੀ ਨੂੰ ਲੋਕ ਉਡੀਕਦੇ ਰਹੇ। ਦੇਖੋ, ਸਰਕਾਰ ਦਾ ਫੈਸਲਾ ਲੋਕਾਂ ਨੇ ਸਿਰ ਮੱਥੇ ਤੇ ਲਿਆ, ਖੁਸ਼ੀ ਹੋ ਕੇ ਵੋਟਾਂ ਵੀ ਪਾਈਆਂ ਨੇ, ਪਰ ਸਰਕਾਰ ਨੂੰ ਇਹਦਾ ਪ੍ਰਬੰਧ ਕਰਨਾ ਚਾਹੀਦਾ ਕਿ ਜਿਹੜਾ ਸਾਡਾ PSPCL ਹੈ, ਕਾਰਪੋਰੇਸ਼ਨ ਹੈਗੀ ਆ, ਉਹ ਘਾਟੇ 'ਚ ਜਾ ਰਹੀ ਆ, ਉਹਦੀ ਬੁਰੀ ਹਾਲਤ ਹੋ ਗਈ, ਉਹਨੂੰ ਤਨਖਾਹਾਂ ਦੇਣੀਆਂ ਵੀ ਔਖੀਆਂ ਹੋ ਰਹੀਆਂ ਨੇ, ਉਹਨਾਂ ਨੂੰ ਕਰੋੜਾਂ ਦਾ ਕਰਜ਼ਾ ਚੁੱਕਣਾ ਪੈ ਰਿਹਾ। ਮੰਗ ਤੇ ਵਧਣੀ ਹੈ, ਕਿਉਂਕਿ ਤੁਸੀਂ ਕਈ ਲੋਕ ਤਾਂ 600 ਯੂਨਿਟ ਪੂਰੇ ਕਰਨ ਵਾਸਤੇ ਜਿਹੜੀ ਆ ਉਹ ਬਿਜਲੀ ਵਧਾਉਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਕਿ ਜੀ ਸਾਡੇ ਯੂਨਿਟ ਨਹੀਂ ਇੰਨੇ ਤਾਂ ਅਸੀਂ ਖਰਚ ਹੀ ਲਈਏ। ਉਹ ਆਪਣੇ ਮੀਟਰਾਂ ਤੇ ਨਿਗਾਹ ਰੱਖਦੇ ਆ। ਤੇ ਮੇਰੀ ਇਸ ਕਰਕੇ ਇੱਕ ਦਿਨ ਇਸ ਵਾਰ ਬਿੱਲ ਜਿਹੜਾ ਜ਼ਿਆਦਾ ਆ ਗਿਆ ਕਿ ਸਿਰਫ 34 ਯੂਨਿਟ ਹੀ ਵੱਧ ਪੁਗੇ ਸੀ ਤੇ ਮੈਨੂੰ ਬਸ 7000 ਰੁਪਏ ਭਰਨਾ ਪੈ ਗਿਆ। ਸੋ ਇਹਦੇ ਉੱਤੇ ਮੁੜ ਵਿਚਾਰ ਕਰਨ ਦੀ ਲੋੜ ਹੈਗੀ ਆ।
ਕਰ ਲੈਣਾ ਚਾਹੀਦਾ, ਲੋਕੀ ਜਿਹੜਾ ਇਹਦਾ ਵਿਰੋਧ ਨਹੀਂ ਕਰਨਗੇ, ਪਰ ਦੂਸਰੇ ਪਾਸੇ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਉਹ ਪੂਰੀਆਂ ਮਿਲਣੀਆਂ ਚਾਹੀਦੀਆਂ ਨੇ। ਇਹ 12% ਦੀ ਮੰਗ ਸਾਡੇ ਜਿਹੜੇ ਮੰਤਰੀ ਨੇ ਹਰਭਜਨ ਸਿੰਘ ਜੀ ਉਹਨਾਂ ਨੇ ਵੀ ਇਹ ਗੱਲ ਮੰਨੀ ਹੈਗੀ ਆ, ਔਰ ਇਹ ਵਧੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਵਧੂਗੀ, ਕਿਉਂਕਿ ਲੋਕੀ ਇੱਕ ਘਰ ਵਿੱਚ 2-2 ਕਨੈਕਸ਼ਨ ਕਰਵਾਈ ਜਾ ਰਹੇ ਆ। ਜੀ ਬਿਲਕੁਲ। ਤੇ ਇੱਕ ਬੜਾ ਸਾਹਿਬ ਜਾਂਦੇ ਜਾਂਦੇ ਕਪੂਰਥਲਾ ਵਾਲੀ ਖਬਰ ਦੇ ਉੱਤੇ ਜ਼ਰੂਰ ਜ਼ਿਕਰ ਕਰ ਦਿਓ। ਹਾਂ ਬਿਲਕੁਲ, ਮੈਂ ਧਰਮਿੰਦਰ ਜੀ ਨੂੰ ਕਿਹਾ ਸੀ ਕਿ ਸਿਰਫ 1 ਮਿੰਟ ਹੀ ਮੈਨੂੰ ਦੇ ਦਿਓ। ਕਪੂਰਥਲਾ ਦਾ ਪਿੰਡ ਹੈ ਪਧਾਸ, ਇਹ ਪਲੱਥ ਵਿਧਾਨ ਸਭਾ ਹਲਕੇ ਦੇ ਵਿੱਚ ਪੈਂਦਾ ਹੈਗਾ ਜੀ। ਦੇਖੋ ਉਹਨਾਂ ਦੇ ਪੰਚਾਇਤ ਨੇ, ਸਰਕਾਰੀ ਫੈਸਲਾ ਨਹੀਂ ਹੈਗਾ ਕਿਉਂਕਿ ਪੰਚਾਇਤ ਇਸ ਤਰ੍ਹਾਂ ਦੇ ਜੁਰਮਾਨੇ ਲਾ ਨਹੀਂ ਸਕਦੀ, ਪਰ ਉਹਨਾਂ ਨੇ ਪਿੰਡ ਪੱਧਰ ਤੇ ਪੰਚਾਇਤ ਨੇ ਇਕੱਠੇ ਹੋ ਕੇ ਇੱਕ ਮਤਾ ਪਾਸ ਕਰ ਦਿੱਤਾ। ਉਹ ਇਹ ਹੈ ਕਿ ਪਿੰਡ ਵਿੱਚ ਜਿਹੜਾ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਨਸ਼ਾ ਖਾਂਦਾ ਜਾਂ ਨਸ਼ਾ ਰੱਖਦਾ ਫੜਿਆ ਗਿਆ, ਉਹਦੇ ਵਿੱਚ ਜਰਦੇ ਜੁਰਦੇ ਤੰਬਾਕੂ ਵਗੈਰਾ ਸਾਰਾ ਕੁਝ ਸ਼ਾਮਲ ਹੈਗਾ, ਉਹਨੂੰ ਉਹਨਾਂ ਨੇ ਕਿਹਾ ਕਿ 5000 ਰੁਪਇਆ ਜੁਰਮਾਨਾ ਲੱਗੂਗਾ। ਜਿਹੜਾ ਵਿਅਕਤੀ ਉਹਨਾਂ ਦੀ ਸੂਚਨਾ ਦਊਗਾ ਉਹਨੂੰ ਵੀ 5000 ਰੁਪਇਆ ਇਨਾਮ ਦਿੱਤਾ ਜਾਊਗਾ। ਔਰ ਇਸ ਤੋਂ ਅੱਗੇ ਇੱਕ ਬੜਾ ਵੱਡਾ ਉਹਨਾਂ ਨੇ ਫੈਸਲਾ ਕੀਤਾ, ਉਹ ਉਹਨਾਂ ਨੇ ਇਹ ਕੀਤਾ ਕਿ ਜਿਹੜੇ ਖੁਸਰੇ ਆਉਂਦੇ ਨੇ ਜਾਂ ਜਿਹੜੇ ਭੰਡ ਆਉਂਦੇ ਨੇ ਉਹਨਾਂ ਵਾਸਤੇ ਵੀ ਉਹਨਾਂ ਕਿਹਾ ਵੀ ਸਿਰਫ ਇੱਕੋ ਹੀ ਪਾਰਟੀ ਪਿੰਡ ਚ ਆਊਗੀ, ਔਰ ਉਹਦੀ ਸ਼ਨਾਖਤ ਜਿਹੜੀ ਪਹਿਲਾਂ ਪੰਚਾਇਤ ਕਰੂਗੀ ਕਿ ਆਹ ਪਾਰਟੀ ਇਸ ਪਿੰਡ ਦੇ ਵਿੱਚ ਆ ਚੁੱਕੀ ਹੈ। ਇਹ ਨਹੀਂ ਕਿ 2 ਖੁਸਰੇ ਗਰੁੱਪ ਆ ਗਏ ਜਾਂ 2 ਭੰਡ ਗਰੁੱਪ ਆ ਗਏ, ਉਹਨਾਂ ਦਾ ਵੰਡਿਆ ਹੋਊਗਾ ਉਹਨਾਂ ਨੇ। ਉਹਦੇ ਲਈ ਵੀ ਉਹਨਾਂ ਨੇ ਕਿਹਾ ਕਿ ਕਿੰਨੇ ਕਿੰਨੇ ਪੈਸੇ ਦੇਣੇ ਆ। ਪਰ ਜਿਹੜੀ ਵਧੀਆ ਗੱਲ ਇੱਕ ਹੋਰ ਕੀਤੀ ਕਿ ਜਦੋਂ ਗੁਰੂ ਘਰ ਲੰਗਰ ਹੁੰਦਾ ਤਾਂ ਉਸ ਵਕਤ ਬਹੁਤ ਸਾਰੇ ਲੋਕ ਕੀ ਕਰਦੇ ਆ, ਲੰਗਰਾਂ ਦੀਆਂ ਜਿਹੜੀ ਡੋਲੂ ਭਰਾ ਕੇ ਘਰੇ ਲੈ ਜਾਂਦੇ ਆ। ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਵਿਅਕਤੀ ਗੁਰੂ ਘਰ ਚੋਂ ਲੰਗਰ ਲਿਜਾਂਦਾ ਫੜਿਆ ਗਿਆ ਉਹਨੂੰ 11000 ਰੁਪਏ ਜੁਰਮਾਨਾ ਹੋਊਗਾ। ਤੇ ਦੂਸਰਾ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਪਿੰਡ ਦਾ ਸਰਪੰਚ, ਲੰਬੜਦਾਰ, ਕਮੇਟੀ ਮੈਂਬਰ ਫੜੇ ਗਏ ਤਾਂ ਉਹਨਾਂ ਨੂੰ 30000 ਰੁਪਏ ਜੁਰਮਾਨਾ ਹੋਊਗਾ। ਸੋ ਮੈਂ ਸਮਝਦਾ ਬਹੁਤ ਵਧੀਆ ਪਹਿਲ ਹੈ ਪਧਾਸ ਪਿੰਡ ਵਾਲਿਆਂ ਦੀ, ਔਰ ਇਹਨੂੰ ਸਾਨੂੰ ਬਾਕੀ ਮਸਲਿਆਂ ਦੇ ਵਿੱਚ ਵੀ ਅਪਣਾਉਣਾ ਚਾਹੀਦਾ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵਿਆਹ ਦੇ ਉੱਤੇ ਜਦੋਂ ਵਿਆਹ ਹੋ ਜਾਂਦਾ ਤਾਂ ਵਿਆਹ ਤੋਂ ਬਾਅਦ ਵੀ ਕੁੜੀ ਵਾਲੇ ਜਾਂ ਮੁੰਡੇ ਵਾਲੇ ਇੱਕ ਦੂਜੇ ਦੇ ਘਰਾਂ 'ਚ ਆਉਂਦੇ ਆ, ਤਾਂ ਉਸ ਵਕਤ ਬਹੁਤ ਵੱਡਾ ਇਕੱਠ ਕਰਦਾ। ਉਹਨਾਂ ਨੇ ਕਿਹਾ ਸਿਰਫ ਤੇ ਸਿਰਫ ਜਿਹੜੇ ਆ ਨੈਕਸਟ ਬਲੱਡ ਰਿਲੇਸ਼ਨ ਹੈ ਜਿਹੜਾ ਉਹ ਹੀ ਆਉਣਗੇ, ਵੱਡੇ ਵੱਡੇ ਜਿਹੜੇ ਆ ਉਹ ਲੋਕੀ ਇਕੱਠ ਕਰਕੇ ਇਹਨਾਂ ਘਰਾਂ। ਬਹੁਤ ਵਧੀਆ ਗੱਲ ਹੈ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਹਾ ਸੀ ਕਿ ਸਾਦੇ ਵਿਆਹ ਤੇ ਸਾਦੇ ਭੋਗ, ਨਾ ਚਿੰਤਾ ਨਾ ਕੋਈ ਰੋਗ, ਸਾਨੂੰ ਖਰਚੇ ਘਟਾਉਣ ਵਾਲੇ ਪਾਸੇ ਆਉਣਾ ਚਾਹੀਦਾ। ਔਰ ਪਿੰਡ ਪਧਾਸ ਤੋਂ ਇਹ ਇੱਕ ਸਾਨੂੰ ਜਿਹੜੀ ਆ ਸਬਕ ਲੈ ਲੈਣਾ ਚਾਹੀਦਾ। ਜੀ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਸਮਾਂ ਕਾਫੀ ਘੱਟ ਆ ਜੀ। ਕੁਲਵੰਤ ਸਿੱਧੂ ਉਹ ਕਹਿੰਦੇ ਨੇ ਜੀ ਪੈਨ ਕਾਰਡ ਨਾਲ ਆਧਾਰ ਲਿੰਕ ਕਰਨ ਦਾ 1000 ਰੁਪਈਆ ਦਾ ਕਹਿੰਦੇ ਹੁਣ ਹੀ ਲੈ ਰਹੇ ਆ ਜੀ। ਤੁਸੀਂ ਥੋੜਾ ਜਿਹਾ ਇਹਦੀ ਸਾਨੂੰ ਡਿਟੇਲ ਵੀ ਦਿਓ ਜੀ। ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਜਾਂ 1 ਤੋਂ 2 ਵਾਲੇ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਜ਼ਰੂਰ ਕਰਾਂਗੇ ਸਿਆਸੀ ਘਮਾਸਾਨ 'ਚ ਕਿ ਜੇਕਰ ਇਦਾਂ ਪੈਸੇ ਲਏ ਜਾ ਰਹੇ ਆ ਤਾਂ ਫਿਰ ਇਹ ਦੇਖਣਾ ਪਵੇਗਾ ਕਿ ਸਰਕਾਰ ਦੇ ਆਦੇਸ਼ ਨੇ ਜਾਂ ਫਿਰ ਜਿਹੜੇ ਖੁਦ ਅਪਲਾਈ ਕਰਵਾਉਣ ਵਾਲੇ ਨੇ ਉਹੀ ਇੰਨੀ ਕੁ ਆਪਣੀ ਫੀਸ ਬਣਾ ਕੇ ਬੈਠ ਗਏ ਨੇ ਵੀ ਅਸੀਂ ਆਨਲਾਈਨ ਤੁਹਾਡਾ ਲਿੰਕ ਕਰਨਾ ਹੈ ਤੇ 1000 ਰੁਪਈਆ ਦੇ ਦਿਓ। ਜੀ ਜੀ ਬਿਲਕੁਲ ਜੀ। ਤੇ ਵੜੈਚ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਸਾਡੇ ਦਰਸ਼ਕਾਂ ਦਾ, ਸਾਡੇ ਕਾਲਰਸ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡਾ ਪ੍ਰੋਗਰਾਮ ਦੇਖਿਆ ਸੁਣਿਆ। ਚੱਲਦੇ ਪ੍ਰੋਗਰਾਮ ਦੇ ਦੌਰਾਨ ਸਾਨੂੰ ਕਾਲ ਕੀਤੀ, ਕਮੈਂਟ ਕੀਤੇ, ਸੁਝਾਅ ਦਿੱਤੇ। ਸੋ ਦਰਸ਼ਕਾਂ ਨੂੰ ਅਪੀਲ ਹੈ ਕਿ ਖਬਰਾਂ ਦਾ ਸਿਰਾ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਾਂਝਾ ਕਰਿਆ ਕਰੋ। D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਕੱਲ ਇਸੇ ਤਰ੍ਹਾਂ ਇਸੇ ਵੇਲੇ ਨਵੀਆਂ ਖਬਰਾਂ, ਤਾਜ਼ਾ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ। ਧੰਨਵਾਦ।